ਦੋਏ ਹੱਥ ਜੋੜ ਸਾਵਧਾਨ ਇਕਾਗਰ ਚਿਤ ਹੋ ਕੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਸਰੂਪ ਦਾ ਧਿਆਨ ਧਰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਖਸ਼ਿਸ਼ ਕੀਤੇ ਹੋਏ ਮੰਤਰ ਆਪਣੀਆਂ ਰੂਹਾਂ ਦੇ ਭਲੇ ਲਈ, ਪ੍ਰਲੋਕ ਸੁਧਾਰ ਚੁੱਕੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ, ਬੱਚੇ ਬੱਚੀਆਂ ਦੇ ਉੱਚੇ ਸੁੱਚੇ ਉਜਲੇ ਭਵਿੱਖ ਲਈ, ਪਿੰਡ ਕਸਬੇ ਸਮੁੱਚਾ ਸਮਾਜ ਅਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ, ਭਾਰਤ ਦੇਸ਼ ਦੀ ਤਰੱਕੀ, ਸਾਰੇ ਸੰਸਾਰ ਵਿੱਚ ਸ਼ਾਂਤੀ ਦੀ ਸਥਾਪਨਾ ਲਈ ਇਹਨਾਂ ਮੰਤਰਾਂ ਦੇ ਜਾਪ ਜਪੀਏ ਜੀ। ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਧੰਨ ਧੰਨ ਛਤਰ ਚਬਰ ਤਖਤ ਦੇ ਮਾਲਕ, ਬਾਣੀ ਕੇ ਬੋਹਿਤ, ਸਾਰੀ ਮਨੁੱਖਤਾ ਦੇ ਸਾਂਝੇ ਗਿਆਨ ਦਾਤਾ, ਪਤਿਤ ਪਾਵਨ ਭਗਤ ਵਸ਼ਲ ਅੰਤਰਜਾਮੀ ਗਰੀਬ ਨਵਾਜ, ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਜੀ ਕੀ ਸਾਜੀ ਨਮਾਜੀ ਸਾਧ ਸੰਗਤ, ਗੁਰੂ ਜੀ ਕੇ ਖਾਸ ਰੂਪ ਖਾਲਸਾ ਸਾਧ ਸੰਗਤ ਜੀ, ਸਤ ਸੰਗੀ ਜਨੋ, ਜਿਨ੍ਹਾਂ ਤੇ ਗੁਰੂ ਪਾਤਸ਼ਾਹ ਨੇ ਕਿਰਪਾ ਕਰਕੇ ਜੀਵਨ ਦਾ ਕੁਝ ਸਮਾਂ ਆਪਣੀ ਹਜ਼ੂਰੀ ਅੰਦਰ ਬੈਠਾਲ ਕੇ ਕਲਯੁਗ ਮੈਂ ਕੀਰਤਨ ਗੁਰਮੁਖ ਜਪੀਏ ਲਾਏ ਧਿਆਨਾਂ ਦੇ ਮਹਾਂਵਾਕਾਂ ਅਨੁਸਾਰ ਆਪ ਜੀ ਨਾਲ ਕੀਰਤਨ ਦੀ ਸਾਂਝ ਸਰਵਣ ਕਰਨੀ ਕੀਤੀ ਹੈ। ਕੀਰਤਨੀ ਸਿੰਘਾਂ ਨੇ ਕੀਰਤਨ ਸਰਵਣ ਕਰਾਉਣਾ ਕੀਤਾ ਹੈ। ਉਸ ਕੀਰਤਨ ਨੂੰ ਪ੍ਰੋਜੈਕਟਰ ਰਾਹੀਂ ਆਪ ਜੀ ਦੇ ਰੂਬਰੂ ਕਰਕੇ ਪੜ੍ਹਦੇ ਜ਼ਰੀਏ ਉਹਦੇ ਅਰਥ ਬਹੁਤ ਸਮਝਾਉਣ ਦਾ ਯਤਨ ਕੀਤਾ ਗਿਆ। ਜਥੇ ਵੱਲੋਂ ਨਗਰ ਸਿਧਾਰਥ ਟਰੱਸਟ ਗੁਰਦਾਸਪੁਰ ਵੱਲੋਂ ਜੋ ਇਹ ਗੁਰਮਤਿ ਸਮਾਗਮ ਆਯੋਜਿਤ ਕੀਤਾ ਜਾ ਰਿਹਾ ਹੈ, ਇਹ ਉਹਨਾਂ ਦੀ ਬੜੀ ਹੀ ਸ਼ਰਧਾ ਭਾਵਨਾ ਨਾਲ ਸੁੰਦਰ ਪੰਡਾਲ ਦੀ ਸਜਾਵਟ ਕਰਨ ਦਾ ਯਤਨ ਕੀਤਾ ਹੈ। ਗੁਰੂ ਪਾਤਸ਼ਾਹ ਦੇ ਤਖਤ ਸੁਭਾਇਮਾਨ ਕੀਤੇ ਨੇ, ਸਾਊਂਡ ਦਾ ਚੰਗਾ ਇੰਤਜ਼ਾਮ ਕੀਤਾ, ਗੁਰੂ ਕੇ ਲੰਗਰ ਚੱਲ ਰਹੇ ਨੇ, ਹੋਰ ਵੀ ਜੋੜਾ ਘਰ ਦੀਆਂ ਪਾਰਕਕ ਦੀਆਂ ਸਮੁੱਚੀਆਂ ਸੇਵਾ ਬੜੀ ਅਦਬ ਸਤਿਕਾਰ ਨਾਲ ਸ਼ਰਧਾ ਭਾਵਨਾ ਨਾਲ ਮਨਾਈਆਂ ਜਾ ਰਹੀਆਂ ਨੇ। ਚੱਲ ਰਹੇ ਕੀਰਤਨ 'ਚ ਥੋੜ੍ਹੀ ਦੇਰ ਲਈ ਦਾਸ ਨੂੰ ਵੀ ਆਪ ਜੀ ਦੇ ਜੋੜੇ ਝਾੜਨ ਦਾ ਹੁਕਮ ਹੋਇਆ। ਸੋ ਗੁਰੂ ਪਾਤਸ਼ਾਹ ਰਹਿਮਤ ਕਰਨ, ਜਦੋਂ ਵੀ ਅਸੀਂ ਆਪਣੇ ਸੋਚ ਧਰਮ ਦੇ ਪਾਸੇ ਤਬਦੀਲ ਕਰਦੇ ਹਾਂ, ਉਦੋਂ ਤੋਂ ਸਾਡੇ ਸੰਸਕਾਰ, ਹਰ ਸੋਚ ਨਾਲ ਸਾਡਾ ਸੰਸਕਾਰ ਜੁੜ ਜਾਂਦਾ। ਜੋ ਵੀ ਅਸੀਂ ਸੋਚ ਤੋਂ ਬਾਅਦ ਪ੍ਰਕਿਰਿਆ ਕਰਦੇ ਹਾਂ ਉਹ ਸਹੀ ਬਣ ਜਾਂਦਾ ਪੂਰਾ। ਕੁਛ ਐਸੇ ਸੰਸਕਾਰ ਹੁੰਦੇ ਜਿਹੜੇ ਸੋਚ ਤੋਂ ਅਸੀਂ ਉਹਦੇ 'ਚ ਕੱਢ ਦਿੰਦੇ, ਉਹ ਪੂਰਾ ਪ੍ਰਭਾਵ ਨਹੀਂ ਪਾਉਂਦੇ। ਜਿਹੜੇ ਅਸੀਂ ਉਹਨੂੰ ਕਿਰਿਆ ਦਾ ਰੂਪ ਦਿੰਦੇ ਹਾਂ, ਕਰਮ ਦਾ ਰੂਪ ਦਿੰਦੇ ਹਾਂ, ਉਹ ਕਰਮ ਬਣ ਜਾਂਦਾ। ਇਸ ਕਰਕੇ ਉਦੋਂ ਤੋਂ ਸਾਡੇ ਕਰਮ ਬਦਲਣੇ ਸ਼ੁਰੂ ਹੋ ਜਾਂਦੇ ਜਦੋਂ ਸਾਡੇ ਅੰਦਰ ਧਰਮ ਦੀ ਸੋਚ ਪਰਿਵਰਤਨ ਹੁੰਦੀ ਹੈ। ਔਰ ਜਿਵੇਂ ਅਸੀਂ ਗੁਰਸਥਾਨਾਂ ਵੱਲ ਚੱਲ ਕੇ ਜਾਂਦੇ ਹਾਂ, ਗੁਰਧਾਮਾਂ ਵੱਲ, ਗੁਰਤੀਰਥਾਂ ਵੱਲ, ਤੇ ਸਾਡੇ ਪੈਰ ਸਫਲੇ ਹੋਣੇ ਸ਼ੁਰੂ ਹੋ ਜਾਂਦੇ। ਜਦੋਂ ਅਸੀਂ ਗੁਰੂ ਕੇ ਦਰਬਾਰ ਵਿੱਚ ਆ ਕੇ ਗੁਰੂ ਕੀ ਬਾਣੀ ਦੀਆਂ, ਗੁਰੂ ਕੇ ਸਿੱਖਾਂ ਦੀਆਂ, ਗੁਰੂ ਪਾਤਸ਼ਾਹ ਦੇ ਦਰਸ਼ਨ ਦਿਦਾਰੇ ਕਰਦੇ ਹਾਂ, ਸਾਡੀਆਂ ਅੱਖਾਂ ਸਫਲੀਆਂ ਹੋ ਜਾਂਦੀਆਂ। ਜਦੋਂ ਅਸੀਂ ਕੰਨਾਂ ਰਾਹੀਂ ਗੁਰੂ ਕੇ ਸਰਬ ਸ਼ਬਦ ਸਰਵਣ ਕਰਦੇ ਹਾਂ, ਉਹਦੇ ਨਾਲ ਨਾਲ
ਸਾਡੇ ਮੂਲ ਮੰਤਰ ਇੱਥੇ ਗੁਰਮੰਤਰ ਦੇ ਜਾਪ ਹੋ ਰਹੇ ਨੇ, ਇੱਕ ਸਾਡੇ 'ਚ ਇੱਕ ਖਾਸ ਕਿਸਮ ਦਾ ਹੁਲਾਰਾ ਪੈਦਾ ਕਰਦੇ ਨੇ ਅਤੇ ਸਾਡੇ ਕੰਨ ਸਫਲ ਹੋ ਜਾਂਦੇ ਨੇ। ਜੇ ਅਸੀਂ ਮਗਰ ਮਗਰ ਬੋਲੀਏ ਜਾਂ ਜਾਪ ਕਰੀਏ ਤਾਂ ਉਹਦੇ ਨਾਲ ਸਾਡੀ ਰਸਨਾ ਦੀ ਵੀ ਸਫਲਤਾ ਹੋ ਜਾਂਦੀ ਹੈ। ਕੁਝ ਸੰਗਤਾਂ ਜਿਹੜੀਆਂ ਜੋੜੇ ਜਮ੍ਹਾਂ ਕਰ ਰਹੀਆਂ ਨੇ, ਨਾਲੇ ਸੁਣ ਰਹੀਆਂ ਨੇ, ਉਹਨਾਂ ਦੇ ਹੱਥ ਸਫਲੇ ਹੋ ਰਹੇ ਨੇ। ਕੁਝ ਕੀਰਤਨ ਕਰ ਰਹੀਆਂ ਨੇ, ਕੋਈ ਚੌਰ ਕਰ ਰਹੀਆਂ ਨੇ, ਕੋਈ ਹੋਰ ਸੇਵਾ ਲੰਗਰ ਦੀਆਂ ਨਿਭਾ ਰਹੀਆਂ ਨੇ, ਉਹਨਾਂ ਦੇ ਵੀ ਨਾਲ ਹੱਥ ਵੀ ਸਫਲੇ ਹੋ ਜਾਂਦੇ। ਤਕਰੀਬਨ ਸਰੀਰ ਦੀ ਸਾਰੀ ਹੀ ਸਫਲਤਾ ਹੋ ਜਾਂਦੀ ਹੈ ਜਦੋਂ ਅਸੀਂ ਆਪਣੇ ਗੁਰੂ ਘਰਾਂ ਨਾਲ ਜੁੜਦੇ ਹਾਂ, ਆਪਣੇ ਧਾਰਮਿਕ ਸਥਾਨਾਂ ਨਾਲ ਜੁੜਦੇ ਹਾਂ। ਉੱਥੋਂ ਸਾਨੂੰ ਇੱਕ ਸੰਦੇਸ਼ ਖਾਸ ਮਿਲਦਾ ਹੈ। ਇਸ ਲਈ ਗੁਰੂ ਪਾਤਸ਼ਾਹ ਰਹਿਮਤ ਕਰਨ ਦਾਸ ਕੋਈ ਵਿਸ਼ੇਸ਼ ਤੌਰ 'ਤੇ ਕਥਾਵਾਚਕ ਜਾਂ ਕੋਈ ਕੌਮ ਵਿੱਚ ਕੋਈ ਉੱਘਾ ਪ੍ਰਚਾਰਕ ਜਾਂ ਕੋਈ ਕੌਮ ਦੀ ਕੋਈ ਮਹਾਨ ਸ਼ਖਸੀਅਤ ਨਹੀਂ ਹੈ। ਕੇਵਲ ਤੇ ਕੇਵਲ ਗੁਰੂ ਨਾਨਕ ਦਰ ਘਰ ਦੇ ਨਿਮਾਣੇ ਕੂਕਰ ਬਣ ਕੇ ਕੁਝ ਇੱਕ ਜੋ ਦਿਮਾਗ ਵਿੱਚ ਗੁਰੂ ਪਾਤਸ਼ਾਹ ਨੇ ਪ੍ਰੇਰਨਾ ਕੀਤੀ ਹੈ, ਜੋ ਕੁਛ ਜੀਵਨ 'ਚ ਘਟਿਆ, ਉਹਦੇ ਆਧਾਰ 'ਤੇ ਥੋੜ੍ਹਾ ਬਹੁਤ ਆਪ ਜੀ ਦੀ ਸੇਵਾ ਕਰਨ ਦਾ ਯਤਨ ਕਰਨਾ ਜਾਣਾ। ਉਸ ਤੋਂ ਪਹਿਲਾਂ ਆਪ ਜੀ ਗੁਰੂ ਕੀ ਸਾਧ ਸੰਗਤ ਹੋ, ਪਰਮਾਤਮਾ ਦਾ ਰੂਪ ਹੋ, ਆਪ ਜੀ ਦੀ ਅਸੀਸ ਦਾ ਦਾਸ ਮੁਤਾਜ ਹੈ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਨ ਸਿੱਖ ਪੰਥ ਵਿੱਚ ਗੁਰਬਾਣੀ ਨੂੰ ਬਹੁਤ ਉੱਚਾ ਦਰਜਾ ਦਿੱਤਾ ਗਿਆ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਭਾਵ ਉਸ ਕਾਲਪੁਰਖ ਦਾ ਸੰਦੇਸ਼ ਹੈ। ਚਾਹੇ ਉਹ ਗੀਤਾ ਵਿੱਚ ਉਤਰਿਆ, ਚਾਹੇ ਕੁਰਾਨ ਵਿੱਚ ਉਤਰਿਆ, ਚਾਹੇ ਬਾਈਬਲ ਵਿੱਚ ਉਤਰਿਆ, ਚਾਹੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਉਤਰਿਆ, ਇਹ ਹੈ ਇੱਕ ਖਾਸ ਸੰਦੇਸ਼ ਮਨੁੱਖ ਲਈ। ਇਸ ਲਈ ਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਇਸ ਬਾਣੀ ਦੀ ਬਹੁਤ ਹੀ ਕਲਯੁਗ ਵਿੱਚ ਮਹੱਤਤਾ ਹੈ। ਉਂਝ ਤਾਂ ਸਾਰੇ ਧਰਮ ਗ੍ਰੰਥ ਸਤਿਕਾਰਯੋਗ ਨੇ, ਪਰ ਉਹਨਾਂ ਵਿੱਚ ਕੁਝ ਇਸ ਗ੍ਰੰਥ ਵਿੱਚ ਵਿਸ਼ੇਸ਼ਤਾਵਾਂ ਹੋਰ ਵੀ ਹੈਗੀਆਂ ਨੇ, ਜਿਹੜੀਆਂ ਬਾਅਦ 'ਚ ਸਾਂਝ ਕਰਾਂਗੇ। ਸੋ ਦੂਸਰੇ ਹੈਗੇ ਨੇ ਅਕਾਲ ਪੁਰਖ ਵਾਹਿਗੁਰੂ ਪਰਿਪੂਰਨ ਪਰਮਾਤਮਾ ਸਰਵਵਿਆਪਕ ਸਰਵਕਾਲ ਹੈ, ਸਰਵਦੇਸੀ ਹੈ, ਉਹਦੀ ਸ਼ਕਤੀ ਮੌਜੂਦ ਹੈ। ਸੋ ਆਪ ਦਾਸ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖੋ, ਗੁਰੂ ਜੀ ਅਸੀਸ ਬਖਸ਼ਣ, ਤਾਂ ਕਿ ਥੋੜ੍ਹੇ ਸਮੇਂ ਲਈ ਆਪ ਦੀ ਸੁਚੱਜੀ ਸੇਵਾ ਨਿਭਾਈ ਜਾ ਸਕੇ। ਨਾਲ ਨਾਲ ਰਸਨਾ ਪਵਿੱਤਰ ਕਰੀਏ, ਗੁਰੂ ਜੀ ਨੂੰ ਸੀਸ ਝੁਕਾਉਂਦੇ ਹੋਏ ਫਤਿਹ ਗਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਆਪ ਵੱਲੋਂ ਮਿਲੀ ਹੋਈ ਅਸੀਸ ਥੋੜ੍ਹਾ ਚਿਰ ਆਪ ਜੀ ਦੀ ਸੇਵਾ ਲਈ ਸ੍ਰੇਸ਼ਟ ਬੁੱਧ ਨਾਲ ਆਪਣੀ ਸੇਵਾ ਆਪ ਲੈਣੀ ਕਰਨੀ ਕਰੋ। ਗੁਰੂ ਪਾਤਸ਼ਾਹ ਨੇ ਰਹਿਮਤ ਕੀਤੀ ਹੈ, ਇਹਨਾਂ ਵੀਰਾਂ ਦੇ ਅੰਦਰ ਇਹ ਪ੍ਰੇਰਨਾ ਹੋਈ ਹੈ ਕਿ ਅਸੀਂ ਵੀ, ਮੇਰਾ ਖਿਆਲ ਇਹਨਾਂ ਕਲੋਨੀਆਂ ਵਿੱਚ ਕਾਫੀ ਜ਼ਿਆਦਾ ਮੇਰੇ ਜਿਹੜੇ ਦੂਜੇ ਭਰਾ ਨੇ, ਮੇਰਾ ਖਿਆਲ ਨਰੂਲੇ ਹੋਰੀ, ਉਹ ਵੀ ਕਾਫੀ ਇਹਨਾਂ 'ਚ ਪਤਾ ਨਹੀਂ ਇੱਥੇ ਕਰਦੇ ਨੇ ਜਾਂ ਕਿੱਥੇ ਕਰਦੇ ਨੇ, ਟੈਂਟ ਲਾਏ ਹੁੰਦੇ ਨੇ। ਇਹਨਾਂ ਵਿੱਚ ਵੀ ਆਈ ਹੋਊਗੀ ਭਾਵਨਾ ਬਈ ਅਸੀਂ ਵੀ ਆਪਣੇ ਕੁਛ ਗੁਰੂ ਨਾਲ ਸਾਂਝ ਰੱਖੀਏ, ਉਹ ਤੁਰੀਏ। ਉਹਦੇ ਲੜੀ ਵਿੱਚ ਅੱਜ ਦਾ ਇਹ ਸਮਾਗਮ ਚੱਲ ਰਿਹਾ। ਤਕਰੀਬਨ ਥੋੜ੍ਹਾ ਜਿਹਾ ਸਮਾਂ ਹੋਰ ਹੈ, ਕਿਉਂਕਿ ਜਿੰਨੇ ਵੀ ਮੇਰੇ ਵੀਰ ਨੇ ਸਤਿਕਾਰਯੋਗ, ਸਾਰੇ ਦਿਨੇ ਕਿਰਤ ਕਰਦੇ ਨੇ, ਰਾਤ ਨੂੰ ਜਿੱਥੇ ਵੀ ਕੋਈ ਸੇਵਾ ਦਿੰਦੇ ਨੇ ਉੱਥੇ ਜਾ ਕੇ ਸੇਵਾ ਨਿਭਾਉਂਦੇ ਨੇ। ਉਹਦੇ ਨਾਲ ਨਾਲ ਗ੍ਰਸਤੀ ਨੇ, ਆਪਣੇ ਬੱਚੇ ਪਾਲਦੇ ਨੇ, ਕਿਰਤਾਂ ਜਿੱਦਾਂ ਨਹੀਂ ਹੈ ਉਹ ਨਿਭਾਉਂਦੇ ਨੇ। ਇਹ ਵੀ ਗੁਰੂ ਪਾਤਸ਼ਾਹ ਦੀ ਰਹਿਮਤ ਹੈ ਕਿ ਜਦੋਂ ਅਸੀਂ ਇਕੱਠੇ ਹੋ ਕੇ ਬੈਠਦੇ ਹਾਂ, ਸਾਡਾ ਮਨ ਥੋੜ੍ਹਾ ਪ੍ਰਫੁੱਲਿਤ ਹੋ ਜਾਂਦਾ, ਸਾਨੂੰ ਘਰ ਤੋਂ ਅਟੈਚਮੈਂਟ ਟੁੱਟ ਜਾਂਦੀ ਹੈ। ਸੋ ਗੁਰੂ ਪਿਆਰ ਵਾਲਿਓ, ਧਰਮ ਦੀ ਅਤ ਲੋੜ ਹੁੰਦੀ ਹੈ। ਗੁਰੂ ਪਾਤਸ਼ਾਹ ਦੇ ਬਚਨ ਨੇ, ਰਾਜ ਬਿਨਾਂ ਨਾ ਧਰਮ ਚਲੇ ਹੈ, ਧਰਮ ਬਿਨਾਂ ਸਭ ਦਲੇ ਮਲੇ। ਧਰਮ ਦੇ ਫਰਜ਼, ਮੇਰੇ ਮਾਂ ਪਿਓ ਪ੍ਰਤੀ ਕੀ ਫਰਜ਼ ਨੇ, ਮੇਰੇ ਦੇਸ਼ ਪ੍ਰਤੀ ਕੀ ਫਰਜ਼ ਨੇ, ਮੇਰੇ ਪ੍ਰਦੇਸ਼ ਪ੍ਰਤੀ, ਕੌਮ ਪ੍ਰਤੀ, ਮੇਰੇ ਬੱਚਿਆਂ ਪ੍ਰਤੀ, ਮੇਰੇ ਗੁਆਂਢੀ ਪ੍ਰਤੀ, ਮੇਰੇ ਸਰੀਰ ਪ੍ਰਤੀ ਮੇਰੇ ਕੀ ਫਰਜ਼ ਨੇ। ਇਹ ਹੀ ਸਾਡੇ ਧਰਮ ਦਾ ਉਹਨੂੰ ਅਸੀਂ ਨਾਮ ਦਿੱਤਾ ਹੁੰਦਾ। ਇਸ ਕਰਕੇ ਇਸ ਸਾਡੇ ਪੰਜਾਬ ਵਿੱਚ ਚਾਰ ਧਰਮ ਜਿਹੜੇ ਨੇ ਵਿਸ਼ੇਸ਼ ਨੇ, ਜਿਵੇਂ ਕਿ ਸਾਡੇ ਆਪਣੇ ਖਾਲਸਾ ਪੰਥ ਹੈ, ਸਨਾਤਨ ਧਰਮ ਹੈ, ਜਾਂ ਕ੍ਰਿਸਚਨੈਲਿਟੀ ਗੁਰਦਾਸਪੁਰ 'ਚ ਇਹਨਾਂ ਦਾ ਕਾਫੀ ਪ੍ਰਭਾਵ ਹੈ, ਕਿਉਂ ਬਹੁਤ ਘੱਟ ਨੇ ਮੁਸਲਮਾਨ ਮੇਰੇ ਭਰਾ। ਇਹ ਨੇ ਕੁਝ ਧਰਮ ਜਿਹੜੇ ਮੈਂਸ਼ਨ ਹੋ ਚੁੱਕੇ ਨੇ, UN 'ਚੋਂ ਉੱਪਰ ਜਾ ਕੇ ਪਾਸ ਕੀਤੇ ਗਏ ਨੇ, ਜਿਨ੍ਹਾਂ ਵਿੱਚ ਉਹਨਾਂ ਨੂੰ ਪ੍ਰੌੜਤਾ ਦਿੱਤੀ ਗਈ ਵੀ ਇਹ ਧਰਮ ਜਿਹੜੇ ਜੈਨੂਅਲ ਨੇ। ਕੁਛ ਐਸੇ ਉੱਤੇ ਬਣੇ ਹੁੰਦੇ ਨੇ, ਕੋਈ ਜਿਹੜੀ ਸਾਡੀ ਸੰਸਥਾ ਹੁੰਦੀਆਂ ਨੇ।
ਉਹ ਸਾਨੂੰ ਸਾਰਿਆਂ ਨੂੰ ਇਸ ਗੁਰੂ ਨਾਨਕ ਪਾਤਸ਼ਾਹ ਦੇ ਮਿਸ਼ਨ ਵਿੱਚ ਅਜੋਕੇ ਸਮੇਂ ਵਿੱਚ ਜਨਮ ਪ੍ਰਾਪਤ ਹੋਇਆ। ਦੋ ਚਾਰ ਗੱਲਾਂ ਖਾਸ ਹੁੰਦੀਆਂ ਨੇ ਜਿਹੜੀਆਂ ਕਿਸੇ ਨੂੰ ਪਤਾ ਨਹੀਂ ਲੱਗਦਾ। ਇੱਕ ਹੁੰਦੀ ਹੈ ਕਿ ਅਸੀਂ ਪਹਿਲੀ ਵਾਰੇ ਜੰਮੇ ਹਾਂ ਕਿ ਅਸੀਂ ਧਰਤੀ ਤੇ ਵਾਰ-ਵਾਰ ਆਏ। ਇੱਕ ਦੋ ਗੱਲਾਂ ਤੋਂ ਅਹਿਸਾਸ ਲੱਗਦਾ ਹੈ ਕਿ ਜਿਵੇਂ ਸਾਡੇ ਅਸੀਂ ਭਾਰਤ ਵਿੱਚ ਕਾਫੀ ਲੰਮੇ ਸਮੇਂ ਤੋਂ ਜੰਮਦੇ ਨਜ਼ਰ ਆ ਰਹੇ ਹਾਂ, ਕਿਉਂਕਿ ਸਾਡੇ ਇਸ ਦੇਸ਼ ਵਿੱਚ ਜਾਤ ਪਾਤ ਦਾ ਬਹੁਤ ਬੋਲਬਾਲਾ। ਇਸ ਦੇਸ਼ ਤੋਂ ਬਾਹਰ ਕਿਤੇ ਵੀ ਜਾਤ ਦਾ ਊਚ ਨੀਚ ਦਾ ਕੋਈ ਫਰਕ ਨਹੀਂ ਹੈ ਇਸੇ ਦੇਸ਼ ਵਿੱਚ। ਤੇ ਸਾਡੇ ਵਿੱਚ ਹਜੇ ਤੱਕ ਉਹ ਇੰਨੇ ਸੰਸਕਾਰ ਤਕੜੇ ਹੋ ਕੇ ਬੈਠੇ ਨੇ। ਬੇਸ਼ੱਕ ਸਿੱਖ ਖਾਲਸਾ ਪੰਥ ਵਿੱਚੋਂ ਜਿਹੜੇ ਜਾਤ ਖਤਮ ਕੀਤੀ ਗਈ, ਫਿਰ ਵੀ ਮੈਂ ਦੇਖਦਾ ਸਾਡੀ ਕੌਮ ਵਿੱਚ ਹਜੇ ਉਹ ਸੰਸਕਾਰ ਪੂਰੇ ਪ੍ਰਬਲ ਨੇ ਵੀ ਅਸੀਂ ਸੈਣੀ ਹੁੰਦੇ ਹਾਂ, ਅਸੀਂ ਕੰਬੋਹ ਹੁੰਦੇ ਹਾਂ, ਅਸੀਂ ਚਾਂਗ ਹੁੰਦੇ ਹਾਂ, ਅਸੀਂ ਜੱਟ ਹੁੰਦੇ ਹਾਂ, ਅਸੀਂ ਤਰਖਾਣ ਹੁੰਦੇ ਹਾਂ। ਜਿਵੇਂ ਹੁਣ ਇੱਥੇ ਆਖਰੀ ਸ਼ਬਦ ਵੀਰ ਜੀ ਨੇ ਸਾਂਝਾ ਕੀਤਾ, ਉਹਨਾਂ ਦੇ ਵਿੱਚ ਸੈਣ ਨਾਈ ਦਾ ਜ਼ਿਕਰ ਕੀਤਾ ਹੈ, ਉਹਨਾਂ ਵਿੱਚ ਰਵਿਦਾਸ ਭਗਤ ਦਾ ਜ਼ਿਕਰ ਕੀਤਾ ਹੈ। ਉਹਨੇ ਕਿਵੇਂ ਧਿਆਨ ਧਰਿਆ ਪ੍ਰਮਾਤਮਾ ਤੇ, ਉਹਨਾਂ ਨੂੰ ਕਿੰਨੀ ਮੁਹਾਰਤ ਹਾਸਲ ਹੋਈ। ਰੇ ਮਨ ਤੂੰ ਵੀ ਆਪਣੇ ਮਨ ਨੂੰ ਸਮਝਾ ਵੀ ਤੂੰ ਵੀ ਉਸ ਪ੍ਰਭੂ ਦਾ ਜਿਹੜਾ ਸਾਰਿਆਂ ਨੂੰ ਹਰਿਆ ਭਰਿਆ ਕਰਨ ਵਾਲਾ ਉਹਦਾ ਧਿਆਨ ਧਰ। ਸੋ ਇਹ ਜਿਹੜੇ ਧਰਮ ਨੇ ਪੰਜਾਬ ਦੇ, ਇਹਨਾਂ ਵਿੱਚ ਸਾਰਿਆਂ ਧਰਮਾਂ 'ਚ ਕੁਝ ਗੱਲਾਂ ਸਾਂਝੀਆਂ ਨੇ। ਸਿਰਫ ਮਨੁੱਖ ਜੂਨੀ ਵਿੱਚ ਇਹ ਗੱਲ ਦੱਸੀ ਜਾਂਦੀ ਹੈ ਕਿ ਪ੍ਰਮਾਤਮਾ ਹੈ। ਹੇਠਲੀਆਂ ਜੂਨੀਆਂ ਜਿਹੜੀਆਂ ਸਾਡੇ ਸਨਾਤਨ ਧਰਮ 'ਚ ਸਿੱਖ ਧਰਮ ਵਿੱਚ ਇਹ ਦੱਸੀਆਂ ਜਾਂਦੀਆਂ ਨੇ ਕਿ 83,99,999 ਜੂਨੀ ਹੈ, ਜਿਹਦੇ 'ਚੋਂ 42 ਲੱਖ ਜੂਨ ਕੇਵਲ ਪਾਣੀ ਵਿੱਚ ਹੈ, 42 ਲੱਖ ਜੂਨ ਜਿਹੜੀ ਜ਼ਮੀਨ ਤੇ ਆਕਾਸ਼ ਵਿੱਚ ਹੈ, 84 ਲੱਖ ਜੂਨ ਦਾ ਜ਼ਿਕਰ ਕੀਤਾ ਗਿਆ ਵਾਰ-ਵਾਰ। ਔਰ ਸਾਡੇ ਧਰਮਾਂ ਵਿੱਚ ਇਹ ਵੀ ਜ਼ਿਕਰ ਕੀਤਾ ਜਾਂਦਾ ਹੈ ਕਿ ਹੇ ਮਨੁੱਖ, ਤੂੰ ਸਾਰਿਆਂ ਜੂਨਾਂ ਤੋਂ ਸ੍ਰੇਸ਼ਟ ਤੇਰੀ ਜੂਨ ਹੈ, ਤੂੰ ਬੁੱਧੀ ਦੇ ਲੈਵਲ ਤੇ ਤਲ ਤੇ ਜੀ ਰਿਹਾ। ਪਰ ਮਨੁੱਖਾਂ 'ਚ ਵੀ ਜਿਹੜਾ ਬੰਦਾ ਛੇਤੀ ਹੀ ਲੱਗਦਾ ਡੰਗਰਾਂ ਵਿੱਚੋਂ ਕਨਵਰਟ ਹੋ ਕੇ ਆਇਆ ਹੋਏਗਾ, ਉਹਦੀ ਜੂਨ ਖਤਮ ਹੋਈ ਹੋਏਗੀ, ਉਹਦੀ ਬੁੱਧੀ ਵੀ ਬੜੀ ਮੋਟੀ ਠੁੱਲੀ ਹੈ। ਕੋਈ ਜਿਉਂ ਬੁੱਧ ਬਰੀਕ ਹੁੰਦੀ ਜਾਂਦੀ ਹੈ ਤੇ ਉਹ ਕਿ ਬੰਦਾ ਦੁੱਖ ਦਾ ਬਹੁਤ ਅਹਿਸਾਸ ਕਰਦਾ, ਉਹਦੇ ਵਿੱਚ ਦੁੱਖ ਜ਼ਿਆਦਾ ਘਟਣਾ ਸ਼ੁਰੂ ਹੋ ਜਾਂਦਾ ਜਿੰਨਾ ਬੰਦਾ ਸੈਂਸਿਟਿਵ ਬਣਦਾ ਜਾਂਦਾ। ਅੱਜ ਡਿਪਰੈਸ਼ਨ ਦੀ ਵੀ ਜਿਹੜੀ ਹਾਲਾਤ ਵੱਧ ਰਹੀ ਹੈ, ਉਹਦੇ ਬਾਰੇ ਵੀ ਡਾਕਟਰ ਦੇ ਰਹਿ ਵੀ ਜਿੰਨੇ ਵੀ ਸੈਂਸਿਟਿਵ ਬ੍ਰੇਨ ਨੇ ਦੂਰ ਅੰਦੇਸ਼ੀ ਨਾਲ ਸੋਚਦੇ ਨੇ, ਗਹਿਰਾਈ ਵਿੱਚ ਜਾ ਕੇ ਸੋਚਣਾ ਸ਼ੁਰੂ ਕਰ ਦਿੰਦੇ ਨੇ, ਉਹ ਇਸੀ ਮਾਰਥ ਲਿਆ ਦਿੰਦੇ ਨੇ। ਇਸ ਕਰਕੇ ਗੁਰੂ ਪਾਤਸ਼ਾਹ ਰਹਿਮਤ ਕਰ ਕਹਿਣ ਤੋਂ ਭਾਵ ਬੁੱਧੀ ਜਿਹੜੀ ਸਾਨੂੰ ਮਿਲੀ ਸੀ ਉਹ ਕਾਹਦੇ ਲਈ ਮਿਲੀ ਸੀ? ਇਹ ਇੱਕ ਵਿਸ਼ੇਸ਼ ਚੀਜ਼ ਸੀ ਜਿਹਦੇ ਕਰਕੇ ਸਾਡੇ ਧਰਮਾਂ ਵਿੱਚ ਸਾਨੂੰ ਇਹ ਗੱਲ ਦੱਸੀ ਸਮਝਾਉਂਦੀ ਹੈ ਕਿ ਹਰ ਧਰਮ ਵਿੱਚ ਇੱਕ ਗੱਲ ਕਾਮਨ ਨਿਕਲਦੀ ਹੈ ਕਿ ਪਰਮਾਤਮਾ ਹੈ। ਧਰਮ ਸ਼ੁਰੂ ਇੱਥੋਂ ਕੀਤਾ ਜਾਂਦਾ, ਚਾਹੇ ਸਨਾਤਨ ਧਰਮ ਹੈ, ਚਾਹੇ ਖਾਲਸਾ ਪੰਥ ਹੈ, ਚਾਹੇ ਈਸਾਈਅਤ ਹੈ, ਚਾਹੇ ਮੁਸਲਮਾਨ ਹੈ। ਇਸ ਗੱਲ ਤੋਂ ਧਰਮ ਦੇ ਜਿੰਨੇ ਵੀ ਪੈਗੰਬਰ ਆਉਂਦੇ ਨੇ, ਪੈਗੰਬਰ ਕਹਿੰਦੇ ਨੇ ਜਿਨ੍ਹਾਂ ਨੂੰ ਪੈਗਾਮ ਉਤਰਦਾ, ਖਾਸ ਮੈਸੇਜ ਪਾਸ ਹੁੰਦੇ ਹਨ, ਉਹਨਾਂ ਨੂੰ ਪੈਗੰਬਰ ਕਿਹਾ ਜਾਂਦਾ। ਅੰਬਰ ਮੈਨੇ ਆਕਾਸ਼ ਹੁੰਦਾ, ਪੈਗੰਬਰ ਜਿਨ੍ਹਾਂ ਨੂੰ ਕੋਈ ਪੈਗਾਮ ਉਤਰਦਾ ਹੈ, ਜਿਹਨੂੰ ਅਸੀਂ ਕਹਿੰਦੇ ਆਕਾਸ਼ ਬਾਣੀ ਹੁੰਦੀ ਹੈ, ਉਹਨਾਂ ਦੀ ਬੁੱਧੀ ਕਿਸੇ ਖਾਸ ਥਾਂ ਤੇ ਚਲੇ ਜਾਂਦੀ ਹੈ, ਜਿੱਥੇ ਜਾ ਕੇ ਉਹ ਆਪਣੇ ਆਪ ਨੂੰ ਸੁੰਨ ਅਵਸਥਾ 'ਚ ਜਾ ਕੇ ਉਹਨਾਂ ਨੂੰ ਇੱਕ ਨਵੀਂ ਚੀਜ਼ ਉਤਰਦੀ ਹੈ। ਇਸ ਗੱਲ ਵਿੱਚ ਇੱਕ ਵਿਦਵਾਨ ਦੀ ਰਾਏ ਸੀ ਕਿ ਇੱਕ ਰਾਜੇ ਨੇ ਜਿਹੜੇ ਨੇ ਉਹਦੇ ਕੋਲ ਇੱਕ ਪੋਸਟ ਵੇਕੈਂਟ ਹੋਈ ਇੱਕ ਚਿੱਤਰਕਾਰ ਦੀ। ਉਹਨਾਂ ਸਾਰੇ ਆਪਣੇ ਦੇਸ਼ ਵਿੱਚ ਜਿਵੇਂ ਅਸੀਂ ਐਡਵਰਟਾਈਜ਼ਮੈਂਟ ਕਰਦੇ ਹਾਂ ਕਿ ਇੱਕ ਪੋਸਟ ਹੈ ਚਿੱਤਰਕਾਰ ਦੀ, ਜਿੰਨੇ ਵੀ ਚਿੱਤਰਕਾਰ ਨੇ ਆਪਣਾ ਹੁਨਰ ਆ ਕੇ ਦਿਖਾ ਲੈਣ ਤਾਂ ਕਿ ਉਹਨੂੰ ਸਿਲੈਕਟ ਕੀਤਾ ਜਾਵੇ। ਜਦੋਂ ਉਹਨੇ ਇੱਕ ਥਾਂ ਬਣਾ ਦਿੱਤਾ, ਉਹਦੇ 'ਚ ਪਰਦਾ ਲਾ ਕੇ 2 ਕੰਧਾਂ ਦੇ ਉੱਤੇ ਚਿੱਤਰਕਾਰੀ ਕਰਨ ਨੂੰ ਹੁਕਮ ਕਰ ਦਿੱਤਾ। ਬੜੇ ਚਿੱਤਰਕਾਰ ਆਏ, ਦੇਖਿਆ ਜਾਂਦਾ ਸਿਲੈਕਟ ਨਹੀਂ ਹੋ ਰਹੇ। ਇੱਕ ਵਾਰ ਕੁਦਰਤੀ 2 ਚਿੱਤਰਕਾਰ ਆਏ। ਇੱਕ ਚਿੱਤਰਕਾਰ ਨੇ ਆਪਣੀ ਕੰਧ ਦੇ ਉੱਤੇ ਮਹਾਂਭਾਰਤ ਦੇ ਬੜੇ ਰੰਗੀਨ ਚਿੱਤਰ ਭਰ ਦਿੱਤੇ, ਬਹੁਤ ਹੀ ਮਿਹਨਤ ਕਰਕੇ ਉਹਨਾਂ ਭਰੇ। ਤੇ ਦੂਸਰਾ ਜਿਹੜਾ ਚਿੱਤਰਕਾਰ ਸੀ ਉਹ ਨਾ ਆਪਣੀ ਕੰਧ ਸਾਫ਼ ਕਰਨੀ ਸ਼ੁਰੂ ਕੀਤੀ। ਇੰਨੀ ਕੰਧ ਸਾਫ਼ ਕਰਦਾ ਗਿਆ, ਇੰਨੀ ਕੰਧ ਸਾਫ਼ ਕਰ ਗਿਆ, ਕੰਧ ਦਾ ਹੀ ਸ਼ੀਸ਼ਾ ਬਣਾ ਦਿੱਤਾ। ਉਹ ਚਿੱਤਰ ਬਣਾਉਂਦਾ ਰਿਹਾ, ਉਹ ਕੰਧ ਸਾਫ਼ ਕਰਦਾ ਰਿਹਾ। ਜਦੋਂ ਰਾਜੇ ਨਾਲ ਮੁਆਇਨਾ ਕਰਨ ਆਇਆ, ਰਾਜੇ ਨੂੰ ਪਹਿਲਾਂ ਉਹ ਦਿਖਾਇਆ ਗਿਆ ਜਿਹੜੇ ਚਿੱਤਰਕਾਰ ਨੇ ਚਿੱਤਰਕਾਰੀ ਸਹੀ ਕੀਤੀ ਹੋਈ ਸੀ। ਜਦੋਂ ਉਹਨੇ ਚਿੱਤਰਕਾਰ ਉਹਦੇ ਦੇਖੀ ਚਿੱਤਰ ਤੇ ਉਹ ਆਂਦਾ ਵੀ ਬਹੁਤ ਅੱਛਾ ਚਿੱਤਰਕਾਰ ਅੱਛਾ। ਹੁਣ ਜਾਨੂੰ ਵਜ਼ੀਰ ਕਹਿੰਦੇ ਜਿਵੇਂ ਦੂਸਰਾ ਵੀ ਆਂਦੇ ਪਾਸੇ ਉਹਦਾ ਵੀ ਦੇਖ ਲਓ ਕਿ ਜਿਹੜਾ ਸੈਂਟਰ 'ਚ ਪੜਦਾ ਸੀ ਉਹ ਪੜਦਾ ਚੁੱਕ ਦਿੱਤਾ ਗਿਆ।
ਜਦੋਂ ਪੜਦਾ ਚੁੱਕਿਆ ਗਿਆ ਤੇ ਉੱਥੇ ਕੁਛ ਨਹੀਂ ਸੀ। ਉਸ ਚਿੱਤਰਕਾਰੀ ਦੀ ਰਿਫਲੈਕਸ਼ਨ ਉਸ ਪਰਦੇ ਤੇ ਪੈ ਰਹੀ ਹੈ ਦੂਜੀ ਕੰਧ ਤੇ ਉਹ ਤੋਂ ਵੀ ਸਾਫ਼ ਚਿੱਤਰ ਲੱਗਣ ਲੱਗ ਪਏ, ਇੱਕੋ ਹੀ ਰੰਗ, ਇੱਕੋ ਹੀ ਡਿਜ਼ਾਈਨ। ਹੁਣ ਇਹ ਨਹੀਂ ਰਾਜੇ ਨੂੰ ਪਤਾ ਲੱਗਦਾ ਵੀ ਇਹ ਕੰਧ ਤੇ ਚਿੱਤਰਕਾਰੀ ਨਹੀਂ ਹੋਈ, ਵੀ ਇਹ ਸਾਫ਼ ਕੀਤੀ ਹੋਈ ਹੈ। ਤੇ ਸਿਰਫ ਜਦੋਂ ਰਾਜੇ ਨੇ ਉਹ ਦੇਖੀ ਚਿੱਤਰਕਾਰੀ ਤੇ ਰਾਜਾ ਬੜਾ ਆਂਦਾ ਵੀ ਤੇਰੇ ਤੇ ਕਲਰ ਬਹੁਤ ਹੀ ਸਾਫ਼ ਆ ਰਹੇ, ਤੇਰੀ ਸਫਾਈ ਬੜੀ ਹੈ। ਉਹ ਫਿਰ ਬਾਅਦ ਚ ਉਹਨੂੰ ਕਹਿੰਦਾ ਕਿ ਬਾਦਸ਼ਾਹ ਸਲਾਮ, ਮੈਂ ਕੁਛ ਕਲਰ ਨਹੀਂ ਦਿੱਤੇ, ਮੈਂ ਆਪਣੀ ਕੰਧ ਹੀ ਸਾਫ਼ ਕੀਤੀ। ਗਿਆਨ ਦੋ ਕਿਸਮ ਦਾ ਹੁੰਦਾ, ਇੱਕ ਅਸੀਂ ਬਾਹਰੋਂ ਇਕੱਠਾ ਕਰਦੇ ਹਾਂ। ਪਹਿਲੇ ਚਿੱਤਰਕਾਰ ਨੇ ਚਿੱਤਰਕਾਰੀ ਬਾਹਰੋਂ ਇਕੱਠੀ ਕੀਤੀ ਹੋਈ ਸੀ, ਦੂਸਰੇ ਚਿੱਤਰਕਾਰ ਨੇ ਚਿੱਤਰਕਾਰੀ ਨਹੀਂ ਸੀ ਕੀਤੀ ਹੋਈ, ਆਪਣੀ ਕੰਧ ਸਾਫ਼ ਕੀਤੀ ਹੋਈ ਸੀ। ਜਿਵੇਂ ਕਬੀਰ ਹੋਰੀ ਨੇ, ਰਮਦਾਸ ਹੋਰੀ ਨੇ ਜਾਂ ਕ੍ਰਿਸ਼ਨ ਜੀ ਨੇ, ਇਹਨਾਂ ਦਾ ਅੰਦਰ ਇੰਨਾ ਸਾਫ਼ ਸੀ, ਉਸ ਸਾਫ਼ ਅੰਦਰ ਵਿੱਚ ਉਹ ਚੀਜ਼ ਉਤਰਨੀ ਹੁੰਦੀ ਹੈ, ਗੰਦੇ ਅੰਦਰ 'ਚ ਉਹ ਚੀਜ਼ ਨਹੀਂ ਉਤਰਦੀ। ਇਸ ਕਰਕੇ ਇਹਨਾਂ ਨੂੰ ਫਿਰ ਅਸੀਂ ਗ੍ਰੰਥ ਦੀ ਸ਼ਕਲ ਦਿੰਦੇ ਹਾਂ, ਇਹਨਾਂ ਨੂੰ ਇੱਕ ਸਤਿਕਾਰਯੋਗ ਚੀਜ਼ ਰੱਖਦੇ ਹਾਂ। ਉਹਨਾਂ ਵਿੱਚ ਇਹ ਸਾਰੀ ਗੱਲ ਦਰਸਾਈ ਹੋਈ ਹੈ ਗ੍ਰੰਥਾਂ 'ਚ ਕਿ ਪਰਮਾਤਮਾ ਹੈ ਇੱਕ ਗੱਲ, ਦੂਸਰੀ ਮਨੁੱਖ ਜੂਨੀ ਵਾਸਤੇ ਕੁਝ ਖਾਸ ਵਿਸ਼ੇਸ਼ ਹੁਕਮ ਕੀਤੇ ਜਾਂਦੇ ਨੇ ਕਿ ਤੂੰ ਬੜੀ ਸ੍ਰੇਸ਼ਟ ਜੂਨ ਹੈ, ਤੂੰ ਬਹੁਤ ਲੱਖਾਂ ਕਰੋੜਾਂ ਜੂਨੀਆਂ ਦਾ ਨਾਸ ਵੀ ਕੱਟ ਸਕਦਾ ਤੇ ਇਹਨਾਂ ਨੂੰ ਪ੍ਰਫੁੱਲਿਤ ਵੀ ਕਰ ਸਕਦਾ। ਇਸ ਲਈ ਤੇਰੇ ਤੇ ਬਹੁਤ ਜ਼ਿੰਮੇਵਾਰੀ ਇਸ ਧਰਤੀ ਤੇ, ਇਸ ਧਰਤੀ ਮੇਂ ਤੇਰੀ ਸਕਦਾਰੀ ਅਵਰ ਜੋਨ ਤੇਰੀ ਪਨਹਾਰੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਤੂੰ ਇਸ ਧਰਤੀ ਦਾ ਸਰਦਾਰ ਹੈ ਤੇ ਜਿੰਨੀਆਂ ਬਾਕੀ ਜੂਨੀਆਂ ਨੇ, ਤੂੰ ਹਾਥੀ ਫੜੇ ਹੋਏ ਨੇ, ਤੂੰ ਸੱਪ ਫੜੇ ਹੋਏ ਨੇ, ਤੂੰ ਸ਼ੇਰ ਫੜੇ ਹੋਏ ਨੇ, ਤੂੰ ਸਮੁੰਦਰਾਂ ਦੀ ਗਹਿਰਾਈ ਚਲੇ ਗਿਆ, ਤੂੰ ਸਮੇਂ ਦੀ ਦੂਰੀ ਘਟਾ ਗਿਆ, ਤੂੰ ਸਫ਼ਰ ਲਾਗੇ ਕਰ ਗਿਆ, ਇੱਥੇ ਬੈਠਾ ਤੂੰ 15 ਘੰਟੇ 'ਚ ਅਮਰੀਕਾ ਪਹੁੰਚ ਜਾਣਾ। ਤੂੰ ਇਹ ਚੀਜ਼ਾਂ ਤੇਰੇ ਹੱਥ ਵੱਸ ਬਹੁਤ ਕੁਛ ਹੈ, ਪਰ ਤੂੰ ਇਸ ਦੁਨੀਆ ਤੇ ਆ ਕੇ ਕੋਈ ਐਸੇ ਮਾੜੇ ਕੰਮ ਨਾ ਕਰੀ। ਇੱਥੇ ਸ਼ੁਰੂ ਤੋਂ ਧਰਮਾਂ ਵਿੱਚ ਦੋ ਕੰਮਾਂ ਦੀ ਐਨਾਲਿਸਿਸ ਕੀਤਾ ਜਾਂਦਾ, ਇੱਕ ਪੁੰਨ ਤੇ ਇੱਕ ਪਾਪ। ਇਹ ਚੀਜ਼ਾਂ ਦੱਸੀਆਂ ਜਾਂਦੀਆਂ ਵੀ ਆਹ ਜਿਹੜੇ ਕੰਮ ਨੇ ਉਹ ਪੁੰਨ ਦੇ ਨੇ ਤੇ ਆਹ ਜਿਹੜੇ ਕੰਮ ਦੇ ਉਹ ਪਾਪ ਦੇ। ਪਸ਼ੂਆਂ ਵਿੱਚ ਨਾ ਪੁੰਨ ਹੈ ਨਾ ਪਾਪ, ਉਹਨਾਂ ਵਿੱਚ ਇਹ ਚੀਜ਼ਾਂ ਨਹੀਂ। ਉਹ ਭੋਗ ਜੂਨੀਆਂ ਮੰਨੀਆਂ ਜਾਂਦੀਆਂ ਨੇ, ਉਹ ਭੋਗਦੇ ਨੇ ਆਪਣੀ ਜੂਨ। ਇੱਕ ਜੂਨ ਭੋਗਦੇ ਨੇ, ਉਹ ਜੂਨ ਦੇ ਦੁੱਖ ਕੱਟਦੇ ਨੇ, ਫਿਰ ਮਰਦੇ ਨੇ, ਮੌਤ ਦਾ ਦੁੱਖ ਲੈਂਦੇ ਨੇ, ਫਿਰ ਦੂਜੀ ਜੂਨੀ ਜਾ ਕੇ ਪ੍ਰਫੁੱਲਿਤ ਹੁੰਦੇ ਨੇ, ਫਿਰ ਪਤਾ ਨਹੀਂ ਕਦੋਂ ਫਿਰ ਮਰਦੇ ਨੇ। ਇਸ ਤਰੀਕੇ ਨਾਲ ਸਨਾਤਨ ਧਰਮ ਤੇ ਸਿੱਖ ਧਰਮ ਇਸ ਗੱਲ ਨਾਲ ਸਹਿਮਤ ਹੈ ਕਿ ਜੇ ਤੁਸੀਂ ਹੁਣ ਚੰਗੇ ਕੰਮ ਨਾ ਕੀਤੇ, ਚੰਗਾ ਕੰਮ ਸਭ ਤੋਂ ਪਹਿਲਾਂ ਹੈ ਗੁਰੂ ਵਾਲੇ। ਸਨਾਤਨ ਧਰਮ 'ਚ ਇਸ ਗੱਲ ਨੂੰ ਬਹੁਤ ਜ਼ੋਰ ਦਿੱਤਾ ਗਿਆ ਕਿ ਹਰ ਪ੍ਰਾਣੀ ਮਾਤਰ ਨੂੰ ਇੱਥੇ ਕੋਈ ਵੀ ਤੁਸੀਂ ਵਿੱਦਿਆ ਲੈਣੀ ਹੈ, ਕੋਈ ਹੁਨਰ ਸਿੱਖਣਾ, ਕੁਛ ਵੀ ਗੱਲ ਸਿੱਖਣੀ, ਤੁਹਾਨੂੰ ਇੱਕ ਉਸਤਾਦ ਬਣਾਉਣਾ ਪੈਣਾ। ਇਸੇ ਤਰੀਕੇ ਨਾਲ ਜਿਹੜੀ ਅਧਿਆਤਮਿਕ ਵਿੱਦਿਆ ਹੈ, ਪ੍ਰਭੂ ਭਗਤੀ ਦੀ ਵਿੱਦਿਆ ਹੈ, ਉਹਦੇ ਵਿੱਚ ਵੀ ਤੁਹਾਨੂੰ ਇੱਕ ਉਸਤਾਦ ਜਾਂ ਇੱਕ ਗੁਰੂ ਥਾਪਣਾ ਪੈਣਾ। ਹੁਣ ਉਹ ਗੁਰੂ ਸਾਨੂੰ ਨਹੀਂ ਪਤਾ ਲੱਗ ਸਕਦਾ ਵੀ ਇਹਨਾਂ 'ਚ ਗੁਰੂ ਦੀ ਵਿਸ਼ੇਸ਼ਤਾ ਹੈ ਵੀ ਸਹੀ ਕਿ ਨਹੀਂ ਹੈ, ਕਿਉਂਕਿ ਉਹਦੇ ਵਿੱਚ ਉਹ ਜਿਹੜੀਆਂ ਮੇਨ ਪੁਆਇੰਟ ਦਿੱਤੇ ਨੇ। ਪਹਿਲਾ ਤਾਂ ਇਹ ਹੈ ਕਿ ਸਾਨੂੰ ਕਿਸੇ ਦੇ ਦੂਜੇ ਦੇ ਦਿਲ ਦਾ ਪਤਾ ਨਹੀਂ ਲੱਗ ਸਕਦਾ, ਇਹਦੇ ਦਿਲ ਵਿੱਚ ਹੁਣ ਕੀ ਹੈ। ਹੁਣ ਹੋਰ ਗੱਲ ਹੈ, ਥੋੜੇ ਚਿਰ ਨੂੰ ਗੱਲ ਹੋਰ ਆ ਗਈ। ਹੁਣ ਮੈਂ ਸੋਚਦਾ ਵੀ ਮੈਂ ਵਧੀਆ ਹਾਂ ਤੇ ਥੋੜੇ ਚਿਰ ਨੂੰ ਮੈਂ ਸੋਚਦਾ ਵੀ ਕਿਸੇ ਟਾਈਮ 100 ਰੁਪਇਆ ਪਿਆ, ਮੈਂ ਚੁੱਕ ਕੇ ਜਨਤਕ ਕਰ ਦਿੰਦਾ ਵੀ ਮੈਨੂੰ 100 ਰੁਪਇਆ ਲੱਭਿਆ, ਤੇ ਕਿਸੇ ਟਾਈਮ ਬੇਸ਼ੱਕ 8 ਆਨੇ ਪਏ ਹੁਣ ਉਹਦੇ ਤੇ ਮੈਂ ਪੈਰ ਰੱਖ ਕੇ ਉਹਨੂੰ ਲੁਕੋ ਲੈਣਾ ਵੀ ਮੈਂ ਕਾਹਨੂੰ ਦੱਸਣਾ, ਠੀਕ ਹੈ ਮੈਨੂੰ ਮਿਲ ਗਿਆ। ਪਰ ਇਹਦੇ ਹਰ ਸੈਕਿੰਡ ਜਿਹੜਾ ਮਨ ਜਿਹੜਾ ਤਬਦੀਲੀ ਕਰਦਾ ਜਾਂਦਾ, ਬਦਲਦਾ ਜਾਂਦਾ। ਇਸ ਕਰਕੇ ਧਰਮਾਂ ਵਿੱਚ ਇਹ ਗੱਲਾਂ ਦੱਸੀਆਂ ਜਾਂਦੀਆਂ ਨੇ। ਇੱਕ ਤਾਂ ਪਹਿਲੀ ਬੇਨਤੀ ਕੀਤੀ ਜਾਂਦੀ ਹੈ ਕਿ ਪ੍ਰਮਾਤਮਾ ਹੈ, ਦੂਸਰੀ ਮਨੁੱਖ ਜੂਨੀ ਨੂੰ ਇਹ ਕਿਹਾ ਜਾਂਦਾ ਕਿ ਕੋਈ ਵੀ ਮਨੁੱਖ ਜੀਵਨ ਵਿੱਚ ਉਹਨੂੰ ਝੂਠ ਨਹੀਂ ਬੋਲਣਾ ਚਾਹੀਦਾ। ਡੰਗਰਾਂ ਵਿੱਚ ਸ਼ਬਦਾਵਲੀ ਨਹੀਂ ਹੈ, ਅੱਖਰ ਨਹੀਂ ਹੈ, ਬੋਲੀ ਹੈ। ਉਹ ਆਪੋ ਆਪਣੀ ਬੋਲੜੀ, ਜਿਵੇਂ ਕਹਿ ਲਓ ਤੁਸੀਂ ਚਿੜੀ ਦੀ ਬੋਲੀ ਹੈ, ਤੁਸੀਂ ਕੁੱਕੜ ਦੀ ਬੋਲੀ, ਉਹ ਤੁਸੀਂ ਬੋਲੀਆਂ ਉਹਨਾਂ 'ਚ ਹੈ, ਪਰ ਉਹ ਅੱਖਰ ਬਣਾ ਕੇ ਗੱਲ ਨਾ ਸਮਝਾ ਸਕਦੇ, ਨਾ ਅਸੀਂ ਉਹਨਾਂ ਦੀ ਗੱਲ ਸਮਝ ਸਕਦੇ। ਇਸ ਕਰਕੇ ਬੋਲੀਆਂ ਤਿਆਰ ਕੀਤੀਆਂ ਗਈਆਂ, ਉਸ ਤੋਂ ਬਾਅਦ ਅੱਖਰਾਂ ਦੀ ਬਣਤਰ ਬਣਾਈ ਗਈ, ਉਹ ਉਹਦੇ 'ਚ ਗੁੰਦੀਆਂ ਗਈਆਂ ਚੀਜ਼ਾਂ ਹੌਲੀ ਹੌਲੀ ਉਹ ਗ੍ਰੰਥਾਂ ਦੀ ਸ਼ਕਲ 'ਚ ਆਏ। ਅੱਗੇ ਵਿਦਿਆ ਦੇ ਮਿਆਰ ਵਿੱਚ ਉਹ ਚੀਜ਼ਾਂ ਆਈਆਂ। ਸੋ ਅੱਜ ਜਿਹੜੇ ਧਰਮ ਦੇ ਮੇਨ ਪੁਆਇੰਟ ਨੇ, ਉਹ ਦੂਸਰਾ ਪੁਆਇੰਟ ਹੈਗਾ ਵੀ ਕਦੇ ਵੀ ਕਿਸੇ ਬੰਦੇ ਨੇ ਝੂਠ ਨਹੀਂ ਬੋਲਣਾ। ਕਿੱਡੀ ਵੱਡੀ ਗੱਲ ਹੈ, ਕਿਉਂਕਿ ਝੂਠ ਤੁਸੀਂ ਇੱਕ ਵਾਰ ਬੋਲ ਦੋ, ਉਹਨੂੰ ਤੁਸੀਂ 1000 ਝੂਠ ਬੋਲ ਬੋਲ ਕੇ ਸੱਚ ਕਰਨ ਦਾ ਸਾਬਤ ਕਰੋਗੇ। ਝੂਠ ਕਦੇ ਵੀ ਸੱਚ ਸਾਬਤ ਨਹੀਂ ਹੋ ਸਕੇਗਾ।
ਤੇ ਸੱਚ ਨੂੰ ਇੱਕ ਵਾਰ ਬੋਲਣ ਤੋਂ ਬਾਅਦ ਉਹਦੀ ਕੋਈ ਉਦਾਹਰਣ ਦੇਣ ਦੀ ਲੋੜ ਨਹੀਂ, ਸੱਚ ਸੱਚ। ਦੂਸਰੀ ਗੱਲ ਸੀ ਕਿ ਧਰਮ ਵਿੱਚ ਇਹ ਗੱਲ ਮਨੁੱਖ ਨੂੰ ਦੱਸੀ ਗਈ ਸੀ, ਸਾਡੇ ਇਸਲਾਮ ਵਿੱਚ ਤੇ ਸਨਾਤਨ ਤੇ ਸਿੱਖ ਧਰਮ ਵਿੱਚ ਵੀ ਨਸ਼ੇ ਨਹੀਂ ਬੰਦੇ ਨਾਲ ਲੈਣੇ, ਬੰਦੇ ਨਾਲ ਨਸ਼ਾ ਕੋਈ ਵੀ ਨਹੀਂ ਲੈਣਾ। ਇਹਦੇ ਕੋਲ ਬੜੇ ਅੱਗੇ ਬੜੇ ਨਸ਼ੇ ਨੇ। ਇਹਦੇ ਕੋਲ ਪੈਸੇ ਦਾ ਨਸ਼ਾ ਹੈ, ਮਾਇਆ ਦਾ, ਜਵਾਨੀ ਦਾ, ਜਾਤ ਦਾ। ਹਜੇ ਸਾਡੇ ਹਿੰਦੁਸਤਾਨ 'ਚ ਜਾਤ ਦਾ ਨਸ਼ਾ ਹੁੰਦਾ। ਇਹਦੇ ਵਿੱਚ ਜਿਹੜਾ ਕੋਈ ਕਿਸੇ ਕੋਲ ਮਾੜੀ ਮੋਟੀ ਹੈਗੀ ਹੁਨਰ, ਕੋਈ ਮਕੈਨਿਕ ਹੈ ਜਾਂ ਕੋਈ ਬਹੁਤ ਵੱਡਾ ਕੋਈ ਕਵੀ ਹੈ, ਇਹਦੇ ਕੋਲ ਅੱਗੇ ਹੀ ਇੰਨੇ ਨਸ਼ੇ ਨੇ ਵੀ ਇਹਨੂੰ ਜਿਹੜਾ ਡਰੱਗਸ ਨੇ ਜਿਹੜੀ ਇਹਦੀ ਬੁੱਧੀ ਨੂੰ ਵਿਚਲਿਤ ਕਰ ਜਾਂਦੇ ਨੇ, ਐਸੇ ਨਸ਼ੇ ਦੀ ਬੰਦੇ ਨੂੰ ਕੋਈ ਵੀ ਲੋੜ ਨਹੀਂ। ਔਰ ਇਹਦੇ ਕੋਲ ਤੰਦਰੁਸਤੀ ਦਾ ਨਸ਼ਾ ਹੈ ਜਿਹੜਾ ਬਹੁਤ ਹੀ ਮੇਨ ਨਸ਼ਾ ਹੈ। ਇਹ ਗੱਲ ਧਰਮ ਵਿੱਚ ਪੱਕੀ ਕੀਤੀ ਗਈ। ਇੱਕ ਧਰਮ ਵਿੱਚ ਸਾਰਿਆਂ 'ਚ ਇਹ ਗੱਲ ਵੀ ਪੱਕੀ ਕੀਤੀ ਗਈ ਕਿ ਜ਼ਿੰਦਗੀ ਵਿੱਚ ਕਦੇ ਵੀ ਕਿਸੇ ਦਾ ਬੁਰਾ ਨਹੀਂ ਕਰਨਾ, ਜ਼ਿੰਦਗੀ ਵਿੱਚ ਕਦੇ ਵੀ ਕਿਸੇ ਦਾ ਬੁਰਾ ਨਾ ਸੋਚਣਾ ਨਾ ਕਰਨਾ, ਨਾ ਬੁਰਾ ਬੋਲਣਾ, ਨਾ ਬੁਰਾ ਦੇਖਣਾ, ਨਾ ਬੁਰਾ ਸੁਣਨਾ। ਇਹ ਵੀ ਧਰਮ ਵਿੱਚ ਗੱਲ ਕੀਤੀ ਗਈ। ਇੱਕ ਗੱਲ ਕੀਤੀ ਗਈ ਕਿ ਜੀਵਨ ਕਾਲ ਵਿੱਚ, ਇਹ ਤਿੰਨਾਂ ਧਰਮਾਂ ਦੀ ਮੈਂ ਗੱਲ ਕਰਦਾ, ਈਸਾਈਅਤ ਦੀ ਨਹੀਂ ਮੈਂ ਕਰਦਾ, ਇਹਦੇ 'ਚ ਇਸਲਾਮ ਦੀ ਤੇ ਸਨਾਤਨ ਧਰਮ ਦੀ ਤੇ ਸਿੱਖ ਧਰਮ ਦੀ। ਜੀਵਨ ਕਾਲ ਵਿੱਚ ਹਰ ਮੇਲ ਤੇ ਫੀਮੇਲ ਇਹ ਕੁਦਰਤ ਦੇ ਕ੍ਰਿਸ਼ਮੇ। ਈਸਾਈ ਇਸ ਗੱਲ ਨੂੰ ਇੱਦਾਂ ਮੰਨਦੇ ਆ, ਸਾਡੇ ਧਰਮ ਇਸ ਗੱਲ ਨੂੰ ਇੱਦਾਂ ਨਹੀਂ ਮੰਨਦੇ ਕਿ ਪਹਿਲਾਂ ਪਰਮਾਤਮਾ ਨੇ, ਅੱਲਾ ਨੇ ਜਾਂ ਉਸ ਪ੍ਰਭੂ ਨੇ ਇੱਕ ਜੋੜਾ ਤਿਆਰ ਕੀਤਾ। ਉਹ ਧਰਤੀ ਦੀ ਕੰਸਟਰਕਸ਼ਨ ਇੱਦਾਂ ਮੰਨਦੇ ਨੇ ਤੇ ਗੁਰੂ ਨਾਨਕ ਪਾਤਸ਼ਾਹ ਇਹਨੂੰ ਹੁਕਮ ਵਿੱਚ ਮੰਨਦੇ ਨੇ। ਇਹ ਆਪੋ ਆਪਣੇ ਧਰਮਾਂ ਦੇ ਰਿਸ਼ੀਆਂ ਮੁਨੀਆਂ ਦੀ ਸੋਚ ਹੈ, ਡਾਇਗਨੋਜ਼ ਹੈ ਵੀ ਖੜੇ ਕਿੱਦਾਂ ਹੋ ਗਿਆ ਸਾਰਾ, ਇੰਨੀਆਂ ਜੂਨੀਆਂ ਕਿੱਦਾਂ ਬਣ ਗਈਆਂ, ਐਦਾਂ ਰੁੱਖ ਕਿੱਦਾਂ ਬਣ ਗਏ, ਇਹ ਧਰਤੀ ਸਟੇਬਲ ਕਿਵੇਂ ਹੋਈ, ਇਹ ਸੂਰਜ ਕਿੱਧਰ ਤੁਰਿਆ ਜਾਣ ਡਿਆ, ਇਹ ਇੰਨੀ ਹੀਟ ਕਿਉਂ ਛੱਡਦਾ। ਇਹ ਜਿੰਨੇ ਵੀ ਬੁੱਧੀ ਵਾਲੇ ਬੰਦੇ ਸੀ ਇਹਨਾਂ ਗੱਲਾਂ ਨੂੰ ਖੋਜਣਾ ਸ਼ੁਰੂ ਕੀਤਾ, ਪਰ ਇਹਨਾਂ ਨੂੰ ਕਿਸੇ ਵੀ ਗੱਲ ਦਾ ਪੂਰੇ ਤਰੀਕੇ ਨਾਲ ਪਤਾ ਨਹੀਂ, ਹਜੇ ਤੱਕ ਨਹੀਂ ਲੱਗਾ। ਕਿੱਡੀ ਵੱਡੀ ਕੁਦਰਤ ਹੈ, ਇਹ ਕਿੰਨੀਆਂ ਗਲੈਕਸੀਆਂ ਨੇ, ਕਿੰਨੇ ਬ੍ਰਹਿਮੰਡ ਨੇ। ਇਸ ਕਰਕੇ ਧਰਮ ਇਹ ਕਹਿ ਰਿਹਾ ਵੀ ਤੂੰ ਕਦੇ ਵੀ ਕਿਸੇ ਦਾ ਬੁਰਾ ਨਹੀਂ ਕਰਨਾ, ਜੇ ਕਰਨਾ ਤੇ ਭਲਾ ਕਰਨਾ, ਜੇ ਭਲਾ ਨਹੀਂ ਕਰਨਾ ਤੇ ਕਦੇ ਵੀ ਬੁਰਾ ਨਹੀਂ ਕਰਨਾ। ਕਿਉਂਕਿ ਉਹਦੇ ਵਿੱਚ ਇੱਕ ਉਹਨੇ ਥਿਊਰੀ ਬਣਾ ਦਿੱਤੀ ਹੈ ਵੀ ਇਹ ਤੇਰੀ ਜੂਨ ਵਿੱਚ ਇੱਕ ਸਿਸਟਮ ਲੱਗ ਗਿਆ ਵੀ ਤੂੰ ਜੋ ਬੀਜਦਾ ਹੈ ਤੈਨੂੰ ਉਹ ਵੱਢਣਾ ਪਏਗਾ। ਆਪੇ ਬੀਜ ਆਪੇ। ਇੱਕ ਬੰਦਾ ਕਿੱਕਰ ਬੀਜਦਾ, ਉਹਨੂੰ ਕੰਡੇ ਲੱਗ ਜਾਂਦੇ ਸਮੇਂ ਨਾਲ, ਉਹ ਵੀ ਜੇ ਬੂਟਾ ਪ੍ਰਫੁੱਲਤ ਹੋ ਗਿਆ। ਦੂਸਰਾ ਬੰਦਾ ਕਮਾਦ ਲਾਉਂਦਾ, ਉਹਦੇ 'ਚ ਗੰਨਿਆਂ 'ਚ ਰੋਹ ਪੈਦਾ ਹੋ ਜਾਏਗੀ। ਜੋ ਬੀਜੇਗਾ ਉਹ ਵੱਢੇ। ਇਹ ਗੱਲ ਬੜੀ ਜ਼ੋਰਦਾਰ ਤਰੀਕੇ ਨਾਲ ਕਹੀ ਹੈ। ਇਸਤਰੀ ਆਪਣਾ ਬੀਜ ਬੀਜਦੀ ਹੈ, ਬੱਚੀ ਆਪਣਾ ਬੀਜ ਬੀਜਦੀ ਹੈ ਤੇ ਮਨੁੱਖ ਆਪਣਾ, ਹਰ ਬੰਦਾ ਆਪਣਾ ਬੀਜ ਬੀਜਦਾ ਜਦੋਂ ਤੋਂ ਸੈਂਸ ਵਿੱਚ ਡਿਵੈਲਪ ਹੋ ਜਾਂਦੀ। ਉਸ ਤੋਂ ਬਾਅਦ ਇਹ ਧਰਮ ਕਹਿ ਰਿਹਾ ਵੀ ਤੂੰ ਕਦੇ ਵੀ ਮਾੜਾ ਨਹੀਂ ਕਰਨਾ। ਤੈਨੂੰ ਚੰਗੇ ਦੱਸ ਦਿੱਤਾ, ਮਾੜੇ ਦੱਸ ਦਿੱਤੇ। ਨਸ਼ੇ ਪੀਣੇ ਮਾੜੇ ਹੈ, ਕਿਸੇ ਦਾ ਹੱਕ ਖਾਣਾ ਮਾੜਾ ਹੈ। ਤੂੰ ਕਦੇ ਵੀ ਜ਼ਿੰਦਗੀ 'ਚ ਕਿਸੇ ਦਾ ਹੱਕ ਖਾਣ ਦਾ ਯਤਨ ਨਹੀਂ ਕਰਦਾ, ਠੱਗੀ ਨਹੀਂ ਮਾਰਦਾ, ਚੋਰੀ ਨਹੀਂ ਕਰਦਾ। ਇਹ ਕੰਮ ਪਸ਼ੂਆਂ ਪੰਛੀਆਂ ਵਿੱਚ ਨਹੀਂ ਹੈ। ਤੂੰ ਇਹਨਾਂ ਦਾ ਸਰਦਾਰ ਹੈ, ਤੂੰ ਐਸੇ ਕੰਮ ਨਹੀਂ ਕਰਦਾ। ਇਹਦੇ ਨਾਲ ਨਾਲ ਇੱਕ ਹੋਰ ਵੱਡੀ ਗੱਲ ਧਰਮ ਵਿੱਚ ਦੱਸੀ ਗਈ, ਈਸਾਈ ਧਰਮ ਨੂੰ ਛੱਡ ਕੇ, ਕਿ ਤੇਰਾ ਜਿੰਨਾ ਤੱਕ ਸ਼ਾਦੀ ਨਹੀਂ ਹੁੰਦੀ, ਹਿੰਦੂ ਧਰਮ ਅਨੁਸਾਰ ਵਿਵਾਹ ਨਹੀਂ ਹੁੰਦਾ, ਸਿੱਖ ਸਮਾਜ ਵਿੱਚ ਆਨੰਦ ਕਾਰਜ ਨਹੀਂ ਕੀਤਾ ਜਾਂਦਾ, ਉਦੋਂ ਤੱਕ ਲੜਕੀ ਤੇ ਲੜਕਾ ਆਪਣੇ ਸਰੀਰ ਨੂੰ ਕਿਸੇ ਸੰਜਮ ਵਿੱਚ ਰੱਖਣ। ਉਹਦਾ ਮੇਨ ਪੁਆਇੰਟ ਅੱਗੇ ਆ ਜਾਣਾ ਵੀ ਤੂੰ ਮਰਨਾ ਪੈਣਾ ਤੇ ਮਰਨ ਤੋਂ ਬਾਅਦ ਤੈਨੂੰ ਇਹ ਸਾਰੀ ਚੀਜ਼ਾਂ ਦਾ ਲੇਖਾ ਦੇਣਾ ਪੈਣਾ, ਔਰ ਤੂੰ ਜੀਵਨ ਦੇ ਕਾਲ ਵਿੱਚ ਨੰਗਾ ਤੇ ਖਾਲੀ ਆਣਾ ਤੇ ਨੰਗਾ ਤੇ ਖਾਲੀ ਇੱਥੋਂ ਤੁਰ ਜਾਣਾ। ਇਸ ਕਰਕੇ ਤੂੰ ਇਸ ਧਰਤੀ ਤੇ ਵਧੀਆ ਮਾਹੌਲ ਪੈਦਾ ਕਰਨ ਵਾਸਤੇ ਆਇਆ, ਦੇਵਤਾ ਬਣਨ ਵਾਸਤੇ ਆਇਆ, ਤੂੰ ਇੱਥੇ ਗਲਤ ਕੰਮ ਨਹੀਂ ਕਰਨਾ। ਇਸ ਲਈ ਗੁਰੂ ਪਿਆਰਿਓ, ਇਹ ਹੈ ਮੇਨ ਪੁਆਇੰਟ ਕਿ ਲੜਕੀ ਤੇ ਲੜਕੇ ਨਾਲ ਕਰੈਕਟਰ ਮੇਨਟੇਨ ਰੱਖਣਾ। ਕਦੀ ਐਸੀ ਹਰਕਤ ਨਹੀਂ ਕਰਨੀ, ਆਪਣੇ ਸਮਾਜ ਦੀ ਉਲੰਘਣਾ ਨਹੀਂ ਕਰਨੀ, ਆਪਣੀ ਸਭਿਅਤਾ ਦਾ ਉਲੰਘਣਾ ਨਹੀਂ ਕਰਨੀ। ਜਦੋਂ ਆਪਣੇ ਧਰਮ ਦੇ ਕਾਇਦੇ ਅਨੁਸਾਰ ਉਹਨਾਂ ਦੇ ਆਨੰਦ ਕਾਰਜ ਤੋਂ ਉਹਨਾਂ ਦਾ ਵਿਵਾਹ ਪੜਿਆ ਜਾਏ, ਉਸ ਤੋਂ ਬਾਅਦ ਉਹਨੇ ਪਤੀ ਤੇ ਸਤੀ ਵਰਤਾ ਧਰਮ 'ਚ ਪੱਕੀਆਂ ਰਹਿਣਾ। ਪਤਨੀ ਨੇ ਆਪਣੇ ਪਤੀ ਤੇ ਸਿਦਕ ਰੱਖਣਾ,
ਤੇ ਪਤਨੀ ਨੇ ਆਪਣੇ ਪਤੀ ਤੇ ਪਤੀ ਨੇ ਆਪਣੀ ਪਤਨੀ ਤੇ ਸਿੱਧਕ ਰੱਖਣਾ ਸਾਰੀ ਜ਼ਿੰਦਗੀ, ਐਸੀ ਗਲਤੀ ਨਹੀਂ ਕਰਨੀ। ਇਹ ਹੈ ਧਰਮ ਦਾ ਮੇਨ ਮੁੱਦਾ। ਇੱਕ ਅਗਲਾ ਪੁਆਇੰਟ ਹੈ ਕਿ ਜਦੋਂ ਤੂੰ ਮਰ ਜਾਏਗਾ ਉਹ ਤੋਂ ਬਾਅਦ ਤੇਰਾ ਇੱਕ ਹਿੱਸਾ ਬਾਡੀ ਚੋਂ ਨਿਕਲ ਕੇ ਅੱਗੇ ਤੁਰ ਪਏਗਾ। ਹਿੰਦੂ ਧਰਮ ਚ ਉਹਨੂੰ 1 ਸਾਲ ਦਾ ਸਮਾਂ ਦਿੱਤਾ ਗਿਆ, ਦੇਵਲੋਕ ਦਿੱਤਾ ਗਿਆ, ਪਿਤਰਲੋਕ ਕੀਤੇ ਗਏ ਨੇ। ਦੇਵਲੋਕ ਤੋਂ ਬਾਅਦ ਉਹਨੂੰ ਧਰਮਰਾਜ ਦੇ ਜਾਂ ਪੁਰੀਆਂ ਵਿੱਚ ਭੇਜਿਆ ਗਿਆ ਕਿ ਆ ਇੰਦਰਪੁਰੀ ਹੈ, ਆ ਸ਼ਿਵਪੁਰੀ ਹੈ, ਆ ਵਿਸ਼ਨੂਪੁਰੀ ਹੈ। ਹੁਣ ਅਸੀਂ ਇਹਨਾਂ ਤੇ ਕਿੰਤੂ ਨਹੀਂ ਕਰ ਸਕਦੇ। ਜੇ ਸਾਨੂੰ ਮੰਨਣ ਵਾਲਾ ਨਹੀਂ ਯਕੀਨ ਤੇ ਅਸੀਂ ਇਹ ਨਹੀਂ ਕਹਿ ਸਕਦੇ ਵੀ ਗਲਤ ਹੈ। ਜੇ ਤੁਸੀਂ ਸੱਚ ਨਹੀਂ ਕਹਿਣਾ ਤੁਸੀਂ ਗਲਤ ਵੀ ਨਹੀਂ ਕਹਿ ਸਕਦੇ, ਕਿਉਂਕਿ ਤੁਹਾਡਾ ਤਜਰਬਾ ਕੋਈ ਨਹੀਂ। ਪਰ ਇੱਕ ਗੱਲ ਜ਼ਰੂਰ ਹੈ ਵੀ ਇਹ ਗੱਲਾਂ ਜੇ ਤੁਸੀਂ ਸਾਰੇ ਆਪਾਂ ਸਾਰੇ ਮਨੁੱਖ, ਮੈਨੂੰ ਦੁੱਖ ਇਹ ਹੈ ਵੀ ਜੇ ਅੰਗਰੇਜ਼ ਸੱਚ ਬੋਲ ਸਕਦਾ ਤੇ ਭਾਰਤੀ ਬੰਦਾ ਕਿਉਂ ਨਹੀਂ ਸੱਚ ਬੋਲ ਸਕਦਾ? ਜੇ ਅੰਗਰੇਜ਼ ਬੇਈਮਾਨੀ ਨਹੀਂ ਕਰਨਾ ਚਾਹੁੰਦਾ ਤੇ ਭਾਰਤੀ ਜਾਂ ਪੰਜਾਬੀ ਬੇਈਮਾਨੀ ਕਿਉਂ ਕਰਨਾ ਚਾਹੁੰਦਾ? ਇਹ ਕੀ ਪ੍ਰੋਬਲਮ ਹੈ ਇਸ ਗੱਲ 'ਚ? ਇਸ ਕਰਕੇ ਇਹ ਹੈ ਧਰਮ ਦਾ ਮੇਨ ਮਕਸਦ, ਮਨੁੱਖ ਜੂਨੀ ਨੂੰ ਉੱਚੇ ਥਾਂ ਤੇ ਖੜਾ ਕਰਨਾ ਤਾਂ ਕਿ ਉਹਦਾ ਅਸਰ ਉਹਦੇ ਸਮਾਜ ਤੇ ਜਾ ਰਿਹਾ, ਉਹਦੀ ਆਉਣ ਵਾਲੀ ਜਨਰੇਸ਼ਨ ਤੇ ਜਾ ਰਿਹਾ, ਉਹਦੇ ਪਿਛਲੀਆਂ ਬਜ਼ੁਰਗਾਂ ਤੇ। ਕਿਸੇ ਜਾਨਵਰ ਨੂੰ ਨਹੀਂ ਪਤਾ ਵੀ ਮੇਰਾ ਦਾਦਾ ਕੌਣ ਸੀ, ਮੇਰਾ ਮਾਮਾ ਕੌਣ ਸੀ, ਮੇਰੀ ਮਾਸੀ ਕੌਣ ਹੈ। ਸਿਰਫ ਤੁਹਾਡੇ ਵਿੱਚ ਹੀ ਇਹ ਸਾਰਾ ਕੁਝ ਰੱਖਿਆ ਹੋਇਆ ਵਿਧਾਨ। ਇਸ ਕਰਕੇ ਤੁਹਾਨੂੰ ਹੀ ਮੇਨਟੇਨ ਕਰਨ ਵਾਸਤੇ ਧਰਮ ਖੜੇ ਕੀਤੇ ਗਏ ਸਨ ਤਾਂ ਕਿ ਤੁਸੀਂ ਇਸੇ ਧਰਤੀ ਤੇ ਥੋੜੇ ਦਿਨ ਆਉਣਾ ਹੈ, ਆ ਕੇ ਇੱਥੇ ਮੁੜਨਾ ਹੈ। ਅੱਗੇ ਪਤਾ ਨਹੀਂ ਤੁਹਾਨੂੰ ਕਿਹੜੇ ਪਾਸੇ ਫਿਰ ਜਾਣਾ ਪੈਣਾ। ਤੁਸੀਂ ਇਸ ਧਰਤੀ ਨੂੰ ਗੰਦੀ ਕਰਕੇ ਨਾ ਜਾਇਓ, ਇੱਥੇ ਤੁਸੀਂ ਵਧੀਆ ਮਾਹੌਲ ਕਰਕੇ ਜਾਇਓ ਤਾਂ ਕਿ ਤੁਹਾਨੂੰ ਕੋਈ ਬੰਦਾ, ਕਿਉਂਕਿ ਇੱਥੇ ਜਿਹੜੇ ਬੰਦੇ ਵਧੀਆ ਹੁੰਦੇ ਨੇ ਲੋਕ ਉਹਨਾਂ ਨੂੰ ਕਾਫੀ ਦੇਰ ਤੱਕ ਯਾਦ ਰੱਖਦੇ ਨੇ, ਤੇ ਜਿਹੜੇ ਗੰਦੇ ਕੰਮ ਕਰਦੇ ਨੇ ਲੋਕ ਉਹਨਾਂ ਨੂੰ ਉਹਨਾਂ ਦੇ ਮੂੰਹ ਤੇ ਥੁੱਕਦੇ ਜਾਂਦੇ ਨੇ। ਇਹ ਹੈ ਮੇਨ ਧਰਮ ਦਾ ਮੇਨ ਪੁਆਇੰਟ। ਅੱਗੇ ਹੈਗਾ ਮਨ ਦੀ ਪ੍ਰਕਿਰਿਆ। ਇਹਨੂੰ ਰੋਕਣ ਵਾਸਤੇ ਅਸੀਂ ਕਿਸੇ ਸ਼ਬਦ ਦਾ ਆਸਰਾ ਲੈਂਦੇ ਹਾਂ। ਜਿਵੇਂ ਇਸ ਮਨ ਨੂੰ ਤਸੱਲੀ ਦੇਣ ਵਾਸਤੇ ਤੁਸੀਂ ਫਿਲਮਾਂ ਦਾ ਆਸਰਾ ਲੈਂਦੇ ਆ, ਗਾਣਿਆਂ ਦਾ ਆਸਰਾ ਲੈਂਦੇ ਆ, ਜਾਂ ਤੁਸੀਂ ਆਪਣੇ ਸਰੀਰ ਨੂੰ ਸ਼ਿੰਗਾਰਨ ਦਾ ਆਸਰਾ ਲੈਂਦੇ ਆ, ਜਾਂ ਤੁਸੀਂ ਕੋਈ ਅਖਬਾਰ ਦਾ ਆਸਰਾ ਲੈਂਦੇ ਆ, ਜਾਂ ਤੁਸੀਂ ਹੁਣ ਮੋਬਾਈਲ ਦਾ ਆਸਰਾ ਲੈਂਦੇ ਆ। ਜਿਹੜੇ ਧਰਮ ਦੀ ਦੁਨੀਆ ਵਿੱਚ ਇਸ ਮਨ ਨੂੰ ਕੰਟਰੋਲ ਕਰਨ ਵਾਸਤੇ ਧਾਰਮਿਕ ਜਿਹੜੇ ਵਿਚਾਰ ਨੇ ਉਹਨਾਂ ਦਾ ਆਸਰਾ ਲਿਆ ਜਾਂਦਾ ਵੀ ਮੈਨੂੰ ਕੀ ਕਹਿ ਕੇ ਗਏ ਨੇ ਮੇਰੇ ਬਜ਼ੁਰਗ। ਇਸ ਕਰਕੇ ਜੇ ਅੱਜ ਹਿੰਦੁਸਤਾਨ ਦੀ ਤਰੱਕੀ ਹੋ ਸਕਦੀ ਹੈ, ਹੁਣ ਤੁਸੀਂ ਮੋਟਾ ਆਈਡੀਆ ਲਾਈਏ ਕਿ ਜੇ ਇਹ ਕੰਮ ਸਾਡੇ ਸਮਾਜ ਵਿੱਚ ਨਾ ਹੋਣ ਤੇ ਸਾਨੂੰ ਪੁਲਿਸ ਦੀ ਕੀ ਲੋੜ ਹੈ? ਸਾਨੂੰ ਜਿੰਦਰੇ ਮਾਰਨ ਦੀ ਵੀ ਕੀ ਲੋੜ ਹੈ? ਹਜੇ ਤਾਂ ਗੁਰਦੁਆਰਿਆਂ ਨੇ ਗੋਲਕਾਂ ਨੂੰ ਜਿੰਦਰੇ ਮਾਰੇ ਹੋਏ। ਹਜੇ ਕੋ ਧਰਮ ਦਾ ਸਥਾਨ ਹੈ, ਉੱਥੇ ਚੋਰ ਦਾ ਆਣਾ ਕੋਈ ਚੰਗਾ ਕੰਮ ਨਹੀਂ। ਪਰ ਉੱਥੇ ਤਾਂ ਗੁਰਦੁਆਰੇ ਦੀ ਵੀ ਚੋਰੀ ਹੋਣ ਰਹੀ ਹੈ, ਮੰਦਿਰ ਵਿੱਚ ਵੀ ਚੋਰੀ ਹੋਣ ਰਹੀ ਹੈ। ਤੇ ਧਰਮ ਕਹਿੰਦਾ ਸੀ ਜਿਹੜਾ ਚੋਰ ਕਾ ਕੀਆ ਚੰਗਾ ਨਾ, ਚੋਰ ਕੀਆ ਚੰਗਾ ਕਿਉਂ ਹੋਏ। ਧਰਮ ਤਾਂ ਕਹਿੰਦਾ ਚੋਰੀ ਕਰਨੀ ਨਹੀਂ ਹੈ, ਜੇ ਕਰੇਗਾ ਤੇ ਤੈਨੂੰ ਤੇਰੇ ਹੱਥ ਵੱਡੇ ਜਾਣੇ ਅਗਲੀ ਪ੍ਰਮਾਤਮਾ ਦੀ ਦਰਗਾਹ ਵਿੱਚ, ਜਿੱਥੇ ਤੈਨੂੰ ਸਜ਼ਾ ਮਿਲਣੀ ਜਮਾਂ ਦੀ। ਇਸ ਕਰਕੇ ਉਹਨੂੰ ਰੋਕਿਆ ਸੀ ਵੀ ਆਹ ਕੰਮ ਤੁਸੀਂ ਨਹੀਂ ਕਰਨਾ। ਹੁਣ ਇਹ ਸੱਚ ਸੋਚਿਆ ਜਾਏ ਡੀਪਲੀ, ਪਹਿਲੇ ਬੰਦੇ ਤਾਂ ਜਿਹੜੇ ਖੂਹ 'ਚ ਪੈ ਗਏ ਜਿੱਦਾਂ ਪੈ ਗਏ, ਸਾਡੇ ਬੱਚੇ ਕਿਹੜੇ ਉਹਨਾਂ ਕਿਹੜਾ ਖੂਹ ਬਣਾਉਣ ਲੱਗੇ ਹੈ। ਉਹ ਕਿਹੜੇ ਸਮੇਂ ਵਿੱਚ ਇੰਨੀ ਸਾਇੰਸ ਨਾਲ ਜਿੱਥੇ ਤਰੱਕੀ ਕੀਤੀ ਹੈ ਉੱਥੇ ਇਹਦੇ ਨਾਲ ਦਿਖਾਂਤ ਵੀ ਜ਼ਿਆਦਾ ਹੋ ਗਿਆ। ਸਾਇੰਸ ਨਾਲ ਲਗਾਤਾਰ ਸਰੀਰ ਨੂੰ ਸੁੱਖ ਦੇਣ ਦੇ ਸਾਧਨ ਕੱਢਣੇ ਸ਼ੁਰੂ ਕੀਤੇ ਵੀ ਸਰੀਰ ਸੁਖੀ ਹੋ ਜਾਏ, ਸਰੀਰ ਸੁਖੀ ਹੋ ਜਾਏ। ਇਸ ਕਰਕੇ ਜੀ ਅਸੀਂ ਜ਼ਿਆਦਾ ਸੁੱਖ ਲੈਣ ਲੱਗੇ ਅਸੀਂ ਦੁਖੀ ਹੋ ਗਏ, ਕਿਉਂਕਿ ਬਾਬੇ ਨਾਨਕ ਦੀ ਸੋਚ ਸੀ ਕਿ ਦੁੱਖ ਦਾਰੂ ਸੁੱਖ ਰੋਗ ਪਿਆ। ਜੇ ਤੁਸੀਂ ਸਰੀਰ ਨੂੰ ਕਮਾਓਗੇ, ਮੇਰੀਆਂ ਪਹਿਲੀਆਂ ਮਾਵਾਂ 8-8 ਬੱਚੇ ਜੰਮ ਕੇ ਸਾਰਾ ਦਿਨ ਕੰਮ ਕਰਕੇ ਕਿਸੇ ਹਸਪਤਾਲ 'ਚ ਜਾ ਕੇ ਕੋਈ ਡਿਲੀਵਰੀ ਕੇਸ ਨਹੀਂ ਹੋਇਆ, ਬਹੁਤੇ ਮੌਤ ਨਹੀਂ ਹੋਈਆਂ ਵੀ ਸਾਰੇ ਨਿਆਣੇ ਮਰ ਗਏ, ਕੋਈ ਬੀਬੀਆਂ ਸਾਰੀਆਂ ਜੰਮਣ ਵਾਲੀਆਂ ਮਰ ਗਈਆਂ, ਐਸੀ ਕੋਈ ਗੱਲ ਨਹੀਂ ਹੋਈ। ਚੰਗੇ ਹੈਲਦੀ ਬੱਚੇ, ਚੰਗਾ ਦੁੱਧ ਚੰਗਾਣਾ, ਚੰਗੇ ਸੰਸਕਾਰ ਦੇਣੇ, ਤਾਂ ਇਹ ਭਾਰਤ ਇੱਕ ਬਹੁਤ ਉੱਚਾ ਦੇਸ਼, ਭਗਤੀ ਭਾਵ ਵਾਲਾ ਦੇਸ਼ ਮੰਨਿਆ ਗਿਆ ਸੀ। ਅੱਜ ਮੈਨੂੰ ਮੁਸ਼ਕਿਲ ਨਾਲ ਇਹ ਗੱਲ ਕਹਿਣੀ ਪੈ ਰਹੀ ਹੈ ਕਿ ਸਭ ਤੋਂ ਗੰਦਾ ਜੇ ਦੇਸ਼ ਮੰਨਣਾ ਪਏ ਤੇ 5-4 ਦੇਸ਼ਾਂ ਤੋਂ ਥੱਲੇ ਉੱਪਰ ਜਿਹੜਾ ਭਾਰਤ ਆ ਗਿਆ, ਐਨੀ ਗੰਦਗੀ ਵਿੱਚ ਪਹੁੰਚ ਗਿਆ। ਕਾਰਨ ਮੇਨ ਇਹੋ ਹੀ ਹੈ ਕਿ ਅਸੀਂ ਆਪਣੇ ਧਰਮ ਦੀ ਪਰਵਾਹ ਨਹੀਂ ਕੀਤੀ। ਅਸੀਂ ਸੋਚਿਆ 4 ਦਿਨ ਇੱਥੇ ਆਏ ਐਸ਼ ਲੈ ਲਈਏ, ਹਰ ਐਸ਼ ਦੇ ਵਿੱਚੋਂ ਦੁੱਖ ਨਿਕਲੇਗਾ। ਕਿਸੇ ਵਿਦਵਾਨ ਦੀ ਰਹਿ ਹੈ ਕਿ ਪ੍ਰੋਫਲੀਗੇਟ ਲਾਈਫ ਐਂਡ ਜਿੰਨੇ ਮਿਜਰੇਬਲ ਡੈਥ। ਤੁਸੀਂ ਕਦੇ ਵਿਹਲੇ ਵੇ ਕੇ ਮੌਤ ਬਾਰੇ ਸੋਚੋ ਵੀ ਅਸੀਂ ਕੈਂਸਰ ਹੋ ਕੇ ਮਰਨਾ,
सारी सारी रात नींद नहीं आनी, टीके लवा लवा के सौना, ਜਾਂ ਸਾਨੂੰ ਕੋਈ ਐਸੀ ਭਿਆਨਕ ਬਿਮਾਰੀ ਲੱਗਣੀ ਸਾਡੇ ਪਾਸਾ ਮਰ ਜਾਣਾ। ਆ ਹੁਣੇ ਮੇਰੇ ਕੋਲ ਅੱਜ ਇੱਕ ਕੇਸ ਆਇਆ ਸੀ, ਉਹ ਬੱਚੀ ਦਾ ਵਿਚਾਰੇ ਕਿਤੇ ਆਪਰੇਸ਼ਨ ਕਰਾਉਣ ਗਏ ਸਿਰ ਦਾ, ਉਹਦੀਆਂ ਦੋਵੇਂ ਅੱਖਾਂ ਬੰਦ ਹੋ ਗਈਆਂ। ਸਾਰੀ ਜ਼ਿੰਦਗੀ ਇੰਨੀ ਕੱਟੂਗੀ ਹੁਣ। ਤੇ ਜਿਹੜੇ ਜੰਮਣ ਤੋਂ ਅੰਨੇ ਉਹ ਉਹਨਾਂ ਦੀ ਸਥਿਤੀ ਹੋਰ ਹੈ, ਜਿਹਨਾਂ ਸਾਰਾ ਕੁਝ ਦੇਖ ਕੇ ਅੰਨਾ ਹੋਇਆ ਉਹਦੀ ਸਥਿਤੀ ਹੋਰ ਹੈ। ਉਹਦਾ ਕਦੇ ਦਿਨ ਚੜ੍ਹਨਾ ਨਹੀਂ ਤੇ ਰਾਤ ਉਹਦੀ ਕਦੇ ਪੈਣੀ ਨਹੀਂ। ਉਹਨੇ ਆਪਣੇ ਬੱਚੇ ਦਾ ਮੂੰਹ ਕਦੇ ਵੀ ਪਲੋਸਣਾ ਨਹੀਂ ਹੈ, ਉਹਨੂੰ ਦੇਖਣਾ ਨਹੀਂ ਗਾ ਹੈ, ਉਹਨਾਂ ਦੁਨੀਆ ਦੀ ਕੋਈ ਵੀ ਰੂਪ ਨਹੀਂ ਦੇਖਣਾ। ਇਸ ਕਰਕੇ ਪਿਆਰਿਓ, ਮੈਂ ਆਪ ਜੀ ਦਾ ਜ਼ਿਆਦਾ ਸਮਾਂ ਨਹੀਂ ਲੈਣਾ। ਮੇਰਾ ਸਬਜੈਕਟ ਹੁੰਦਾ ਵੀ ਹਰ ਬੰਦਾ ਜਿਹੜੇ ਧਰਮ 'ਚ ਜੰਮਿਆ ਉਸ ਧਰਮ ਦੀ ਪਾਲਣਾ ਕਰੇ। ਧਰਮ ਕਿਸੇ ਵਾਸਤੇ ਵੀ ਕੋਈ ਮਾੜਾ ਨਹੀਂ ਹੈ। ਇਸ ਕਰਕੇ ਜਿਹੜੇ ਸਿੱਖ ਭਾਈਚਾਰਾ ਇਹ ਲੇਟੈਸਟ ਧਰਮ ਹੈ, ਇਹਦੀਆਂ ਕੁਝ ਵਿਸ਼ੇਸ਼ਤਾਵਾਂ ਰੱਖੀਆਂ ਗਈਆਂ ਭਾਰਤ ਵਿੱਚ। ਭਾਰਤ ਦਾ ਹੀ ਆਖਰੀ ਧਰਮ ਹੈ ਭਾਵ ਅੱਜ ਤੱਕ। ਪਹਿਲਾ ਇੱਥੇ ਸਨਾਤਨ ਧਰਮ ਹੈ, ਬਾਕੀ ਜਿਹੜੇ ਈਸਾਈਅਤ ਆਈ ਹੈ ਇਹ ਸਾਡੇ ਤੇ ਰਾਜ ਕਰਕੇ ਗਏ ਨੇ। ਨਾਲ ਨਾਲ ਪਹਿਲਾਂ ਵਾਲੀ ਈਸਟ ਇੰਡੀਆ ਕੰਪਨੀ ਲਿਆਂਦੀ। ਉਹ ਬੰਦੇ ਜਿੰਨੇ ਵੀ ਗੋਰਿਆਂ ਨੇ ਰਾਜ ਕੀਤਾ, ਅਕਲ ਦੇ ਸਿਰ ਤੇ ਰਾਜ ਕੀਤਾ, ਬਾਹੂਬਲ ਦੇ ਸਿਰ ਤੇ ਰਾਜ ਨਹੀਂ ਕੀਤਾ। ਅਕਲ ਉਹਨਾਂ ਕੋਲ ਜ਼ਿਆਦਾ ਹੈ, ਇਸ ਕਰਕੇ ਬੰਦੇ ਰਾਜ ਕਰਦੇ ਆ। ਤੇ ਜਿਹੜੇ ਸਾਡੇ ਬੰਦੇ ਨੇ ਇਹ ਹੈ ਹੋਰੇ ਤਰੀਕੇ ਦੇ, ਕੋਈ ਲੜਨ ਭਿੜਨ ਵਾਲੇ ਬੰਦੇ ਨੇ, ਖਾਸ ਕਰਕੇ ਸਿੱਖ ਵੀ ਇਹਨਾਂ ਵਿੱਚ ਹੈ। ਮਾਰ ਦੋ ਫੜ ਕੇ ਉਹਨੂੰ, ਏਦਾਂ ਕਰ ਦੋ। ਪਰ ਲੋੜ ਹੈ ਇਹ ਚੀਜ਼ਾਂ ਦੀ, ਇਹਨਾਂ ਚੀਜ਼ਾਂ ਦੀ ਲੋੜ ਜ਼ਰੂਰ ਹੈ, ਪਰ ਕਿਸੇ ਹੱਦ ਤੇ ਜਾ ਕੇ ਜਦੋਂ ਹੱਦ ਕ੍ਰੋਸ ਹੁੰਦੀ ਹੈ ਫਿਰ ਸਾਨੂੰ ਗੁਰੂ ਪਾਤਸ਼ਾਹ ਨੇ ਹੁਕਮ ਕੀਤਾ, ਚੁੰਕਾਰ ਅਜਾ ਹਮ ਹੀਲ ਤੇ ਦਰਗ ਜਸ ਹਲਾਲਸ ਗੁਰਦਨ ਬਸ ਮਸ਼ੀਰ ਦਸ। ਜਦੋਂ ਤੇਰਾ ਕੋਈ ਵੀ ਹੀਲਾ ਕਾਮਯਾਬ ਨਹੀਂ ਹੋਇਆ, ਉਦੋਂ ਤਲਵਾਰ ਤੇ ਹੱਥ ਰੱਖ, ਪੁੱਛ ਉਹਨੂੰ ਕਿ ਕਿਤੇ ਨੂੰ ਚੱਲਣਾ। ਹੁਣ ਦੋਵੇਂ ਪਾਸੇ ਇੱਕੋ ਜਿਹੇ ਯੁੱਧ ਹੋਏ ਨੇ, ਐਸੀ ਕੋਈ ਗੱਲ ਨਹੀਂ। ਸ਼੍ਰੀ ਕ੍ਰਿਸ਼ਨ ਦਾ ਯੁੱਧ ਹੋਇਆ, ਰਾਮਚੰਦਰ ਦਾ ਯੁੱਧ ਹੋਇਆ, ਕਿੰਨੇ ਯੁੱਧ ਹੋ ਗਏ ਨੇ। ਬਾਅਦ ਚ ਮੁਗਲਾਂ ਨੇ ਸਾਡੇ ਨਾਲ ਯੁੱਧ ਕੀਤੇ ਨੇ, ਅੰਗਰੇਜ਼ ਨੇ ਸਾਡੇ ਤੇ ਭਾਰਤ ਤੇ ਰਾਜ ਕੀਤਾ, ਕਿਉਂਕਿ ਅਸੀਂ ਭਾਰਤੀ ਲੋਕ ਜਾਤਾਂ ਵਿੱਚ ਵੰਡੇ ਹੋਏ ਸੀ। ਉਹਨਾਂ ਜਾਤਾਂ ਨੂੰ ਇੱਕ ਦੂਜੇ ਨਾਲ ਮਿਲ ਕੇ ਬੈਠਣ ਦਾ ਹੱਕ ਨਹੀਂ ਸੀ। ਉਹਨਾਂ ਨੂੰ ਇੱਕ ਦੂਜੇ ਨੂੰ ਸਤਿਕਾਰ, ਹੇਠਲੇ ਸਤਿਕਾਰ ਦੇਣ ਉੱਪਰਲਿਆਂ ਨੂੰ, ਤੇ ਉੱਪਰਲੇ ਹੇਠਲਿਆਂ ਨੂੰ ਕੋਈ ਵੀ ਸਤਿਕਾਰ ਨਾ ਦੇਣ। ਪੈਰ ਦੀ ਜੁੱਤੀ ਸਮਝਣ, ਜਨਾਨੀਆਂ ਨੂੰ ਪੈਰ ਦੀ ਜੁੱਤੀ ਸਮਝ ਕੇ ਵਰਤਣ ਵੀ ਇਹ ਤਾਂ ਕੁਝ ਵੀ ਨਹੀਂ ਹੁੰਦੀਆਂ। ਇਹਨਾਂ ਗੱਲਾਂ ਕਰਕੇ ਭਾਰਤ ਗੁਲਾਮੀ ਵਿੱਚ ਜਕੜਿਆ ਰਿਹਾ। ਜਦੋਂ ਗੁਰੂ ਨਾਨਕ ਨੇ ਆ ਕੇ ਇੱਥੇ ਨਵਾਂ ਹੀ ਟੌਪਿਕ ਸ਼ੁਰੂ ਕੀਤਾ ਵੀ ਜੰਮਣ ਤੋਂ ਕਿਸੇ ਦੀ ਜਾਤ ਨਹੀਂ ਹੁੰਦੀ, ਮਰਨ ਤੋਂ ਬਾਅਦ ਜਾਤ ਨਹੀਂ ਹੁੰਦੀ। ਜਿੱਦਾਂ ਦੀ ਵੀ ਕੋਈ ਬੰਦਾ ਕੰਮ ਕਰਦਾ ਉਹਦੀ ਉਦਾਂ ਦੀ ਇੱਜ਼ਤ ਕਰੋ। ਇੱਜ਼ਤ, ਡੂ ਰਿਸਪੈਕਟ ਐਂਡ ਗੈਟ ਰਿਸਪੈਕਟ ਲਓ। ਇੱਜ਼ਤ ਕਰੋ ਤੇ ਇੱਜ਼ਤ ਕਰਾਓ, ਔਰ ਇਹਨਾਂ ਨੂੰ ਵਧਣ ਦਾ ਹੱਕ ਦਿਓ। ਹੋ ਸਕਦਾ ਇਹਨਾਂ 'ਚ ਕਿੰਨੇ ਬ੍ਰਿਲੀਅੰਟ ਬੰਦੇ ਹੋਣ। ਇੱਕ ਬਹੁਤ ਉੱਚੀ ਜਾਤ ਦਾ ਬੰਦਾ ਹੈ, ਪਰ ਉਹ ਸ਼ਰਾਬ ਪੀਂਦਾ ਹੈ, ਜੂਆ ਖੇਡਦਾ ਹੈ, ਬੇਵਿਚਾਰੀ ਹੈ। ਉਹਦੀ ਜਾਤ ਕੀ ਕਹਿੰਦੀ ਉਹਨੂੰ ਵੀ ਇਹ ਕੰਮ ਕਰ। ਇਸ ਕਰਕੇ ਗੁਰੂ ਨਾਨਕ ਦੇ ਮਿਸ਼ਨ 'ਚ ਇਹ ਗੱਲ ਖੱਟ ਕਰ ਦਿੱਤੀ ਗਈ। ਇਸਤਰੀ ਵਰਗ ਨੂੰ ਚੁੱਕ ਕੇ ਬਰਾਬਰ ਲਿਆਂਦਾ ਗਿਆ। ਇੱਕ ਪ੍ਰਮਾਤਮਾ ਤੋਂ ਬਿਨਾਂ ਦੇਵੀ ਦੇਵਤਿਆਂ ਦੀ ਭਗਤੀ ਬੰਦ ਕੀਤੀ ਗਈ, ਮੂਰਤੀ ਪੂਜਾ ਬੰਦ ਕਰ ਦਿੱਤੀ ਗਈ। ਵਹਿਮ ਭਰਮ ਵਿੱਚੋਂ ਕੱਢ ਕੇ ਪਖੰਡਾਂ ਵਿੱਚੋਂ ਧਾਗੇ ਬੰਨਣੇ, ਮੌੜੀਆਂ ਬੰਨਣੀਆਂ, ਹਮਨ ਕਰਨੇ, ਇਹਨਾਂ ਚੀਜ਼ਾਂ ਵਿੱਚੋਂ ਕੱਢ ਕੇ ਅੰਗਰੇਜ਼ ਨਾਲ ਕੋਈ ਹਮਨ ਨਹੀਂ ਕੀਤਾ, ਮੁਸਲਮਾਨ ਨਾਲ ਕੋਈ ਹਮਨ ਨਹੀਂ ਕੀਤਾ, ਕੋਈ ਮੌੜੀ ਨਹੀਂ ਬੰਨੀ, ਕੁਛ ਉਹਨਾਂ ਧਾਗੇ ਤਵੀਤੇ ਵਿਸ਼ਵਾਸ ਨਹੀਂ ਰੱਖਿਆ। ਉਹ ਆਪਣਾ ਕਲਮਾ ਕਲਾਮ ਪੜ੍ਹ ਕੇ ਸਾਡੇ ਤੇ ਰਾਜ ਕਰ ਗਿਆ। ਇਕੱਠੇ ਹੋ ਕੇ ਜਹਾਦ ਕਹਿ ਕੇ ਅੱਲਾਹੂ ਅਕਬਰ ਦੇ ਨਾਰੇ ਥੱਲੇ ਸਾਰੇ ਲੋਕ ਇਕੱਠੇ ਹੋ ਕੇ ਤੁਰ ਪਏ, ਤੇ ਉਹਦੇ ਨਾਲ ਅਸੀਂ ਗੁਲਾਮੀ ਝੱਲੀ। ਸਾਡੀਆਂ ਧੀਆਂ ਗਜਨੀ ਜਾ ਕੇ ਟਕੇ ਟਕੇ ਨੂੰ ਵਿਕਰੀਆਂ। ਜਿੱਥੇ ਇੱਕ ਕੋਈ ਪਸ਼ੂ ਪੰਛੀ ਜਿਹੜੇ ਲੋਕ ਖਾਂਦੇ ਨੇ, ਕਹਿ ਲੋ ਉਹ 2 ਰੁਪਏ ਦਾ ਵਿਕਿਆ, ਉੱਥੇ ਸਾਡੀ ਲੜਕੀ ਹਿੰਦੁਸਤਾਨ ਦੀ ਟਕੇ ਦੀ ਵਿਕੀ। ਨੌਜਵਾਨ ਬੱਚੇ ਨੂੰ ਗੁਲਾਮ ਬਣਾਇਆ ਗਿਆ, ਬੰਨ ਕੇ ਲੈ ਕੇ ਗਏ, ਡੰਗਰਾਂ ਵਾਂਗੂ ਤੂੜ ਕੇ ਸਾਨੂੰ। ਜਦੋਂ ਗੁਰੂ ਨਾਨਕ ਦਾ ਮਿਸ਼ਨ ਆਇਆ, 243 ਸਾਲ ਲੱਗੇ ਸਾਰੀ ਪੁਰਾਣੀ ਗੱਲ ਨੂੰ ਤਬਦੀਲ ਕਰਨ ਵਿੱਚ। ਲੋਕਾਂ ਨੂੰ ਵਹਿਮਾਂ ਭਰਮਾਂ ਤੋਂ ਕੱਢਿਆ, ਇੱਕ ਪਲੇਟਫਾਰਮ ਤੇ ਇਕੱਠਾ ਕੀਤਾ, ਇੱਕ ਪ੍ਰਮਾਤਮਾ ਦੀ ਪੂਜਾ ਦੱਸੀ, ਇੱਕ ਵਿਸ਼ੇਸ਼ ਤੌਰ ਤੇ ਸ਼ਕਲ ਪ੍ਰਮਾਤਮਾ ਦੀ ਬਣਾਈ। ਜਿਹੜੇ ਬੰਦੇ ਨੇ ਉਸ ਪ੍ਰਭੂ ਦੀ ਭਗਤੀ ਕਰਨੀ ਹੈ, ਸਿਰਫ ਇਹਦੀਆਂ ਬਾਹਾਂ ਨਹੀਂ ਉਹਦੀਆਂ ਬਣਾਈਆਂ ਕੱਟ ਸਕਿਆ, ਉਹਦੀਆਂ ਬਣਾਈਆਂ ਅੱਖਾਂ ਨਹੀਂ ਕੱਢਣ ਲੱਗਿਆ ਕਿ ਮੈਂ ਆਪਣੀਆਂ ਅੱਖਾਂ ਆਪੇ ਕੱਢ ਦਵਾਂ।
सिर्फ ਉਹਦੇ ਬਣਾਏ ਹੋਏ ਕੇਸਾਂ ਨੂੰ ਹੀ ਡਿਜ਼ਾਈਨ ਬਣੇ ਵਿੱਚ ਲਿਆਉਣ ਦਾ ਯਤਨ ਕੀਤਾ ਗਿਆ ਵੀ ਪਤਾ ਨਹੀਂ ਮੈਂ ਇਹਦੇ ਨਾਲ ਕਿੰਨਾ ਸੋਹਣਾ ਹੋ ਜਾਣਾ। ਮੈਂ ਜਿਵੇਂ ਸਾਡੇ ਸਿੱਖ ਸਮੁਦਾਇ ਵਿੱਚ ਕੇਸਾਂ ਦੀ ਬੜੀ ਇੱਜ਼ਤ ਰੱਖੀ ਹੋਈ ਹੈ, ਗੁਰੂ ਪਾਤਸ਼ਾਹ ਨੇ ਸਾਨੂੰ ਕੇਸਗੜ੍ਹ ਦੇ ਵਸਨੀਕ ਬਣਾਇਆ ਹੋਇਆ ਵੀ ਰੱਬ ਦੀ ਹਰ ਚੀਜ਼ ਬਣਾਈ ਹੋਈ ਬਿਲਕੁਲ ਠੀਕ ਹੈ। ਬੰਦੇ ਦੀਆਂ ਚੀਜ਼ਾਂ ਗਲਤ ਹੋ ਸਕਦੀਆਂ, ਰੱਬ ਦੀ ਕੋਈ ਵੀ ਚੀਜ਼ ਨਹੀਂ ਗਲਤ ਹੋ ਸਕਦੀ। और फिर बंदे ने छोटी छोटिया वहमां च पा के सप की पूजा करनी, आपे एक बंदे ने सप बना देना ਉਹਦੇ ਤੇ ਇਦਾਂ ਸੀਮਣ ਦਾ, ਉਹ ਬੰਦੇ ਦੀ ਕਿਰਤ ਹੈ, ਇਹ ਪ੍ਰਮਾਤਮਾ ਦੀ ਕਿਰਤ ਹੈ। ਜਿਹੜਾ ਅਸਲੀ ਸੱਪ ਹੈ ਉਹਦੇ ਤੋਂ ਡਰੀ ਜਾਣਾ ਜਿਹੜਾ ਆਪਣਾ ਬਣਾਇਆ ਹੋਇਆ। ਐਸੀ ਚੀਜ਼ਾਂ ਵਿੱਚ ਸਾਨੂੰ ਗਰਕ ਕਰਕੇ, ਸਾਨੂੰ ਊਚ ਨੀਚਤਾ ਦਾ ਭੇਦਭਾਵ ਪਾ ਕੇ, ਸਾਨੂੰ ਭਿੰਨ ਭਿੰਨ ਪੂਜਾ ਵਿੱਚ ਲਾ ਕੇ ਅਸੀਂ ਗੁਲਾਮੀ ਦੀਆਂ ਜੰਜੀਰਾਂ ਵਿੱਚ ਜਕੜੇ ਗਏ। ਇਹਨਾਂ ਨੂੰ ਤੋੜਨ ਵਾਸਤੇ ਗੁਰੂ ਨਾਨਕ ਨੇ ਇੱਕ ਨਵਾਂ ਉਪਰਾਲਾ ਕੀਤਾ। ਅੱਜ ਸਾਨੂੰ ਉਸ ਉਪਰਾਲੇ ਦੀ ਬੜੀ ਲੋੜ ਹੈ। ਖਾਸ ਕਰਕੇ ਜਿਹੜੀਆਂ ਸਿੱਖਾਂ ਦੀਆਂ ਬੱਚੀਆਂ ਨੇ ਉਹ ਅਸੀਂ ਸਿੱਖਾਂ ਦੇ ਘਰ ਤੋੜਦੇ ਹਾਂ। ਮੇਰੀਆਂ ਸਨਾਤਨ ਧੀਆਂ ਹਿੰਦੂਆਂ ਦੇ ਘਰ ਜਾ ਰਹੀਆਂ ਨੇ, ਮੁਸਲਮਾਨ ਬੱਚੀਆਂ ਮੁਸਲਮਾਨ ਵੱਲ ਜਾ ਰਹੀਆਂ ਨੇ। ਜਦੋਂ ਬੱਚੀ ਹਜੇ ਕਾਫੀ ਸਜੀਦ ਹੈ, ਇਹ ਪੜ੍ਹਾਈ ਵਿੱਚ ਵੀ ਅੱਗੇ ਹੈ ਪੰਜਾਬ ਵਿੱਚ ਕੁੜੀ, ਤੇ ਥੋੜਾ ਕਰੈਕਟਰ ਨੂੰ ਵੀ ਹਜੇ ਮਾੜਾ ਮੋਟਾ ਮੇਨਟੇਨ ਕਰਨ ਦਾ ਯਤਨ ਕਰਦੀ, ਪਰ ਜੇ YouTube ਜਾਂ ਐਸੀਆਂ ਗੰਦੀਆਂ ਫਿਲਮਾਂ ਦੇਖੀ ਜਾਣ ਤੇ ਫਿਰ ਇਹਨਾਂ ਦੀ ਵੀ ਬੁੱਧੀ ਭ੍ਰਿਸ਼ਟ ਹੋ ਗਈ, ਫਿਰ ਉਹਦੇ 'ਚ ਕੋਈ ਅਪਕਥਨੀ ਨਹੀਂ ਹੈ। क्योंकि इनपुट माड़ी जा रही है। जो इनपुट माड़ी होगी तो आउटपुट कदे नहीं होगी। और कोई माँ नहीं चाहती भी मेरी बच्ची ऐसा काम करे। जे माँ आप भी गलत है तो भी नहीं चाहेगी भी मेरे बच्चे मुड़ के कभी ऐसी जिंदगी ना व्यतीत कर। मैं तो जेडे खूच पै गई। जे कोई प्यो शराब पींदा है, समैक लैंदा है, जे प्यो दा उहदे च थोड़ा बहुत भी खून है, वो कदे नहीं कहेगा भी मेरा मुंडा कभी ऐसे गंद च पै जाए जिहदे मैं फस गया। इस करके सानूं इन्हां गल्लां नूं समझण दी लोड़ है कि ਅਸੀਂ कौन ਹੁੰਦੇ, ਸਿੱਖਾਂ ਦਾ ਗੁਰੂ ਕੌਣ ਹੈ, ਸਿੱਖ ਕਿਵੇਂ ਬਣਦੇ ਨੇ, ਸਿੱਖ ਆਪੋ ਚ ਇੱਕ ਦੂਜੇ ਨੂੰ ਮਿਲਦੇ ਰਹੇ, ਕਿਵੇਂ ਮਿਲਨੇ ਆ ਅਸੀਂ। ਜਿਵੇਂ ਰਾਮ ਰਾਮ ਕਹਿਣਾ, ਨਮਸਤੇ ਕਹਿਣਾ, ਸਲਾਮ ਅਲੈਕੁਮ ਕਹਿਣਾ, ਅਸੀਂ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸੇ ਤਰੀਕੇ ਨਾਲ ਅਸੀਂ ਆਨੰਦ ਕਾਰਜ ਕਰਨੇ। ਹਿੰਦੂ ਭਰਾਵਾਂ ਨੇ ਵਿਆਹ ਪੜ੍ਹਨੇ, ਅੱਗ ਬਾਲ ਕੇ ਬੇਦੀ ਗੱਡੀ ਤੇ ਮੁਬਾਰਕ। ईसाई निकाह करते हैं, मुसलमान भी निकाह करते हैं। साडे आनंद कारज रहत मर्यादा च दर्ज किए हुए हैं। किस तरीके नाल असीं जिहड़ा आनंद कारज है उहदे विच असीं कोई भी दिखावा नहीं करते, क्योंकि हर कौम विच एक गरीब तो गरीब बंदा है, एक अमीर तो अमीर बंदा। अमीरी का भी कोई हद नहीं ते गरीबी की भी कोई, ते सुखां दी भी कोई हद नहीं ते दुखां दी भी कोई हद नहीं, ते इज्जत भी लोग लै रहे ने ते बेइज्जती दा भी कोई हद नहीं है। किसी भी चीज़ का इस धरती ते कोई भी हद नहीं है। परमात्मा तो बेहद सी, पर उहदियां बनाईयां चीज़ां दी भी कोई हद नहीं है। इस करके ये जथा आप दे पिंडां विच जेकर के जिथे सिखां दी ज़्यादा गुण करूगा, जदों असीं सिखां नूं कहने असीं हिंदुआं नूं भी कहने भी तुसीं हिंदू बनो सच्चे, नशे तुसीं भी छड्डो, झूठ तुसीं भी छड्डो। जे तुहानूं केस कट्टण की इजाजत है कट्टो, सानूं कोई इस तरह कोई इतराज नहीं है। पर जिहड़ा आ झूठ बोलना, ठगी मारनी, बेईमानी करनी, दूजे दा हक खाना, किसी दी स्त्री दी इज्जत ते भारू हो जाना, इन्हां गल्लां दा अज तक ना किसी नूं लभ्या ना अगे किसी नूं लभेगा। जे किसी कानून विच चल के बेशक सारे फौजियां दी सोच इक्को जी ना होए, पर कानून सारियां दा एक ही होएगा। बेशक सारे हिंदुओं की सोच इक्को जे नहीं होई, पर धर्म के कानून सारे हिंदुओं के एक होंगे। बेशक सिखां विच इक्को जी सोच ना होए, पर धर्म की मर्यादा जिहड़ी होएगी वो एक ही होएगी। इस करके अपनी बुद्धि के लैवल ते जी रहे हो, जीओ, मुबारक है तुहानूं जीवन। पता नहीं किदां दा आना, जिहड़ा हुण तक बीत चुक्या वो साडे हथ नहीं रह चुक्या। ਉਹਦੇ ਵਿੱਚ ਅਸੀਂ ਇੱਕ ਫਿਲਮ ਬਣਾ ਲਈ ਹੈ, ਉਹ ਫਿਲਮ ਸਾਡੀ ਮੈਮਰੀ 'ਚ ਪਈ, ਮੇਰੀ ਆਪਣੀ 'ਚ ਪਈ, ਤੁਹਾਡੀ ਆਪਣੀ 'ਚ ਪਈ। ਪਤੀ ਆਪਣੀ ਪਤਨੀ ਨੂੰ ਦੇਖ ਨਹੀਂ ਸਕਦਾ ਵੀ ਇਹਨਾਂ ਸਾਰੀ ਜ਼ਿੰਦਗੀ ਕੀ ਕੀਤਾ ਹੋਇਆ ਲੁਕ ਛੁਪ ਕੇ, ਤੇ ਜਿੱਥੇ ਪਤਨੀ ਨਹੀਂ ਦੇਖ ਸਕਦੀ ਉੱਥੇ ਪਤੀ ਵੀ ਨਹੀਂ ਦੇਖ ਸਕਦਾ। ਮਾਂ ਨਹੀਂ ਦੇਖ ਸਕਦੀ ਮੇਰੀ ਬੇਟੀ ਬਾਹਰ ਜਾ ਕੇ ਕੀ ਕਰਕੇ ਆਉਂਦੀ, ਕੀ ਨਹੀਂ ਕਰਕੇ ਆਉਂਦੀ। ਵਿਸ਼ਵਾਸ ਨਾਲ ਦੁਨੀਆ ਚੱਲਦੀ ਹੁੰਦੀ ਹੈ। ਉਹੀ ਵਿਸ਼ਵਾਸ ਸਾਡਾ ਪਰਮਾਤਮਾ ਹੋਏ ਤੇ ਅਸੀਂ ਪਰਮਾਤਮਾ ਦੇ ਵਿਸ਼ਵਾਸ ਤੱਕ ਚੱਲਣਾ ਹੁੰਦਾ। ਤੇ ਗੁਰੂ ਪਾਤਸ਼ਾਹ ਕਹਿਣਗੇ ਜਾ ਕੇ ਇਹਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਇਸ ਨੂੰ। ਹੁਣ ਪਤਾ ਲੱਗਾ ਵੀ ਰੱਬ ਹੈ ਤੇ ਮੇਰਾ ਫੈਸਲਾ ਹੋਣਾ। ਇਹ ਮੋਦੀ ਜੀ ਨੂੰ ਵੀ ਫਿਕਰ ਹੋਏ, ਮਨਮੋਹਨ ਸਿੰਘ ਨੂੰ ਵੀ ਫਿਕਰ ਹੋਏ, ਜਿਹੜਾ ਸਾਡਾ ਰਾਸ਼ਟਰਪਤੀ ਉਹਨੂੰ ਵੀ ਫਿਕਰ ਹੋਏ, ਜਿਹੜੇ ਕਰਪਸ਼ਨ ਕਰਦੇ ਨੇ, ਬੜੇ ਬੜੀ ਜਾ ਕੇ ਸਕੈਂਡਲ ਬਣਾਉਂਦੇ ਨੇ ਪੈਸੇ ਇਕੱਠੇ ਕਰਨ ਲਈ, ਉਹਨਾਂ ਨੂੰ ਵੀ ਇਹ ਫਿਕਰ ਹੋਏ ਕਿ ਮੇਰਾ ਵੀ ਕਿਤੇ ਲੇਖਾ।
ਨਿਜ਼ਾਮ ਠੀਕ ਹੈ, ਕੋਈ ਪ੍ਰੋਬਲਮ ਨਹੀਂ, ਕੋਰਟ ਦੀ ਕੋਈ ਲੋੜ ਨਹੀਂ, ਵਕੀਲ ਦੀ ਕੋਈ ਲੋੜ ਨਹੀਂ। ਅੱਜ ਵਕੀਲਾਂ ਤੇ ਕੋਰਟਾਂ ਨੇ ਉਹਨਾਂ ਜ਼ਿਆਦਾ ਸਹੀ ਫੈਸਲੇ ਨਹੀਂ ਕੀਤੇ, ਕਿਉਂਕਿ ਥੱਲੇ ਤੋਂ ਸਾਰੇ ਪਰਚੇ ਗਲਤ ਹੋ ਕੇ ਤੁਰੇ ਜਾਂਦੇ, ਦਬਾਅ ਥੱਲੇ ਤੁਰੇ ਜਾਂਦੇ। ਉਹ ਲੋਕ ਆਪਣੀ ਟੌਰ ਬਣਾਉਣ ਵਾਸਤੇ, ਆਪਣੀ ਹੰਕਾਰ ਨੂੰ ਪੱਠੇ ਕਰਨ ਵਾਸਤੇ ਲੋਕਾਂ ਦਾ ਲਹੂ ਨਿਚੋੜਨਾ ਸ਼ੁਰੂ ਕੀਤਾ ਹੋਇਆ। ਐਸੇ ਜ਼ਾਲਮ ਰਾਜੇ ਪਹਿਲਾਂ ਬੜੇ ਹੋਏ ਨੇ ਜਿਨੀ ਆਪਣੀ ਰਈਅਤ ਨੂੰ ਬਹੁਤ ਹੀ ਤੜਫਾ ਤੜਫਾ ਕੇ ਮਾਰਿਆ। ਇਸ ਕਰਕੇ ਇਹ ਕੋਈ ਇਨਸਾਨੀਅਤ ਨਹੀਂ ਹੈ ਜਿਹੜਾ ਅਸੀਂ ਇਹਨਾਂ ਗੱਲਾਂ ਨੂੰ ਚੁੱਕਦੇ ਹਾਂ। ਸਹਾਇ ਮੈਂ ਆਖਰੀ ਬੇਨਤੀ ਕਰਨਾ ਹੁੰਦਾ ਵੀ ਗੁਰੂ ਪਿਆਰਿਓ, ਜਦੋਂ ਆਪਾਂ ਸਿੱਖ ਪੰਥ ਵਿੱਚ ਰਲਦੇ ਹਾਂ, ਸਿੱਖਾਂ ਦਾ ਕਦੇ ਵੀ ਦੋ ਗੁਰੂ ਅੱਜ ਤੱਕ ਨਾ ਹੋਏ ਤੇ ਨਾ ਹੁਣ ਹੋਣਗੇ। ਸਿੱਖਾਂ ਦਾ ਗੁਰੂ ਪਹਿਲਾ ਇਹ ਗ੍ਰੰਥ ਹੈ ਜਿਹਨੂੰ ਗੁਰੂ ਦਾ ਦਰਜਾ ਪ੍ਰਾਪਤ ਹੋਇਆ। ਅੱਜ ਤੱਕ ਦੁਨੀਆ ਦੇ ਜਿੰਨੇ ਗ੍ਰੰਥ ਨੇ ਉਹ ਇੱਕ ਪਵਿੱਤਰ ਹੋਲੀ ਗ੍ਰੰਥ ਨੇ। ਉਹ ਗੁਰੂ ਗ੍ਰੰਥ ਜਿਹੜਾ ਹੈ ਉਹ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਔਰ ਅਗਲੀ ਹੋਰ ਇੱਕ ਸੋਚ ਹੈ ਕਿ ਜਿੰਨੇ ਪਹਿਲੇ ਗ੍ਰੰਥ ਨੇ, ਧਾਰਮਿਕ ਪੁਸਤਕਾਂ ਨੇ, ਗ੍ਰੰਥ ਨੇ ਪਵਿੱਤਰ, ਉਹ ਪੈਗੰਬਰ ਦੀ ਹਾਜ਼ਰੀ ਵਿੱਚ ਲਿਖੇ ਨਹੀਂ ਗਏ, ਉਹਨਾਂ ਲੋਕਾਂ ਦੀ ਮੈਮਰੀ ਵਿੱਚ, ਆਪਣੇ ਸਿੱਖਾਂ ਦੀ ਮੈਮਰੀ 'ਚ ਆਪਣਾ ਗਿਆਨ ਦਿੱਤਾ ਹੋਇਆ। ਤੇ ਇਹ ਇੱਕ ਐਸਾ ਵਾਹਿਦ ਗ੍ਰੰਥ ਹੈ ਜਿਹੜਾ ਗੁਰੂ ਅਰਜਨ ਦੇਵ ਜੀ ਨੇ ਆਪਣੀ ਹਾਜ਼ਰੀ ਵਿੱਚ ਲਿਖਾਇਆ। ਉਹਦੇ ਵਿੱਚ ਸੰਪੂਰਨਤਾ ਕਰਨ ਲਈ ਗੁਰੂ ਗੋਬਿੰਦ ਸਿੰਘ ਨੇ ਦਮਦਮੇ ਸਾਹਿਬ ਦੀ ਧਰਤੀ ਤੇ ਇਹਨਾਂ ਨੂੰ ਬੈਠ ਕੇ ਦੋਹਰੇ ਲਿਖਾ ਕੇ ਆਪਣੀ ਹਾਜ਼ਰੀ ਵਿੱਚ ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਨੂੰ ਲਾਇਆ। ਹੁਣ ਲੋੜ ਹੈ ਸੀ ਸਿੱਖਾਂ ਵਿੱਚ ਜਿਹੜੇ ਇਹਨਾਂ ਦੇ ਗ੍ਰੰਥੀ ਨੇ ਉਹ ਇਹਨਾਂ ਨੂੰ ਬਹੁਤ ਹੀ ਉੱਚੇ ਸੁੱਚੇ ਜੀਵਨ ਵਾਲੇ ਚਾਹੀਦੇ ਸਨ। ਉਹਨਾਂ ਦਾ ਪੰਡਿਤ ਬੜਾ ਸਿਆਣਾ ਚਾਹੀਦਾ, ਉਹਨਾਂ ਦਾ ਮੌਲਵੀ, ਉਹਨਾਂ ਦਾ ਪਾਦਰੀ ਤੇ ਤੁਹਾਡਾ ਗ੍ਰੰਥੀ। ਇਸ ਗੱਲ ਨੂੰ ਮੇਰੀ ਕੌਮ ਦੇ ਪਿੰਡਾਂ ਵਿੱਚ ਜਾਂ ਸ਼ਹਿਰਾਂ ਵਿੱਚ ਇਹਨੂੰ ਬਿਲਕੁਲ ਥੱਲੇ ਸੁੱਟਣ ਦਾ ਯਤਨ ਕੀਤਾ ਗਿਆ। ਗ੍ਰੰਥੀ ਨੂੰ ਇੱਕ ਨੌਕਰ ਬਣਾ ਕੇ ਰੱਖਣ ਦਾ ਯਤਨ ਕੀਤਾ ਗਿਆ। ਉਹਨੂੰ ਧਾਰਮਿਕ ਤੌਰ ਤੇ ਕੋਈ ਵੀ ਰਿਸਪੈਕਟ ਦੇਣ ਦਾ ਯਤਨ ਨਹੀਂ ਕੀਤਾ ਗਿਆ। ਜਦੋਂ ਉਹਨੂੰ ਰਿਸਪੈਕਟ ਨਹੀਂ ਮਿਲੀ ਤੇ ਕੋਈ ਵੀ ਬੰਦਾ ਪੜ੍ਹਿਆ ਲਿਖਿਆ ਵਿਦਵਾਨ ਬੰਦਾ ਗ੍ਰੰਥੀ ਦੀ ਬਣਦੀ ਡਿਊਟੀ ਦੇਣ ਤੋਂ ਕੰਨੀ ਕਤਰਾ ਗਿਆ। ਜੇ ਇਹ ਇਨੀ ਧਰਮ ਦੀ ਧੁਜਾ ਬਣ ਕੇ ਰਹਿਣਾ ਹੁੰਦਾ, ਇਨੀ ਸਾਰੇ ਪਾਸੇ ਇਹਨਾਂ ਕੋਲ ਲੋਕਾਂ ਨੇ ਆਨੰਦ ਕਾਰਜ ਕਰਾਉਣਾ ਨਾ, ਇਨੀ ਮ੍ਰਿਤਕ ਸੰਸਕਾਰ ਸਿੱਖਾਂ ਦਾ ਕਰਨਾ, ਇਨੀ ਨਾਮਕਰਨ ਕਰਨਾ, ਇਨੀ ਹਰ ਨੀਂਹ ਪੱਥਰ ਤੋਂ ਪਹਿਲਾਂ ਅਰਦਾਸ ਕਰਨੀ ਹੈ, ਹਰ ਕਾਰਜ ਇਹਨਾਂ ਦੇ ਜਰੀਏ ਹੋ ਕੇ ਸ਼ੁਰੂ ਕਰਨਾ ਸੀ। ਜਦੋਂ ਇਹਨਾਂ ਦੀ ਗੜਸੇ ਕੋਈ ਨਹੀਂ, ਇਹ ਕਿਸੇ ਨੂੰ ਕਹਿ ਨਹੀਂ ਸਕੇ ਕਿ ਜਿਹੜੇ ਬੱਚੇ ਦੇ ਕੇਸ ਕੱਟੇ ਉਹਦੇ ਇੱਥੇ ਆਨੰਦ ਕਾਰਜ ਨਹੀਂ ਹੋਣਗੇ, ਮੈਨੂੰ ਪੰਥ ਦਾ ਹੁਕਮ ਨਹੀਂ ਹੈ। ਇਹ ਜਿਹੜੇ ਬੰਦੇ ਐਸੇ ਨੇ ਗਲਤ ਕੰਮ ਵਾਲੇ ਨੇ, ਉਹਨਾਂ ਨੂੰ ਇੱਥੇ ਕੋਈ ਖਾਸ ਉਹਨਾਂ ਦੀ ਉਹ ਨਹੀਂ ਹੋਏਗੀ। ਹਾਂ, ਪ੍ਰਣ ਲੈ ਕੇ ਪਿਛਲੀਆਂ ਗਲਤੀਆਂ ਦਾ ਪ੍ਰਣ ਕਰਨ ਤੇ ਅੱਗੇ ਨੂੰ ਗੁਰੂ ਦੀ ਹਜ਼ੂਰੀ 'ਚ ਪ੍ਰਣ ਲੈ ਕੇ ਉਹਨਾਂ ਨਾਲ ਮੇਲ ਮਿਲਾਪ ਕੀਤਾ ਜਾ ਸਕਦਾ। ਇਸ ਕਰਕੇ ਹਰ ਡਿਸਪਲਿਨ ਦੇ ਨਾਲ ਪੰਚਮੈਂਟ ਰੱਖੀ ਜਾਂਦੀ ਹੈ, ਜਿਹੜੀ ਧਰਮ ਵਿੱਚ ਪੰਚਮੈਂਟਾਂ ਹੁੰਦੀਆਂ ਨੇ ਕਿ ਜਿਹੜਾ ਬੰਦਾ ਧਰਮ ਦੇ ਕਾਇਦੇ ਕਾਨੂੰਨ ਦੀ ਉਲੰਘਣਾ ਕਰਦਾ ਉਹਨੂੰ ਸਮਾਜਿਕ ਬਾਈਕਾਟ ਕਰ ਦਿੱਤਾ ਜਾਏ ਤਾਂ ਕਿ ਸਮਾਜ ਉਹਦੇ ਨਾਲ ਕੋਆਪਰੇਟ ਨਾ ਕਰੇ, ਉਹਨੂੰ ਅਹਿਸਾਸ ਦਵਾਇਆ ਜਾਏ। ਹੁਣ ਜੇ ਮੰਨ ਲਓ ਕੋਈ ਹਿੰਦੂਆਂ ਵਿੱਚੋਂ ਜਾਂ ਸਿੱਖਾਂ ਵਿੱਚੋਂ ਕੋਈ ਬੰਦਾ ਈਸਾਈ ਬਣ ਗਿਆ, ਬੜਾ ਜ਼ੋਰ ਲੱਗਿਆ ਉਹਨਾਂ ਮੇਰੇ ਭਰਾਵਾਂ ਦਾ, ਪਤਾ ਨਹੀਂ ਉਹ ਉਹਨਾਂ ਨੂੰ ਕੀ ਕਿੰਨਾ ਉਹਨਾਂ 'ਚ ਜੋਸ਼ ਭਰਿਆ ਹੁੰਦਾ ਵੀ ਅਸੀਂ ਆਪਣੀ ਸਾਰੀ ਦੁਨੀਆ ਤੇ ਆਪਣੇ ਧਰਮ ਨੂੰ ਲੈ ਕੇ ਜਾਈਏ। ਔਰ ਇਹਦੇ 'ਚ ਕੋਈ ਅੱਤ ਕਥਨੀ ਨਹੀਂ। ਵਰਲਡ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਆਬਾਦੀ ਹਜੇ ਤੱਕ ਅਸਾਂ ਜਾਂਦੀ ਹੈ, ਕਿਉਂਕਿ ਰਾਜ ਬੜਾ ਕਰ ਗਿਆ। ਦੂਸਰੇ ਹੈਗੇ ਨੇ ਮੁਸਲਮਾਨ, ਇਹਨੇ ਵੀ ਰਾਜ ਭਾਗ ਕੀਤਾ, ਹਜੇ ਵੀ ਉਹਨਾਂ ਦੇ ਰਾਜੇ ਬੈਠੇ ਨੇ। ਤੇ ਸਾਡਾ ਦੇਸ਼ ਤਾਂ ਗੁਲਾਮੀ ਵਿੱਚ ਧੱਕੇ ਖਾਂਦਾ ਰਿਹਾ ਸ਼ੁਰੂ ਤੋਂ। 15-15 ਕਿਲੋਮੀਟਰ ਦੇ ਰਾਜੇ ਬਣ ਕੇ ਬੈਠੇ ਰਹੇ, ਆਪੋ ਜੀ ਲੜਦੇ ਰਹੇ ਨੇ ਤੇ ਇੱਕ ਦੂਜੇ ਨਾਲ ਵੈਰ ਕਰਦੇ ਰਹੇ ਨੇ। ਰਾਣੀਆਂ ਉਹਦੇ ਕੋਲ ਖੋਲੀਆਂ, ਉਹਨਾਂ ਉਹਦੇ ਕੋਲ ਰਾਣੀਆਂ ਖੋਲੀਆਂ ਤੇ ਸਾਡੇ ਕੋਲ ਮਾਮਲੇ ਹੈ ਦਿੰਦੇ ਭਰਦੇ ਰਹੇ। ਇਸ ਕਰਕੇ ਗੁਰੂ ਪਿਆਰਿਓ, ਮੈਂ ਸਿਰਫ ਆਪਣੇ ਟੌਪਿਕ ਨੂੰ ਇੱਥੋਂ ਤੱਕ ਸੰਕੋਚਣਾ ਹੈ ਕਿ ਸਾਨੂੰ ਇੱਕ ਵਿਸ਼ੇਸ਼ ਤੌਰ ਤੇ ਸਾਰੀਆਂ ਮੇਰੀਆਂ ਧੀਆਂ ਭੈਣਾਂ ਨੂੰ ਤੇ ਮੇਰੇ ਬਜ਼ੁਰਗਾਂ ਨੂੰ ਤੇ ਨੌਜਵਾਨ ਬੱਚਿਆਂ ਨੂੰ ਖਾਸ ਕਰਕੇ ਜਿਨ੍ਹਾਂ ਦੀ ਜ਼ਿੰਦਗੀ 'ਚ ਹਜੇ ਬੱਚਿਆਂ ਦੇ ਆਨੰਦ ਕਾਰਜ ਕਰਨੇ ਤੁਹਾਨੂੰ ਬਹੁਤ ਔਖੇ ਹੋ ਜਾਣ। ਸਾਰੇ ਭਾਰਤ ਵਿੱਚ ਗਰੀਬੀ ਦੀ ਰੇਖਾ ਬਹੁਤ ਵੱਧਦੀ ਜਾ ਰਹੀ ਹੈ, ਬੜੀ ਜ਼ੋਰ ਨਾਲ ਅਸੀਂ ਆਰਥਿਕਤਾ ਦੇ ਥੱਲੇ ਡਿੱਗਦੇ ਜਾ ਰਹੇ ਹਾਂ। ਦੂਸਰੇ ਪਾਸੇ ਮਹਿੰਗਾਈ ਅਸਮਾਨ ਛੂਹ ਰਹੀ ਹੈ। ਜਿਹੜਾ 300 ਦਾ ਸਿਲੰਡਰ ਤੁਰਿਆ ਸੀ ਉਹ ਥੋੜੇ ਚਿਰ ਵਿੱਚ 1000 ਤੱਕ ਸਿਲੰਡਰ ਪਹੁੰਚ ਗਿਆ। ਸਾਡੀ ਆਮਦਨ ਦਾ ਮਿਆਰ ਉਨਾ ਉੱਚਾ ਨਹੀਂ ਗਿਆ ਜਿੰਨਾ ਮਹਿੰਗਾਈ ਦਾ ਲੈਵਲ ਉੱਚਾ ਹੋ ਗਿਆ। ਆਮਦਨ ਥੱਲੇ ਗਈ ਤੇ ਮਹਿੰਗਾਈ ਵੱਧਦੀ ਜਾ ਰਹੀ ਹੈ। ਬਿਮਾਰੀ ਧੜਾ ਧੜ ਵੱਧ ਰਹੀ ਹੈ, ਧੜਾ ਧੜ ਬੜੇ ਭਰੇ ਪਏ ਨੇ ਹਸਪਤਾਲ। ਜੋ ਮਰਜ਼ੀ ਟੀਕੇ ਲਾਈ ਜਾਣ, ਜੋ ਮਰਜ਼ੀ ਕਰੀ ਜਾਣ, ਜਿੰਨੇ ਮਰਜ਼ੀ ਐਕਸਰੇ ਕਰਾਈ ਜਾਣ, ਪੈਸਾ ਸਾਡੇ ਕੋਲ ਬਿਲਕੁਲ ਨਹੀਂ ਆਉਣ ਵਾਲੇ ਹਾਲਤ 'ਚ। ਚੰਦ ਬੰਦਿਆਂ ਕੋਲ ਪੈਸਾ ਰਹੂਗਾ, ਨਹੀਂ ਆਮ ਬੰਦਿਆਂ ਕੋਲ ਹਾਲਤ ਨਹੀਂ ਹੈ। ਇਸ ਕਰਕੇ ਆਪਣੇ ਗੁਰੂ ਦੇ ਬਚਨਾਂ ਦੀ ਕਰੀਏ, ਸਿਦਕ ਰੱਖੀਏ, ਮੌਤ ਨੂੰ ਜ਼ਰੂਰ ਯਾਦ ਕਰੀਏ ਪਰ ਡਰੀਏ ਨਾ। ਇਹ ਤੋਂ ਸਰੀਰ ਦੀ ਤਬਦੀਲੀ ਹੁੰਦੀ ਹੈ। ਇੱਕ ਮੌਤ ਇੱਕ ਕੱਪੜਾ ਲਾ ਕੇ ਇੱਕ ਦੂਜਾ ਜਿਵੇਂ ਦੂਸਰਾ ਕੱਪੜਾ ਪਹਿਨੀਦਾ, ਏਦਾਂ ਦੀ ਹਾਲਤ ਹੁੰਦੀ ਹੈ। ਪਰ
जे ਉਹਦੇ ਅਸੀਂ ਲਕਸ਼ੇ ਬਣਾਈਏ ਫਿਰ ਤਾਂ ਡਰ ਪਾਉਂਦੇ। ਜਿੰਨਾ ਚਿਰ ਸਾਨੂੰ ਆਤਮਾ ਦੀ ਸੋਝੀ ਨਹੀਂ ਉਹਨਾਂ ਚਿਰ ਤਾਂ ਅਸੀਂ ਤਾਂ ਡਰਦੇ ਹਾਂ। ਕੌਣ ਨਹੀਂ ਹੈ ਜਿਹੜਾ ਬੰਦਾ ਮੌਤ ਤੋਂ ਨਹੀਂ ਘਬਰਾਉਂਦਾ। ਇਹਨੀ ਬੇਸ਼ੱਕ ਬੰਬ ਤਿਆਰ ਕੀਤੇ ਨੇ, ਜੋ ਮਰਜ਼ੀ ਕੀਤਾ, ਪਰ ਉਹਨੂੰ ਚਲਾ ਨਹੀਂ ਸਕਦੇ। ਉਹਨਾਂ ਨੂੰ ਪਤਾ ਵੀ ਜੇ ਇਹ ਚੱਲ ਗਏ ਤੇ ਅਸੀਂ ਵੀ ਨਾਲੇ ਮਰ ਜਾਣਾ, ਜਿਹੜੇ ਰਾਜ ਕਰਦੇ ਉਹ ਵੀ ਮਰ ਜਾਣਾ। ਇਸ ਕਰਕੇ ਸਭਨਾ ਮਰਨਾ ਆਇਆ, ਵਿਛੋੜਾ ਸਭਨਾ ਹੈ, ਘਬਰਾਉਣ ਦੀ ਗੱਲ ਨਹੀਂ ਹੈ। ਸਿੱਖ ਭਾਈਚਾਰੇ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਗੁਰੂ ਨਾਨਕ ਤੋਂ ਲੈ ਕੇ ਗੋਬਿੰਦ ਰਾਏ ਤੱਕ ਚਰਨ ਪੌੜ ਦੇ ਕੇ ਸਿੱਖ ਬਣਾਏ ਜਾਂਦੇ ਰਹੇ। ਕਿਸੇ ਵੀ ਬਾਬਾ ਬੁੱਢਾ ਜੀ ਨੂੰ ਸਿੱਖ ਬਣਾਉਣ ਦਾ ਹੱਕ ਨਹੀਂ ਸੀ, ਕਿਸੇ ਭਾਈ ਮੱਝ ਨੂੰ ਸਿੱਖ ਬਣਾਉਣ ਦਾ ਹੱਕ ਨਹੀਂ ਸੀ। ਭਾਈ ਗੁਰਦਾਸ ਸਿੱਖ ਨਹੀਂ ਸੀ ਬਣਾਉਂਦੇ, ਪ੍ਰਚਾਰ ਕਰਦੇ ਸਨ ਸਿੱਖੀ ਦਾ, ਮਸੰਦ ਕਰਦੇ ਸਨ, ਘੇਰ ਕੇ ਸੰਗਤਾਂ ਨੂੰ ਗੁਰੂ ਘਰ ਚ ਲਿਆ ਕੇ ਨਾਮ ਦਵਾਉਂਦੇ ਸਨ ਤੇ ਅਸੀਂ ਇਕੱਠੇ ਹੋ ਕੇ ਗੁਰੂ ਦੇ ਸਿੱਖ ਬਣਦੇ ਸਾਂ। ਉਦੋਂ ਤੋਂ ਸਾਨੂੰ ਭਾਈ ਤੇ ਭੈਣਾਂ ਦਾ ਲਕਬ ਦਿੱਤਾ ਜਾਂਦਾ ਸੀ। ਇਹ ਗੱਲ ਗੁਰੂ ਗੋਬਿੰਦ ਰਾਏ ਤੱਕ ਚੱਲੀ। ਇੱਕ ਗੁਰੂ ਰਿਹਾ, ਸ਼੍ਰੀ ਚੰਦ ਜੀ ਸਾਡੇ ਗੁਰੂ ਨਹੀਂ ਬਣੇ, ਦਾਤੂ ਜੀ ਦਾਸੂ ਜੀ ਸਾਡੇ ਗੁਰੂ ਨਹੀਂ ਬਣੇ, ਮੋਹਨ ਤੇ ਮੋਹਰੀ ਸਾਡੇ ਗੁਰੂ ਨਹੀਂ ਬਣੇ। ਫਿਰ ਕੀ ਇਹਨਾਂ ਜ਼ੋਰ ਲਾ ਲਿਆ ਵੀ ਮੈਂ ਰਾਮਦਾਸ ਦਾ ਵੱਡਾ ਬੇਟਾ, ਮੈਂ ਗੁਰੂ ਬਣਨਾ, ਪੱਗ ਮੈਨੂੰ ਬੰਨ੍ਹ ਦੋ। ਕੋਈ ਗੁਰੂ ਨਹੀਂ ਉਹਨੂੰ ਮੰਨਿਆ ਕਿਸੇ ਨੇ। ਇਹਦੇ ਰਾਮ ਰਾਏ ਗੁਰੂ ਘਰ ਵਿੱਚੋਂ ਵਿਰੋਧਤਾ ਚੱਲਦੀ ਰਹੀ ਵੀ ਅਸੀਂ ਗੁਰੂ ਦੀ ਔਲਾਦ ਹੈ। ਫਿਰ ਪਹਿਲਾਂ ਗੁਰੂ ਦੇ ਬੱਚੇ ਵਿਰੋਧਤਾ ਕਰਦੇ ਨੇ ਵੀ ਤੁਸੀਂ ਇੱਕ ਨੌਕਰ ਨੂੰ ਗੱਦੀ ਦੇ ਦਿੰਦੇ ਆ, ਇੱਕ ਤੁਸੀਂ ਆਪਣੇ ਕੁੜਮ ਨੂੰ ਗੱਦੀ ਦੇਂਦੇ, ਆਪਣੇ ਪੁੱਤਰਾਂ ਨੂੰ ਛੱਡ ਕੇ। ਪੁੱਤਰਾਂ ਦਾ ਵਿਰਸਾ ਹੁੰਦਾ। ਇਹ ਆਂਦੇ ਨਹੀਂ ਇਹ ਚੀਜ਼ ਉਹਦੀ ਹੈ ਜਿਹਨੂੰ ਧੁਰੋਂ ਮਿਲੀ ਹੋਗੀ, ਕਿਸੇ ਦੀ ਮਲਕੀਅਤ ਨਹੀਂ ਹੈ। ਅੱਜ ਉਹ ਮਲਕੀਅਤ ਅਸੀਂ ਆਪਣੀ ਬਣਾ ਕੇ ਬੈਠੇ ਹੋਏ ਹਾਂ। ਇਸ ਕਰਕੇ ਸਾਨੂੰ ਕੁਝ ਕਾਫੀ ਸੰਜੀਦਗੀ ਨਾਲ ਕੌਮ ਨੂੰ ਅੱਗੇ ਲੈ ਕੇ ਤੁਰਦੇ ਆ। ਤੁਹਾਡੇ ਅੰਦਰ ਇੱਕ ਕੌਮੀ ਦਰਦ ਪੈਦਾ ਕਰਨ ਦਾ ਉਪਰਾਲਾ ਵੀ ਤੁਹਾਡੇ ਅੰਦਰ ਤੁਸੀਂ ਆਪਣੇ ਚੰਗੇ ਘਰ ਕੋਠੀਆਂ ਬਣਾ ਲੀਆਂ, ਮੈਨੂੰ ਕੋਈ ਦੁੱਖ ਨਹੀਂ, ਪਰ ਮੈਨੂੰ ਦੁੱਖ ਹੈ ਵੀ ਤੁਸੀਂ ਬਹੁਤ ਪੈਸਾ ਇਹਨਾਂ ਤੇ ਲਾਈ ਜਾਂਦੇ ਆ। 15-20 ਸਾਲਾਂ ਨੂੰ ਸਭ ਕੁਝ ਬਦਲ ਜਾਣਾ ਜੇ ਧਰਤੀ ਖੜੀ ਰਹਿ ਗਈ। ਅੱਜ ਤੋਂ 20 ਸਾਲ ਪਹਿਲੀ ਕੋਈ ਚੀਜ਼ ਨਹੀਂ ਨਜ਼ਰ ਆ ਰਹੀ ਤੇ ਆਉਣ ਵਾਲੇ 15 ਸਾਲਾਂ 'ਚ ਹੋਰ ਤਬਦੀਲੀ ਛੇਤੀ ਹੋਣੀ। ਇਹ ਤੁਹਾਡੇ ਮਕਾਨ ਇਦਾਂ ਦੇ ਨਹੀਂ ਹੋਣੇ, ਤੁਹਾਨੂੰ ਉਹ ਵੀ ਭੈੜੇ ਲੱਗਣ ਲੱਗ ਪੈਣਾ। ਤੁਹਾਡੇ ਕੱਪੜੇ ਬੇਸ਼ੱਕ ਇਦਾਂ ਦੇ ਨਾ ਹੋਣ, ਇਹ ਵੀ ਤੁਹਾਨੂੰ ਭੈੜੇ ਲੱਗਣ ਲੱਗ ਪੈਣਾ। ਇਸ ਕਰਕੇ ਜੇ ਨਹੀਂ ਬਦਲਣਾ ਤੇ ਪ੍ਰਮਾਤਮਾ ਨੇ ਨਹੀਂ ਬਦਲਣਾ, ਬਾਕੀ ਸਾਰੀ ਚੀਜ਼ ਬਦਲ ਰਹੀ ਹੈ, ਰੁੱਖ ਬਦਲ ਰਹੇ ਨੇ। ਤੇ ਗੁਰੂ ਪਾਤਸ਼ਾਹ ਰਹਿਮਤ ਕਰਨ, ਸਾਨੂੰ ਇਹਨਾਂ ਗੱਲਾਂ ਨੂੰ ਜ਼ਰੂਰ ਧਿਆਨ 'ਚ ਰੱਖਣਾ ਚਾਹੀਦਾ। ਸਾਈ ਤਾਂ ਸਿਰਫ ਚੌਕੀਦਾਰ ਹੋ ਕੇ ਤੁਹਾਡੇ ਚਰਨਾਂ 'ਚ ਬੇਨਤੀ ਕਰਦੇ ਹਾਂ ਵੀ ਤੁਹਾਡੇ 'ਚ ਕੌਮੀ ਪਿਆਰ ਪੈਦਾ ਹੋਏ। ਤੁਸੀਂ ਆਪਣੇ ਘਰ ਬਣਾਏ ਆ, ਦੇਸ਼ ਵਾਸਤੇ ਟੈਕਸ ਘਟਾਣੇ, ਭਾਰਤ ਵਾਸਤੇ, ਅਮਰੀਕਾ ਵਾਸਤੇ ਟੈਕਸ ਨਹੀਂ ਘਟਾਉਂਦੇ। ਜਿਹੜੇ ਸਾਡੇ ਉੱਥੇ ਵੱਜਾ ਕੇ ਕੰਮ ਕਰਦੇ ਆ, ਅਸੀਂ ਅਮਰੀਕਾ ਦਾ ਵੀ ਟੈਕਸ ਘਟਾਣੇ ਆ, ਕੈਨੇਡਾ ਦੀ ਤਰੱਕੀ ਵਾਸਤੇ ਯੋਗਦਾਨ ਪਾਣੇ ਆ, ਆਸਟ੍ਰੇਲੀਆ ਦੀ ਤਰੱਕੀ ਵਾਸਤੇ ਅਸੀਂ ਯੋਗਦਾਨ ਕਰਦੇ ਆ, ਭਾਰਤ ਦੀ ਤਰੱਕੀ ਵਾਸਤੇ ਅਸੀਂ ਲੋਕ ਭਾਰਤ ਦੇ ਪੈਸੇ ਘਟਾਉਂਦੇ ਆ, ਪੰਜਾਬ ਦੀ ਤਰੱਕੀ ਵਾਸਤੇ ਪੰਜਾਬ ਨੂੰ ਟੈਕਸ ਘਟਾ ਰਹੇ ਆ। ਹੁਣ ਰਹੀ ਗੱਲ ਆਪਣੇ ਘਰ ਦੀ, ਬੱਚਿਆਂ ਨੂੰ ਪੜ੍ਹਾਉਣ ਦਾ ਯਤਨ ਕਰਦੇ ਆ, ਚੰਗੀ ਮਕਾਨ ਗੱਡੀ ਰੱਖਣ ਦਾ ਯਤਨ ਕਰਦੇ, ਕਰੋ, ਗੁਰੂ ਨੇ ਦਿੱਤਾ ਵਰਤੋ। ਪਰ ਮੇਰੀ ਸੋਚ ਹੈ ਵੀ ਤੁਸੀਂ ਸਿੱਖ ਧਰਮ ਬਾਰੇ ਕੀ ਯਤਨ ਕਰਦੇ ਆ, ਆਪਣੀ ਸਿੱਖ ਕੌਮ ਬਾਰੇ ਕੀ ਸੋਚਦੇ ਆ ਵੀ ਇਹ ਕੌਮ ਦੁਨੀਆ ਤੋਂ ਅਬੋਲਿਸ਼ ਹੋ ਜਾਏ ਤੇ ਸਾਰੇ ਬੰਦੇ ਕੋਨੇ ਮੋਨੇ ਹੋ ਕੇ ਤੁਰੇ ਫਿਰੀਏ। ਇਹਦੇ ਨਾਲ ਤੁਹਾਡੀ ਕੀ ਟੌਰ ਬਣ ਗਈ? ਤੁਹਾਨੂੰ ਸਰਦਾਰੀ ਚੰਗੀ ਨਹੀਂ ਲੱਗੀ। ਸਿਰ ਦੀ ਸੇਫਟੀ, ਹਰ ਟਾਈਮ ਸਿਰ ਵਿੱਚ ਰੱਖਿਆ, ਉਹਨੂੰ ਕੋਈ ਸੱਟ ਨਾ ਲੱਗ ਜਾਏ। ਜਿਹਦਾ ਸਿਰ ਗਿਆ ਉਹਦਾ ਕੱਖ ਨਹੀਂ ਰਿਹਾ, ਜਿਹਦੀਆਂ ਲੱਤਾਂ ਵੀ ਚਲੇ ਜਾਣ, ਅੱਖਾਂ ਵੀ ਚਲੇ ਜਾਣ। ਮੈਂ ਤੁਹਾਨੂੰ ਉਹ ਬੰਦੇ ਦੱਸਦਾ ਜਿਹਦੀਆਂ ਅੱਖਾਂ ਨਹੀਂ ਹੈ। ਉਹ ਮੇਰਾ ਖਿਆਲ ਇੱਕ ਬੰਦਾ, ਉਹਨਾਂ ਪਤਾ ਨਹੀਂ 18 ਭਾਸ਼ਾ ਵਿੱਚ ਜਿਹੜੀਆਂ ਆਪਣੇ ਧਰਮ ਗ੍ਰੰਥ ਲਿਖ ਦਿੱਤੇ, 18 ਭਾਸ਼ਾ। ਅੰਨੇ ਬੰਦੇ, ਗੂੰਗੇ ਬੰਦੇ, ਬੋਲੇ ਬੰਦੇ ਕੰਮ ਕਰ ਜਾਣਗੇ। ਕੋਈ ਦਿਮਾਗ ਹੈਗਾ ਤੇ ਜਿਹਦਾ ਸਿਰ ਗਿਆ ਉਹਦਾ ਕੱਖ ਵੀ ਨਹੀਂ ਰਿਹਾ। ਐਨੀ ਸੇਫਟੀ ਕੀਤੀ ਗੁਰੂ ਪਾਤਸ਼ਾਹ ਨੇ। ਉੱਤੇ ਦਮਾਲੇ ਸਜਾ ਕੇ ਉੱਤੇ ਕੜੇ ਪਾ ਦਿੱਤੇ ਵੀ ਸਿੱਧੀ ਗੋਲੀ ਵੀ ਮਾਰੇ, ਤੇਰੇ ਕੋ ਛਵੀ ਵੀ ਮਾਰੇ, ਤੇਰਾ ਸਿਰ ਨਾ ਜਾਏ ਤੇ ਕੋਈ ਗੱਲ ਨਹੀਂ। ਅਸੀਂ ਨੇ ਵੀ ਕਹਿਣਾ ਸ਼ੁਰੂ ਕਰ ਦਿੱਤਾ, ਮੇਰਾ ਸਿਰ ਜਾਏ ਤਾਂ ਜਾਏ, ਮੇਰਾ ਸਿੱਖੀ ਸਿਦਕ ਨਾ ਜਾਏ। ਅਸੀਂ ਵੀ ਸਿਰ ਦੀ ਬਾਜੀ ਲਾ ਦਿੱਤੀ ਵੀ ਮੈਨੂੰ ਸਿੱਖੀ ਵਿੱਚ ਉਹ ਚੀਜ਼ਾਂ ਮਿਲੀਆਂ। ਅੱਜ ਤੁਸੀਂ ਉਹ ਸਿੱਖੀ ਨੂੰ ਗਲੀਆਂ 'ਚ ਰੋਲ ਦਿੱਤਾ, ਸੜਕਾਂ ਤੇ ਰੋਲ ਦਿੱਤਾ, ਬੂਟੀ ਪਾਰਲਰ ਤੇ ਮੇਰੀਆਂ ਧੀਆਂ ਨੇ ਰੋਲ ਦਿੱਤੀ, ਸਲੂਨਾਂ ਦੇ ਦੁਕਾਨਾਂ ਤੇ ਜਾ ਕੇ ਮੇਰੇ ਸਿੱਖ ਭਰਾਵਾਂ ਨੇ ਰੋਲੀ, ਠੇਕਿਆਂ ਤੇ ਜਾ ਕੇ ਰੋਲੀ, ਕਬਰਾਂ ਤੇ ਮੱਥੇ ਟੇਕ ਕੇ ਰੋਲੀ, ਥਾਂ ਥਾਂ ਤੇ ਬਾਬੇ ਬਣਾ ਲਏ, ਗੁਰੂ ਬਣਾ ਲਏ, ਉੱਥੇ ਗੁਰਦੁਆਰਾ ਬਣਾ ਲਿਆ ਤੇ ਗੁਰੂ ਪਾਤਸ਼ਾਹ ਦੀ ਕੋਈ ਸੇਵਾ ਨਹੀਂ। ਰੁਚੀ ਬਾਬੇ ਦੇ ਪੈਰਾਂ ਦੇ ਮੱਥੇ ਟੇਕਣ ਦੀ ਹੈ, ਉਹ ਹਾਈਲਾਈਟ ਹੋ ਗਿਆ। ਸਿੱਖ ਹਿੰਦੂਆਂ ਦੇ ਲੱਖਾਂ ਗੁਰੂ ਹੋ ਸਕਦੇ ਨੇ, ਸਿੱਖਾਂ ਦਾ ਗੁਰੂ ਸਾਰੇ ਵਰਲਡ ਵਿੱਚ ਹੋਏਗਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ। ਇਸ ਕੇ ਵਿੱਚ ਦੋਆ ਚਵਰ ਸਿਰ ਤੇ ਉਠਾਣਾ ਇਹਦੇ ਸਤਿਕਾਰ ਵਜੋਂ ਹੈ। ਸੋ ਅਸੀਂ ਗੁਰੂ ਗੋਬਿੰਦ ਰਾਏ ਤੋਂ 5 ਪਿਆਰਿਆਂ ਤੋਂ ਖੰਡ ਦੀ ਪਹੁੰਚ ਸਕਦੇ ਹੈ।
ਇਹ ਵੀ ਇੱਕ ਪਹਿਲਾ ਮਿਸ਼ਨ ਹੈ ਦੁਨੀਆ ਦਾ, ਜਿੱਥੇ ਪੰਜ ਪਿਆਰੇ ਲੋਕਾਂ ਨੂੰ ਸਮੂਹਕ ਰੂਪ ਵਿੱਚ ਇਕੱਠੇ ਹੋ ਕੇ ਇੱਕ ਪੰਥ ਨਾਲ ਜੋੜ ਜਾਂਦੇ ਨੇ, ਉਹ ਸਾਡੇ ਭਰਾ ਬਣ ਜਾਂਦੇ ਨੇ। ਤੇ ਪੰਜ ਪਿਆਰੇ ਸਾਨੂੰ ਹੁਕਮ ਕਰਦੇ ਨੇ ਕਿ ਅੱਜ ਤੋਂ ਖਾਲਸਾ ਜੀ ਤੁਹਾਡਾ ਧਰਮ ਦਾ ਪਿਓ ਗੁਰੂ ਗੋਬਿੰਦ ਸਿੰਘ ਜੀ, ਜਿਨ੍ਹਾਂ ਸਾਰਾ ਵੰਸ਼ ਲਾਇਆ ਹੋਇਆ, ਅੱਜ ਤੋਂ ਤੁਹਾਡੀ ਇੱਕ ਨਵੀਂ ਮਾਂ, ਪਹਿਲੀ ਮਾਂ ਹੋ ਸਕਦਾ ਤੁਹਾਡੇ ਨਾਮ ਨਾ ਜਪਦੀ ਹੋਏ, ਪਹਿਲਾ ਪਿਓ ਤੁਹਾਡਾ ਕੋਈ ਗਲਤ ਕੰਮ ਵੀ ਕਰਦਾ ਹੋਏ, ਪਰ ਅੱਜ ਤੁਸੀਂ ਗੁਰੂ ਘਰ 'ਚ ਜੰਮੇ ਹੋ, ਅੱਜ ਤੁਹਾਡਾ ਪਿਓ ਵੀ ਇੱਕ ਨਵਾਂ ਬਣਾਤੇ ਅਸੀਂ ਗੋਬਿੰਦ ਸਿੰਘ। ਕਿਸੇ ਕੌਮ ਦਾ ਦੋਹਰੇ ਪਿਓ ਨਹੀਂ ਬਣਿਆ, ਇੱਕ ਮਾਂ ਬਣਾਈ ਮਾਤਾ ਸਾਹਿਬ ਕੌਰ, ਇੱਕ ਤੁਹਾਡਾ ਬਰਥ ਪਲੇਸ ਬਣਾਇਆ ਕੇਸਗੜ੍ਹ ਦਾ, ਕੇਸਾਂ ਦਾ ਸਤਿਕਾਰ ਰੱਖਣਾ, ਕੇਸਗੜ੍ਹ ਦੇ ਵਸਨੀਕ ਬਣਨਾ, ਇੱਕ ਤੁਹਾਨੂੰ ਪੁਰੀ ਦਿੱਤੀ ਹੈ, ਆਨੰਦਪੁਰ ਦੇ ਤੁਹਾਡਾ ਪਿੰਡ ਬਣਾਇਆ, ਤੁਸੀਂ ਹਰ ਟਾਈਮ ਬਾਣੀ ਪੜ੍ਹ ਕੇ ਆਨੰਦ ਵਿੱਚ, ਖੇੜੇ ਵਿੱਚ, ਮਸਤੀ ਵਿੱਚ ਰਹਿਣਾ, ਤੇ ਤੁਸੀਂ ਇਕੱਠੇ ਹੋ ਕੇ ਰਹਿਣਾ, ਜਾਤ ਪਾਤ ਤੋਂ ਉੱਪਰ ਉੱਠ ਕੇ ਰਹਿਣਾ, ਇਸਤਰੀ ਵਰਗ ਦਾ ਸਤਿਕਾਰ ਕਰਨਾ, ਹਰ ਕੰਮ ਵਿੱਚ ਉਹਨੂੰ ਬਰਾਬਰਤਾ ਦੇਣੀ। ਔਰ ਉਹ ਅੰਮ੍ਰਿਤ ਛਕਦੀ ਹੈ, ਉਹ ਵੀ ਕਿਰਪਾਨ ਧਾਰਨ ਕਰਦੀ ਹੈ, ਸਿੱਖਾਂ ਦੀ 9 ਇੰਚੀ ਦੀ ਕਿਰਪਾਨ, ਭਾਰਤ ਦੇ ਵਿੱਚ ਡੋਮੈਸਟਿਕ ਫਲਾਈਟ ਦੀ ਹੱਕਦਾਰ ਹੈ, ਜਹਾਜ਼ ਦਾ ਸਫ਼ਰ ਡੋਮੈਸਟਿਕ 9 ਇੰਚੀ ਦੀ ਕਿਰਪਾਨ, ਸਿੱਖ ਸੰਵਿਧਾਨ ਭਾਰਤ ਦੇ ਸੰਵਿਧਾਨ ਅਨੁਸਾਰ ਉਹ ਅਸੀਂ ਕਿਸੇ ਅਸੈਂਬਲੀ 'ਚ ਲੈ ਕੇ ਜਾ ਸਕਦੇ ਹਾਂ, ਕੋਰਟ ਵਿੱਚ ਲੈ ਕੇ ਜਾ ਸਕਦੇ ਹਾਂ, ट्रेन 3.5 फुट की कृपान ले जा सकते हैं गात्रे करके, पर असी ये वड्डी कृपान वो असी जहाज विच ते नाल असैंबली विच नहीं लैके जा सकते, बाकी किते भी लैके जा सकते हैं। साडे च सिक्खी दे जज्बात होण ते सानू हक दिता होया इन्हां चीज़ां दा। साडे केसां दी कोई बेअदबी करे, साडे गुरु बख्शे दाड़े दी, गुरु बख्शी दस्तार दी, गुरु बख्शी कृपान दी कोई बेअदबी करे, भारत दा संविधान नूं 2 साल की सजा दे कि तू क्यों सिख दे धर्म चिन्हां दी बेअदबी कीती है। पर अज असीं इन्हां गल्लां तो विसले होके फिल्मां दे दौरां विच आ गए हैं, नशियां दे दौरां च गलतान हो गए हैं, बच्चियां दी जिंदगी जिहड़ी ओह गलत पासे तुरी जाण दी है। एक 2 बच्चे मसां साडे घरां च है ते कोठियां दे असीं 15 कमरे बनाए हैं, 2-3 भईए ते भईयाणियां रखियां वा ते बच्चे 2 भी नहीं खेडदे, साडे कुत्ते भी 5-4 रखे हुए, उन्हां नूं भी रोटी पाई जाने हैं। ते बच्चियां वास्ते साडे वास्ते ना पढ़ाई है, ना साडे कोल उन्हां पालन पोषण कोई रोजगार है। इस करके आप अपने धर्म की पालना करिए, पंजां प्यारों छकनी पौड़ ते उस तो बाद रोज ही अपने गुरुद्वारे नाल जोड़ना, किसी भी बाबे के डेरे ते जाण दा यतन ना करिए। ये जिन्ने डेरे खोले हुए हैं राजनीति स्टैंट बन चुके, ये सारे डेरे जिहड़े ने राजनीतियां दी बुक्कल च पै चुके ने। इस करके साडा गुरु श्री गुरु ग्रंथ साहब साडे पिंड विच है, इसे गुरुद्वारे विच लड़कियां दे आनंद कारज करिए ताकि गरीब नूं अपनी बच्ची ब्याहण दा कोई दुख ना उठे। अपने पैसे नूं किसी होर थां ते चंगी थां ते ला लियो, मैनूं कोई इतराज नहीं। जदों तुसीं अमीर बंदे पैलसां 'च जाने आ, वो अगे पैलस वाला अमीर है, उहनूं तुसीं लाख रुपया एवं घंटे का दे के चुप करके मूँह ढिला जा करके तुर पैने आ, ते फिर तुहाडी कुड़ी छड्डी जांदी है। उत्थे तुसीं शराबां पीने हो, उत्थे तुसीं गंदे गाने बजाने हो, एक पासे तुसीं कहने भी कन्यादान होण लग्या, दूजे पासे तुसीं राखसां लाउण भैड़े काम करदे हो। इस करके कुड़ियां दा वसेवा भी औखा हो गया। तां असीं बेनती करदे हां कि हर लड़की नूं अपने जिहड़ा महल्ले दा गुरुद्वारा उहदे नाल एक लंगर हाल है, पहला मिशन है जिथे गुरुद्वारे दे नाल लंगर हाल तैयार किया जाता। ये पहला मिशन है दुनिया च जिहदा निशान धर्म दा सब तो उच्चा रखा जाता, उत्ते जाके खंडा लाया जाता, उहनूं एक स्पैशल कलर केसरी जां सरमई कलर दा उहनूं चोला दिता जाता। ये दुनिया दा पहला मिशन है जिथे ये कहा जाता नानक नाम चढ़दी कला तेरे भाणे। मुसलमानों का भी भला मंगते हैं, हिंदुओं का भी मंगते हैं, वो नहीं अपने अपने कौम का मन्निया, असीं सारियां दा मंगते हैं। पर मैं एक गल कह दिना भी अज असीं अपने सगे भरा का भी भला नहीं करते, मंगते सारियां दा ते करते सगे भरा का भी नहीं, उहदा भी हक खांदे। अगली बेनती है, यह भी एक विशेष है कि साडे धर्म विच कड़ाह प्रसादी देग बनती है, जिहदे च बराबर मिठा, बराबर घ्यो देसी, बराबर आटा पा के इनू 2 बाणियां पढ़ के बड़ी सोध नाल तैयार किया जाता, सिर ते उठाया जाता ते इनू उच्चे थां ते सजाया जाता जिवें इन्नी सजावट की है। असीं भुंजे बैठे हैं, गुरु पातशाह दे बराबर कड़ाह प्रसादी देग बैठी है। एक मौत के टाइम भी देग बननी है, ब्याह के टाइम भी बननी है, ते जन्म के टाइम भी बननी है, कोई नींव रखना ता भी बननी, कोई भी काम शुरू करना कड़ाह प्रसादी देग तैयार करके बुढ़े तो बुढ़ा ले, छोटी तो छोटा खाए, ताकत भी पूरी देगा, टेस्ट भी बहुत वधिया होगा, देसी घ्यो दीयां लपटां आउणगीआं ते बंदे दा गलों ने
लाने वास्ते कोई दिक्कत नहीं भी मगरों पानी पीने की लोड़ है, आपे घ्योल खिंच के लैके जाजूगा, अंदरली खुशकी भी कढूगा ते बाहरली खुशकी भी कढूगा। यह है कड़ाह प्रसादी देग सिख पंथ विच। किहड़ियां-किहड़ियां तुहाडे धर्म दी विशेषताइयां दसीए, पर अज तुसीं वेले हो गए हैं, तुहानूं छोटे छोटे गुरुओं ने अपने कब्ज च लै लिया। तू उत्थे जाके नामदान लै लें, उत्थे जाके इट्टां साफ करी जाई, गुरुद्वारे जाई ना, उत्थे ना बैठी, उत्थे राजनीति आ गई। गुरुद्वारियां च राजनीति बाड़ दित्ती है, उन्हां विच भी राजनीति, ये नहीं भी उन्हां डेरियां च राजनीति नहीं है, पर गुरुद्वारियां ते विशेष तौर ते एक जिहड़ी प्रबंधक कमेटी बननी है, उहदे विच खास गुण होने चाहिए ने, निम्रता होनी चाहिए है, संतोख होना चाहिए है, धीरज होना चाहिए है। एक पासे औगण ने काम, क्रोध, लोभ, मोह, हंकार, ईर्खा, निंदिया, चुगली, चोरी, ठगी, जुआ, ये औगण ने, ते दूजे पासे हैगे ने गुण, दया, धर्म, सेवा, सिमरन, संतोख, धीरज, परोपकार, नेकी, सच, ये गुण इन्हां दी राशि बढ़ानी है ते औगणां दी राशि घट करनी है, जीवन उच्चे पासे जाऊगा। इस करके गुरु प्यारिओ, अज सानू इन्हां गल्लां नू जरूर समझण दी लोड़ है। पता नहीं कदों सानू मौत दा नगारा वजना, बज जाना, रहना किसी दा नहीं है। हो सकदा असीं बिल्कुल बार्डर ते बैठाले होए हैं। अगे भी असीं 1947 च बड़ा दुखांत भोगिया, 1984 च भी इत्थों दे हिंदुआं ने जां सिखां ने जां दुखांत भोगिया असीं, जिद्दां दा होया साडे नाल। पता नहीं किहड़े बंदे किद्दां कर गए, पर जे कोई असली सिख है वो थोड़ा किता कदे भी किसी दा दिल नहीं दिखाएगा, उन्होंने गुरु नहीं अगमांदा कि तू ऐसे काम कर। हाँ, जिथे उहदे जुल्म दे टाकरे वास्ते जे उहनूं खड़ना पए फिर वो पीछे नहीं हटदा। ये सी साडा सिद्धांत। इस सिद्धांत नूं चुकीए, बेटियां बेटे इन्हां गल्लां नूं बाणी ने इन्हां दे अंदर भेजो। अपने बच्चों को मुढ़ला सिलेबस सिक्खी का, सिख धर्म की विशेषताइयां, सिख कौन होंदे ने, सिखां दे सारे संस्कार की होंदे ने, एक रहत मर्यादा बनी हुई 1935 तो, वो डाउनलोड करो, उहदे दायरे विच होके सारे कारज करिए। अमीरां वल देख के अपनी चादर देख के पैर पसारीए, कर्जे थले ना दबिया जाइए। जिहड़ा बंदा कर्जा थले दबदा वो कदे भी उच्ची धौन रख के तुर नहीं सकदा। जदों किसी कौम नूं थले सुटना होए, सूबे नूं थले सुटना होए, उत्थे ये गल जरूर की जाती, उस सूबे का जां उस कौम का जिहड़ी आर्थिकता उहनूं कमजोर किया जाता। क्योंकि बंदा पैसे के सिर ते गड्डियां लैके फिरदा, रोब नाल गल करदा, ते जे गरीब है तो फिर तां अगे हरकदे मंगदा है। और एक बड़ी एक ना उदाहरण दी है, एक किते बैठे ने बंदे सियाणे, उन्हें कोई एक बंदा उन्होंने कहता भी जिन्ना चिर तक इन्हां लोकां नूं थोड़ा बहुत इन्हां नूं जान है, इन्हां दी जान खो के इन्हां तो जो मर्जी कराओ वो कीता जा सकदा, इन्हां दी आर्थिकता कमजोर कर। उन्हें उदाहरण दी, एक कुक्कड़ फड़िया, वो कुक्कड़ दे सारे खंभ खो दिते, कुक्कड़ दे खंभ खो दिते। हुण कुक्कड़ उड़ नहीं सकदा खंभां तो बिना, जदों खो दिते ते उन्हां फिर उहनूं थोड़ा थोड़ा दाना पाया। जो दाना पाया, जिन्हां बंदे ने कुक्कड़ दे खंभ खोए उस बंदे ने की पाया, दाना पाया। वो कुक्कड़ हुण खंभ खुआ के बंदे दे मगर मुड़दा, क्योंकि हुण किते भी अपना चोगा लैण जोगा नहीं रहा, उड्डण जोगा नहीं रहा, कोई अपना काम करन जोगा नहीं, लत्त तोड़ दी। हुण उहनूं दाना दे दिता भी हुण पुत मैं तैनूं दाने दूंगा तो जीदा रहेगा, ते नहीं तू हुण नहीं। जदों इदां बंदियां दी आर्थिकता कमजोर की जाती भी, इन्हां बंदियां दा पैसे का पक्ष कमजोर कर दिता, विद्या च इन्हां च गिरावट कर दी जाए, आपो च बेतफाकी कर दी जाए, नशे इन्हां नूं खुले दिते जाण ते करैक्टर इन्हां दा डाउन कर दिता जाए। इन्नियां गल्लां कर दित्तियां गईयां, समझ लो कौम ही खत्म हो गई। अज साडे ते ऐसे हथियार चलन दे ने, असीं अपनी सावधानी नाल सजगता नाल अगे वधना ते गुरु पातशाह रहमत करनगे। जे साडी पिठ ते गुरु नानक दा हथ होएगा, गुरु गोबिंद सिंह दा हथ होएगा, फिर सानूं इस लोक ते परलोक विच किसी किस्म दा कोई भी खतरा नहीं होएगा। साडे बच्चे भी चढ़दियां कलां च जाणगे। मैं चाहना पंजाब दे बच्चे चंगे अफसर बन, पंजाब विच ही जिहड़े IPS जां IAS पोस्टां दे जिन्ने प्रोफैसर लगे ने, यूनीवर्सिटियां दे जिहड़े वाइस चांसलर लगे ने
पंजाब दियां दे इत्थे पंजाबी हिंदू, पंजाबी सिख, पंजाबी कोई ईसाई होए, उन्हां च पंजाबीयत दा भी गुण होए, जिथे देश प्यार है उत्थे प्रदेश प्यार भी है। अगे गुरु पातशाह रहमत कर इन्हां बच्चियां च चंगा बाहूबल उच्चा जीवन, ताकि लोग इन्हां तो जीवन की सेध सिखण। ऐसी मेरे गुरु की सोच, इनू अगे बढ़ाइए ते अपने परिवारां विच बाणी दा प्रवाह तोरीए, गंदे मीडिया तो बच्चों नू बचाइए, मेहनत करा के पढ़ाई में अगे ले जाने का यतन करिए, फिजिकल फिटनेस वास्ते चंगी डाइट दईए। भाव ये नहीं भी तुसी कपड़े सोहने पाए हुए है ते सुके सुके मुँह है, ऐनकां लगियां ने, चश्मे लगे ने, शुगरां होईयां ने, कपड़े सोहने है ते उत्थों तक दौड़दे साह चढ़दे, ये नहीं तुहाडा शरीर चाहिए। ये शरीर रूपी कपड़ा थोड़ा बहुत तंदुरुस्त ते वधिया चाहिए, फिर कपड़े सादे भी होण तुसीं सोहणे लगोगे। ते जे एवें सुक्की जी डांग दे उत्ते दो चंगे चंगे पाए होण तो डांग डांग ही रहेगी। इस करके सेहतमंद होना, उच्चा जीवन लैके जाना ते नाल नाल अपने गुरु ते सिद्ध रखना, हर धर्म का सत्कार करना। ऐसी कुछ बेनतियां जिहड़ियां करदियां करदा मेरा समा शायद ज़्यादा लग गया हुंदा ते मैं आना नहीं सी चाहता। मैनूं वीर जी ने जिहड़े प्रबंधक ने आंदे ही पहली बार कराउण लगे कि शायद पिंडां तो आके नहीं इत्थे रहायशां रखियां। मैं इन्हां नूं भी कहना हुंदा भी तुसीं पिंडां विच भी जाया करो, उत्थे बंदे रह गए बेचारे कमजोर कमजोर, जिहड़ा भी 4 पैसे आंदा वो कित्थे दौड़िया आंदा, शहर नूं दौड़िया आंदा ते वो बेचारे लड़दे रहिंदे ने। पहलां एक साडी कहावत हुंदी सी कि शहरी बसण देवते, ਵੱਡੇ पिंडी मनुख, छोटे पिंडी भूत ने, पुट सुटदे रुख, आपस जी लड़ी जाते, वड्डी टुकी जाते ने बेचारे। उन्हां ते तरस करो, उन्हां ते तरस करो। तुसीं पढ़े लिखे बंदे अपने पिंड च जाया करो, बच्चों नूं चंगा जीवन दिया करो। जिहड़ा मास्टर टीचर रिटायर होया अपने पिंड के बच्चों नूं बिना ट्यूशन तो पढ़ाउण दा यतन करो। जिहड़ा कोई फौजी रिटायर आया अपने पिंड के बच्चों नूं, सारियां बच्चों नूं, मैं नहीं कहता सिखां नूं, सारियां नूं ट्रेनिंग दो कि फौज विच किवें भर्ती होना, आ काम किवें करना, फिजिकल कोई जे तुहाडे कोल माड़ी मोटी चीज़ है, ये चीज़ां ऐसियां ने जिहड़े वंडण नाल वधदियां ने ते नाले भला भला। ये नहीं मैं कहता भी झूठ वंडो, ये नहीं कहता करैक्टर डाउन करके वंडो, ये नहीं, ये तुसीं वंड रहे हैं, नशे वंड रहे हैं, ये ना वंडो। जिहड़ियां चीज़ां वंडण वालियां बहुत ने वो वंडीए ताकि मनुखता दा भला होए। मेरा पिंड सुखी तद ही होऊगा, मेरा घर तद ही सुखी होऊगा जे मेरा पिंड सुखी होऊगा। मेरा पिंड मेरा घर बनाओ, वोट जिन्हों मर्जी पाओ, सोच के पाओ, ना पाओ साडा इस गल नाल कोई मसला नहीं। साडा मसला केवल धर्म नाल है ते उंज सानू गुरु पातशाह ने राजनीति ते धर्म नूं जोड़ दिता होया। असीं राजनीति थल्ले रखांगे, धर्म नूं उपर चुक के रखांगे। ये साडा सिद्धांत है, इते अगे बढ़ावांगे। सो गुरु पातशाह इन्हां दी सारियां दी सेवावां सफलियां करन। हुण मैं आखिरी जिहड़ा मेरा टॉपिक हुंदा वो हुंदा पीवो पौहल खंडेता। सिख धर्म च रलण वास्ते पंजां प्यारों तो पहुँच सको, उन्हां दे जीवन उन्हां देखो, वो जाण गुरु जाने। ते अगला हैगा उन्हां दे सिद्धांतां नूं फड़ लो। सिद्धांत गुरु गोबिंद सिंह वालों तोरे हैं ने, सानू उन्हां नाल जुड़ना है। होए जन्म सहेला, वो फिर मैं बेनती करदा भी जिहड़े घर च बेईमानी की कमाई नहीं है, नशा नहीं है, करैक्टर उच्चे हैं, आए गए सिख साध की सेवा है, 2 टाइम का भजन सिमरन है, ते नाल नाल गुरु पातशाह रहमत करन कि उन्हां दे अंदर थोड़ा मीडिया तो बचा है, उस घर विच सेहतमंद होकर सारियां दा जन्म सहेला हो सकता। ऐसी कोई गल, ये चीज़ां ही जन्म उत्कृष्ट करदियां। अगली है गुरु पातशाह रहमत करन के बाहो बाहो, ये पहला दुनिया का पैगंबर है। पैगंबर सारे सत्कारयोग ने, पर जिमें नानक जी ने अपने हुंदियां लहणे दे पैरां ते मत्था टेक के उन्होंने तिलक दिता, अज तक किसी भी पैगंबर ने अपनी हाजरी विच अपने किसी शिष्य नूं अपने बराबर ते लिया के उन्होंने आप नहीं टिकिया, लोगों ने कह दिता होए जां उन्हां अपने हुंदियां कह दिता होए भी मेरे मरण तो बाद बह जाऊगा, पर अपने जींदे जी किसी नूं अपने थां ते नहीं टिकदा। यह है गुरु नानक की वडियाई, जिन्होंने असीं कहने बाहो बाहो गोबिंद सिंह आपे गुर। उसे तरीके नाल गोबिंद राय ने 5 प्यारिਆਂ को याचना करके खंडे की पौल छकी है, ते उन्हीं बार बार उन्होंने तो कहाया पे गोबिंद राय जे तू गोबिंद सिंह बनना हुण ते कह फे वाहिगुरू जी का खालसा वाहिगुरू। यह है पीवो पौहल खंडे तार होए जन्म सहेला, बाहो बाहो गोबिंद सिंह ऐसा पैगंबर जिहड़ा गुरु भी सी ते चेला भी बन गया। अगे हैगा
ਕਿ ਰਹਿਣੀ ਰਹਿ ਸੋਈ ਸਿੱਖ ਮੇਰਾ। ਜਿਹੜਾ ਮੇਰੇ ਦੱਸੇ ਹੋਏ ਸਿਧਾਂਤਾਂ ਦੀ ਪਾਲਣਾ ਕਰੇਗਾ ਉਹੀ ਮੇਰਾ ਗੁਰੂ ਤੇ ਸਿੱਖ ਦਾ ਰਿਸ਼ਤਾ ਰੱਖੇਗਾ। ਜੇ ਇੱਕ ਅੰਮ੍ਰਿਤ ਛਕ ਕੇ ਤੁਸੀਂ ਮੇਰੇ ਸਿਧਾਂਤ ਛੱਡ ਜਾਓਗੇ ਤੇ ਤੁਹਾਡਾ ਮੇਰਾ ਕੋਈ ਵੀ ਰਿਸ਼ਤਾ ਨਹੀਂ ਰਹੇਗਾ। ਇਹ ਵੀ ਬੜੀ ਵੱਡੀ ਗੱਲ ਹੈ। ਇਸ ਕਰਕੇ ਸਾਨੂੰ ਇਹ ਗੱਲ ਨੂੰ ਬੜੇ ਧਿਆਨ 'ਚ ਰੱਖਣਾ ਪੈਣਾ। ਤੇ ਸਾਨੂੰ ਉਦੋਂ ਪਹਿਲਾਂ ਪੰਜ ਪਿਆਰੇ ਕਹਿੰਦੇ ਸਾਨੂੰ ਕਹਿੰਦੇ ਨੇ ਇਹ ਪਹਿਲੀ ਕੌਮ ਹੈ ਜਿਹਦੇ 'ਚ ਇਹ ਸ਼ਰਤ ਲਾਈ ਗਈ ਹੈ ਕਿ ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ, ਇਹ ਮੌਤ ਨੂੰ ਕਬੂਲ ਕਰ ਲਿਆ। ਤੈਨੂੰ ਕਿਸੇ ਨਾ ਕਿਸੇ ਹਾਲਤ 'ਚ ਆਣੀ ਹੈ, ਤੂੰ ਡਰਨਾ, ਇਸ ਘਰ ਵਿੱਚ ਆ ਕੇ ਮਰ ਜਾਏਗਾ ਤੇ ਤੇਰਾ ਜਨਮ ਸੌ ਜਾਊ। ਪਹਿਲਾਂ ਮੌਤ ਨੂੰ ਕਬੂਲ ਕਰਦਾ। ਬਾਕੀ ਧਰਮਾਂ ਵਿੱਚ, ਇਸਲਾਮ ਵਿੱਚ ਇਹ ਕਿਹਾ ਗਿਆ ਵੀ ਅੱਗੇ ਤੈਨੂੰ ਹੂਰਾਂ ਮਿਲਣਗੀਆਂ, ਤੈਨੂੰ ਵਧੀਆ ਸ਼ਰਾਬ ਮਿਲੇਗੀ ਅੰਗੂਰਾਂ ਦੀ, ਇੱਥੇ ਤੂੰ ਇਹ ਚੀਜ਼ਾਂ ਨਾ ਵਰਤੀ, ਅੱਗੇ ਜਾ ਕੇ ਤੈਨੂੰ ਮਿਲਣਗੀਆਂ। ਪਰ ਸਾਨੂੰ ਇੱਥੇ ਹੀ ਕਹਿ ਦਿੱਤਾ ਗਿਆ ਵੀ ਪਹਿਲਾਂ ਤੁਸੀਂ ਮਰਨ ਨੂੰ ਕਬੂਲ ਕਰੋ, ਤੁਹਾਨੂੰ ਇੱਕ ਨਵਾਂ ਜੀਵਨ ਦਿੱਤਾ ਜਾਏਗਾ। ਪਹਿਲੀ ਜੀਵਨ ਜਿਹਨੂੰ ਮੌਤ ਕਰੋ, ਜਿਹੜਾ ਪਹਿਲਾ ਜੀਵਨ ਹੈ ਗੰਦਾ, ਇਹਨੂੰ ਛੱਡ ਦਿਓ, ਇਹਦੇ 'ਚ ਮਰ ਦਿਓ। ਇਸ ਕਰਕੇ ਇਹ ਹੈ ਰਹਿਣੀ ਰਹੇ ਸੋਈ ਸਿੱਖ ਮੇਰਾ। मैं उसनों अपना साहब करके जाणूंगा, उहदा दास बन के रहूंगा। ये भी पहला पैगंबर है जिन्हें अपने शिष्य नूं अपना साहब बना के उहदा दास बनदा जतन कीता। नानक दासन दास की जय जय नानक। अगली है कि रहत बिना ना सिख कहावे। जे तुसीं मेरी रहत विच नहीं रहना, बेशक कई जो मैं सिख हैं पर मैं तुहानूं कबूल नहीं करूंगा, क्योंकि तुसीं गलत कीती है बहुत ज्यादा। छोटी मोटी रहत में रह के तुसीं गलतियां करोगे, मैं माफ करूंगा, पर पहली गलतियां की माफी तुसीं लै लैनी। अगे तो तुसीं संकोच करना इन्हां गल्लां दा। अगे है रहत बिना दर झोटा खा। जे तुसीं रहत ना रखी तो मैं तुहाडी अगली दरगाह विच ढोई नहीं करा सकदा। निजम है, हर थां दा कोई निजम हुंदा। कोर्ट में तुसीं किवें खड़ना, स्कूल च तुसीं किवें सिटिंग लैनी, तुसीं क्लास तो बाहर किवें जाना, तुसीं क्लास विच एंट्री किवें लैनी, तुसीं एप्लीकेशन किवें लिखनी, हर किसी कानून विच हुंदी गल। धर्म भी एक कानून हुंदे ने। जदों असीं धर्म नूं बिल्कुल खुला इत्थे तक रख दिता कि साल दा एक अद्धा समागम बना लो, कदी कदाई खंड पाठ पढ़ा लो, सुणिओ ना ते थोड़े पैसे उन्हां नूं दे दो, थोड़े पैसे उन्हां नूं दे दो, फिर झूठ भी बोलो, शराब भी पीओ, ठगी भी मारो, बेविचार भी करी जाओ। साल बाद फिर इदां दा काम कर लवांगे ते पहले पाप लथ जाने ते मुड़ के फिर देखी जाओगी, फिर चल पावांगे जिद्दां। ये गल्लां सिख धर्म विच नहीं, ये तक जीवन नूं घड़न दा धर्म है। अगली बेनती है आखिरी कि सतगुर बाजों गुर नहीं कोई नगुरे का है। ये श्री गुरु ग्रंथ साहब की तुख है। भाव गुरु पातशाह अपने हाथ से लिखते हैं भी सतगुरु तो बिना, श्री गुरु ग्रंथ साहब तो बिना, गुरु नानक तो बिना, गुरु गोबिंद सिंह तो बिना कोई भी होर सिखां दा गुरु नहीं है। ते जिहड़ा गुरु वाला नहीं बनता, गुरु के बचनों की पालना वो नगुरा है। नगुरे का नाम लेना भी भैड़ा है। हिंदू धर्म में भी नारद नूं बड़ा दरकारिया गया इस गल तो, उन्हां गुरु ने धारण किया। सुखदेव नूं गुरु धारण वास्ते प्रेरित किया गया व्यास वालों। काफ़ी अजे उहदे ते जो हिंदू धर्म है उहदे सुखदेव की साखी दिता कि जदों शिव जी ने पार्वती नूं अमर कथा सुनाई है, जिथे अमरनाथ का मंदिर है, उत्थे गुफा विच बैठ के उदों पार्वती सुनदी सुनदी सौ जाती है। पार्वती पहला सवाल करती है भी शिव जी तुसी मेरे पति हो, तुसी आ गल च जिहड़ी पाई भी माला जी सिरां दी, ये की पाई भी है? वो आंदा तू की लैणा, रहण दे। आंदी नहीं मैनूं दसो। आंदा फिर जरूर पूछना, तू मेरी पत्नी है, मैं तेरे को पर्दा नहीं रखता, तू बार बार जमदी है ते बार बार मरदी है, ते मैं जमदा मरदा नहीं। तू जदों जमदी है तेरा मेरे नाल रिश्ता जुड़ जांदा, ते जदों तू मरदी है मैं तेरा सिर वड्ड के इहदे च पा लेना। एनी बार तू जम रही है ते एनी बार तू मर रही। आंदी मैं किदां बच सकदी मौत तो? आंदा फिर जे जरूर तू चाहनी है मैं थानूं फिर कथा सुणाऊंगा। फिर 10 दिन उन्होंने गुफा च लै गया, कथा सुनान लग पिया। फिर उन्हें एक शर्त सुनाई भी जिन्ना चिर कथा सुननी उन्ना चिर तू हंगारा देना है ते सौना नहीं। ते वो कथा सुनांदा सुनांदा वो सौ गई बेचारी। ते उत्थे एक आंदे तोता सी, गंदा आंडा सी, उहदे चों हंगारा दिंदा गया, तोता ही बोलदा गया। उन्हां दा इतिहास है, मैं उहदे च गल कर रहा। ते ਉਹ ਤੋਂ ਬਾਅਦ ਜਦੋਂ ਸਾਰੀ ਕਥਾ ਮੁੱਕ ਗਈ, ਉਹਨਾਂ ਦੇਖਿਆ ਤੇ ਸੁੱਤੀ ਪਈ ਹੈ। ਉਹ ਸੋਚਦਾ ਵੀ ਫਿਰ ਹੂੰ ਕੌਣ ਕਰਦਾ ਰਿਹਾ। ਜਾਨੂੰ ਉਹਨਾਂ ਸੋਚਿਆ ਵੀ ਇੱਥੇ ਤਾਂ ਕੋਈ ਕੀ ਚੀਜ਼ ਹੈ। ਉਹਨਾਂ ਦੱਸਿਆ ਕਿ ਤੋਤਾ ਦੇਖਿਆ ਅੰਡੇ ਚੋਂ ਨਿਕਲਿਆ। ਉਹਦੇ ਮਗਰ ਚੜ ਗਿਆ ਕਿ ਇਹਦਾ ਅਮਰ ਹੋ ਜਾਣਾ ਤੋਤੇ ਨਾਲ। ਉਹਨੂੰ ਤਸੂਲ ਲਾ ਕੇ ਵੱਢਣ ਚੱਲ ਪਿਆ ਤੇ ਉਹ ਦੌੜ ਕੇ ਇੱਕ ਮਾਂ ਦੀ ਕੁੱਖ 'ਚ ਵੜ ਗਿਆ ਤੋਤਾ। ਐਦਾਂ ਦੀਆਂ ਕਹਾਣੀਆਂ ਨੇ ਜਿਹੜੀਆਂ ਉਹਨਾਂ ਨੂੰ
ਅਸੀਂ ਉਹਨਾਂ ਦੇ ਧਰਮ ਵਿੱਚ ਕੁਛ ਨਹੀਂ ਕਹਿੰਦੇ, ਪਰ ਹੋਰ ਤਰੀਕੇ ਦੀਆਂ ਗੱਲਾਂ ਅੱਜ ਦੇ ਸਮੇਂ 'ਚ ਲੱਗਦੀਆਂ ਨੇ ਕਿ ਤੋਤਾ ਮਾਂ ਦੀ ਕੁੱਖ 'ਚ ਸਿੱਧੇ ਜਾ ਵੜਿਆ ਤੇ ਉੱਥੇ ਜਾ ਕੇ ਨਿਕਲਦਾ ਨਹੀਂ ਬਾਹਰ। 12 ਸਾਲ ਤੱਕ ਉੱਥੇ ਵਿੱਚੇ ਵੜਿਆ ਰਿਹਾ ਵੀ ਮੈਨੂੰ ਸ਼ਿਵਜੀ ਨੇ ਮਾਰ ਜਾਣਾ। ਸ਼ਿਵਜੀ ਬਾਹਰ ਖੜ ਗਿਆ, ਧਨ ਰੱਖਣਾ ਤਰਸੂਲ ਕੱਢ ਕੇ ਕਿ ਜਦੋਂ ਵੀ ਜੰਮੂਗਾ ਇਹਨੂੰ ਮਾਰ ਦੇਣਾ, ਇਹ ਅਮਰ ਹੋ ਗਿਆ। ਹੁਣ ਜੇ ਅਮਰ ਹੋ ਗਿਆ ਤੇ ਮਰੂਗਾ ਕਿੱਦਾਂ? ਮੇਰਾ ਕਹਿਣ ਤੋਂ ਭਾਵ ਫਿਰ ਉਹ ਮਾਂ ਦੁਹਾਈ ਦਿੰਦੀ ਹੈ ਵੀ 12 ਸਾਲ ਦਾ ਬੱਚਾ ਮੇਰੇ ਢਿੱਡ 'ਚ ਸਾਰਾ, ਮੈਂ ਮੇਰੇ ਵਾਸਤੇ ਕੀ ਮੁਸੀਬਤ ਪਈ ਹੈ। ਫਿਰ ਉਹ ਪ੍ਰਭੂ ਦੀ ਭਗਤੀ ਕਰਦੀ ਹੈ ਧੁਨ ਛੇਲਦਾ। ਉਹ ਫਿਰ ਕਹਿੰਦੇ ਵੀ ਇਹਨੂੰ ਸ਼ਿਵ ਜੀ ਨੂੰ ਕਹਿੰਦੇ ਵੀ ਤੂੰ ਕੋਈ ਗੱਲ ਨਹੀਂ, ਹੁਣ ਇਹਨੂੰ ਤੂੰ ਨਾ ਮਾਰੀ ਤੇ ਇਹਨੂੰ ਜਨਮ ਲੈਣ ਦੇ, ਮਾਂ ਬਹੁਤ ਦੁਖੀ ਹੈ, ਧਰਤੀ ਦੇ ਵਿੱਚ ਸਿਸਟਮ ਖਰਾਬ ਹੋਣ ਡਿਆ। ਉਹ ਫਿਰ ਉਸੇ ਟਾਈਮ ਉਹਨਾਂ ਕਿਹਾ ਵੀ ਮੈਂ ਤਾਂ ਜੰਮਣਾ ਹੈ ਜੇ ਇਸ ਟਾਈਮ ਜਿਹੜੇ ਨਾ ਜਿਹੜੀ 2 ਮਿੰਟ ਜਿਹੜੀ ਮੇਰੇ ਤੇ ਮਾਇਆ ਪ੍ਰਭਾਵ ਨਾ ਕਰੇ, ਮੈਂ ਮਾਇਆ ਵਿੱਚ ਨਾ ਫਸ ਜਾਵਾਂ। तो आंदे ने भी नहीं बेच किया परमात्मा ने भी कोई नहीं, कोई 2 सैकंड तेरे जन्म जिन्ना च होना उन्ना चर तक माया खत्म कर देंगे। उस टाइम जिन्ने भी 84 सिद्ध या नौनाथ या इधर जति जमे ने, वो माया जिन्ने भी उस टाइम बच्चे जमे उन्हें सारिया तो माया परमात्मा ने ऐसी कोई उन्होंने साखी है जिदे विच वो नगुरा रहा, जिदा उहदा नाम रखा गया फिर सुखदेव ऋषि। वो नगुरा से माया उत्ते प्रभाव नहीं पा रही। वो किते तप करता है, तप करदे एक पंछी आंदा हलना है, वो आंदे भी इत्थों चले चलीए। आखिर क्यों? आखा जिहड़ा बैठा जटा खिलार के ये तो बंदा नगुरा है, इन्हां तो साडा जन्म नष्ट कर देना। फिर उत्थों सुनदा उन्हां दी आवाज़, फिर वो अपने प्यो नूं कहंदा भी मैनूं नगुरा किहा पंछियां ने। आंदे हाँ इस धरती ते आके सारिआं नूं गुरु धारण करना पैंदा। आंदा फिर मैं हुण किहनूं गुरु बनावां? आंदा तूं हुण गुरु बना, तैनू मेरे ते यकीन नहीं आना ब्यास ते, तू हुण चल राजे जनक उन्हूं गुरु बना। मेरा मतलब उन्हां बंदियां नूं भी गुरु बनाना पिया, नारद नूं गुरु बनाना पिया। साडे गुरु भी कहंदे ने नगुरे का है नाम जे सौ चंदा उगवे सूरज चढ़े, 1000 एते चानण होंदिया गुरबिन घोर अंधा। सो आप गुरु वाले बनीए, नगुरे पने की झूठ लाइए, हर धर्म का सत्कार करके एक दूजे नाल वंड के छकीए, नाले अपने सिद्धांतों की पालना करते हुए लोग सुखी परलोक सेले बनीए। कौम में जुड़ के कौम के भले वास्ते छोटा मोटा चाहे काम करो, सारी जिंदगी सोचो कि मैं अपनी कौम वास्ते की कीता, कुछ ना कुछ करो ताकि कौम मजबूत होए ते गुरु की खुशी के पात्र बने। इन्नियां बेनतियां करदियां मेरी किसी भैन नूं इन्हां नूं कहना पैंदा भी तुसीं बहुते फैशनां दे कपड़े ना पाओ, कोशिश करो शरीर नूं ढकण दी। सादा जिहा जीवन जिहड़ा लंबे समय तक लंघ सकदा ते इह पता नहीं कदों साडे किदां दी हालत होनी है। ते आपां इन्हां चीज़ां ते पैसा बचा के बच्चों नूं पढ़ाइए, सेहत ते रखिए और चंगे थां ते जरूर लाइए। ज़्यादा फैशन वाले उन्हें तुहानूं डिजाइन बनाई जाने, कभी किसी तरीके का झग्गा बना देना, कभी कोई होर बना देना, तो तुसीं डिजाइनर बैठे ने इस काम नूं बैठे ने ते तुहाडा शौक बड़ा हुंदा। आ जिहड़े कैटेगरी इन्हां दे झग्गे पजामे जे उदां दे हुंदे, किते माड़े पैंट झग्गी पा लई, किते तुहाडे डिजाइन ही बदलते रहणगे उस फटाफट। ते तुसीं फिर दुकानां ते तुरियां रहनियां, पैसे फूकी जानियां खाम खां। ते कोशिश करो कि थोड़ा जिहा संयम नाल पैसे नूं वरतो ताकि समा जिहड़ा साडा जिंदगी दा दास्ता बका रखा हुआ काम आता है। कोई 4 पैसे होणगे किते भी काम आ जाणगे, पर जे हाथ खाली हो गया तो फिर हर बंदे थू थू करनगे, जिंदगी कोई दूबर हो जाएगी। इन्हां गल्लां दा बेटियां ते जरूर ध्यान रखना। ते मेरे भरा नाल भी बेनती है कि जिहड़े केस कटदे ने जां कोई नशा लैंदे ने उन्हां नूं असीं फिर पहलां भी अनाउंस कीता, फिर बेनती करदे हां भी इह दलदल चों निकलो। जे असीं नशे ना लईए तो सरकार नशा नहीं बेच सकदी। कई बार मैंने यह भी कहना पैंदा तुसीं बाबिਆਂ ਕੋਲ ਐਵੇਂ तुरे रहने, बाबा सानूं मुंडा दे दे, ओह कर दे, आ कर दे, मुकदमा कर दे, मेरे मुंडे नूं बाहर भेज दे। कोई बाबा बाहर नहीं भेजेगा, एक प्रोसैस विचों दी जाना पैंदा है। सिर्फ जिहड़ा चंगा इंसान है तुहानूं चंगियां गल्लां दस सकदा, मना भी नहीं सकदा, तुहानूं मनाया नहीं जा सकदा। कानून तुहानूं जेल च सुट के मनाऊगा, असीं तुहानूं जेल च सुट के नहीं मना सकते। सिर्फ हथ जोड़ के कह सकते समाजिक बाईकाट कर सकते। इस करके अज सानू बड़ी संजीदगी नाल आने वाला सफर तय करना पैना है। बड़ा भयानक सफर नज़र आ रहा है। बड़े बड़े ऋषि मुनि इस बुढ़ेपे तो डरते ने, जिहड़ा साडे कोल खड़ा गया मौत तो भी डरे नहीं। मेरे भरा कई उन्हें भी कहा कि जे मरना जगत त्रास है, जिहड़ी मौत तो जगत त्रास करदा सो गुरशब्द प्रकाश है। गुरु के शब्द ना पता लग गया भी मैं मरन हारे जीरा, मैं मरना नहीं। सो तो तगड़े हो तो इन्नियां बेनतियां प्रवान करते हो। जिहड़े नशे लैंदे ने वो कहण भी ये किहड़ा सानूं
ਪੈਸੇ ਦਿੰਦਾ ਨਸ਼ੇ ਲੈਣ ਦੀ, ਅਸੀਂ ਆਪਣੇ ਖਰਚਦੇ, ਇਹਨੂੰ ਕੀ ਤੰਗੀ ਹੁੰਦੀ ਹੈ। ਇੱਦਾਂ ਦੇ ਮੁੰਡੇ ਗੱਲਾਂ ਕਰਦੇ ਹੁੰਦੇ ਨੇ, ਨਾਈਆਂ ਕੋਲ ਜਾ ਕੇ ਕੇਸ ਕਟਾਉਣ ਵਾਲੇ ਵੀ ਕਰਦੇ ਹੁੰਦੇ ਵੀ ਕਿਹੜੇ ਆਪਣੇ ਕੋਲ ਪੈਸੇ ਦਿੰਦੇ ਨੇ, ਅਸੀਂ ਖਰਚਦੇ ਹਾਂ। ਤੇ ਠੀਕ ਹੈ, ਤੁਸੀਂ ਵੈਸੇ ਖਰਚਦੇ ਆ, ਮੈਨੂੰ ਕੋਈ ਦੁੱਖ ਫਿਰ ਤੁਹਾਡੇ ਗਲਤ ਥਾਂ 'ਤੇ ਪੈਸਾ ਖਰਚ ਆਉਂਦਾ ਮੈਨੂੰ ਦੁੱਖ। ਜਿਹੜੇ ਲੋਕ ਮੇਰੇ ਕੋਲ ਬਾਬਾ ਸਮਝ ਕੇ ਆਉਂਦੇ, ਜਦੋਂ ਮੇਰੇ ਕੋਲ ਆਉਂਦੇ ਨੇ, ਇਹਨਾਂ ਨੂੰ ਵੀ ਮੈਂ ਕਮੇਟੀ ਵਾਲਿਆਂ ਨੂੰ ਕਿਹਾ, ਮੈਂ ਕਿਹਾ ਤੁਸੀਂ 8-9 ਇਕੱਠੇ ਹੋ ਕੇ ਆ ਗਏ, ਤੁਸੀਂ ਤਾਂ ਉੱਦਾਂ ਤੁਰੇ ਆ ਜਿੱਦਾਂ ਕਿਸੇ MLA ਕੋਲ ਜਾਣਾ ਹੁੰਦਾ ਵੀ ਅਸੀਂ ਸਾਰੇ ਬੰਦੇ ਇਕੱਠੇ ਹਾਂ ਜੀ, ਸਾਡੇ ਕੋਲ ਕੰਮ ਕਰ ਦਿਓ ਅਤੇ ਅਸੀਂ ਫਿਰ ਤੁਹਾਨੂੰ ਸਾਰੇ ਵੋਟਾਂ ਪਾਵਾਂਗੇ। ਅਤੇ ਮੈਂ ਕਿਹਾ ਇੱਥੇ ਤਾਂ ਮੈਨੂੰ ਤਾਂ ਕੋਈ ਲੋੜ ਨਹੀਂ, ਸਾਡੇ ਕੋਲ ਮੋਬਾਈਲ ਦੇ ਉੱਤੇ ਕੀਰਤਨ ਆ ਜਾਂਦੇ ਨੇ, ਅਤੇ ਜਿੱਥੇ ਮੇਰੀ ਸਿਹਤ 'ਚ ਸਮਾਂ ਜਾ ਕਰੇ ਮੈਨੂੰ ਜਾਣ ਦਾ ਮੇਰਾ ਇੰਟਰਸਟ ਹੁੰਦਾ। ਅਤੇ ਹੁਣ ਗਾਂਹ ਤੋਂ ਗਾਂਹ ਉਮਰ ਦਾ ਤਕਾਜ਼ਾ ਹੈ, ਮੌਸਮ ਦੀ ਤਬਦੀਲੀ ਹੈ, ਨਾਲ ਸਿਹਤ ਹੈ, ਮਜਬੂਰੀਆਂ ਨੇ, ਅਤੇ ਇਹ ਨਹੀਂ ਤੁਸੀਂ ਸੋਚਣਾ ਵੀ ਇਹੋ ਬੰਦਾ ਲੀਡ ਕਰਦਾ ਇਹਨਾਂ ਨੂੰ। ਇਹ ਸਾਰੇ ਸੇਵਾਦਾਰ ਨੇ, ਸਿਰਫ ਇਹਨਾਂ ਨੂੰ ਲੀਡ ਕਰਦੇ ਨੇ ਸ੍ਰੀ ਗੁਰੂ ਪੰਥ ਦਾ ਹਿੱਸਾ ਬਣ ਕੇ ਗੁਰੂ ਪੰਥ ਦਾ ਪ੍ਰਚਾਰ ਕਰਨਾ। ਗੁਰੂ ਪਾਤਸ਼ਾਹ ਨੇ ਸੇਵਾ ਲਾਈ ਹੈ, ਅਤੇ ਸਾਰੇ ਜਿਨ੍ਹਾਂ ਨੂੰ ਕੋਈ ਦੁੱਖ ਲੱਗਿਆ ਮੇਰੀਆਂ ਗੱਲਾਂ ਤੋਂ, ਉਹ ਵੀ ਮੈਨੂੰ ਮਾਫ ਕਰ ਦੇਣ, ਜਿਨ੍ਹਾਂ ਨੂੰ ਚੰਗੀਆਂ ਲੱਗੀਆਂ ਉਹ ਅੱਗੇ ਵਧਣ, ਅਤੇ ਗੁਰੂ ਪਾਤਸ਼ਾਹ ਦੇ ਚਰਨਾਂ ਨਾਲ ਜੁੜ ਕੇ ਆਪਣੇ ਸਿਧਾਂਤਾਂ ਦੀ ਪਾਲਣਾ ਕਰੀਏ। ਅਤੇ ਇੰਨੀਆਂ ਬੇਨਤੀਆਂ ਕਰਦਿਆਂ ਹੋਇਆਂ ਹੁਣ ਦਾਸ ਨੂੰ ਮਾਫੀਨਾਮਾ ਬਖਸ਼ੋ, ਫਤਿਹ ਨਾਲ ਸਾਂਝ ਪਾਓ, ਗੱਜ ਕੇ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ। ਹਜੇ ਰਹਿੰਦਾ ਹੈ, ਬਹੁਤ ਸੋਹਣਾ ਕੀਰਤਨੀਆ ਹਜੇ ਹੈ, ਸਭ ਸੁਣਨਾ, ਬੜਾ ਖਰਚ ਕੀਤਾ ਹੈ ਟੈਂਟ ਤੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।